ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਜਿਹੜੀ ਗੱਲਬਾਤ ਕਰਨ ਵਾਲੇ ਨੇ ਉਹ ਸਲਾਹ ਮਸ਼ਵਰੇ ਬਾਰੇ ਹੈ। ਸਲਾਹ ਕਿਸੇ ਨੂੰ ਦੇਣੀ ਕਦੋਂ ਦੇਣੀ ਚਾਹੀਦੀ ਹੈ? ਜੇ ਕੋਈ ਲੋਕ ਆਪਣੀ ਦੁੱਖ ਤਕਲੀਫ ਤੁਹਾਡੇ ਕੋਲੇ ਫੋਲ ਰਿਹਾ ਹੈ ਤਾਂ ਇਸ ਦਾ ਮਤਲਬ ਹਮੇਸ਼ਾ ਇਹ ਨਹੀਂ ਕਿ ਉਹ ਤੁਹਾਡੀ ਨਸੀਹਤ ਹੀ ਮੰਗ ਰਿਹਾ ਹੈ। ਸੋ ਮਸ਼ਵਰਾ ਕਰ ਲੈਣਾ ਕਿਸੇ ਨਾਲ ਇੱਕ ਬਹੁਤ ਵੱਡੀ ਫੈਸਿਲਿਟੀ ਹੈ। ਗੱਲਬਾਤ ਕਰਕੇ ਇੱਕ ਵਿਚਾਰਧਾਰਾ ਨੂੰ ਕੋਈ ਹੋਰ ਇਸ ਤਰ੍ਹਾਂ ਦੇ ਆਈਡੀਆਜ਼ ਮਿਲ ਜਾਂਦੇ। ਕਈ ਵਾਰੀ ਤੁਹਾਡੀ ਸਮੱਸਿਆ ਹੱਲ ਹੋ ਜਾਂਦੀ ਹੈ ਜਾਂ ਹੱਲ ਹੋਣ ਦੇ ਵਿੱਚ ਉਹ ਸਹਾਈ ਹੁੰਦੀ ਹੈ। ਇੱਥੋਂ ਤੱਕ ਰਾਜੇ ਮਹਾਰਾਜਿਆਂ ਨੇ ਵੀ ਆਪਣੇ ਲਈ ਨਸੀਹਤ ਦੇਣ ਲਈ ਐਡਵਾਈਜ਼ਰ, ਸਲਾਹਕਾਰ, ਵਜ਼ੀਰ, ਇਸ ਤਰ੍ਹਾਂ ਦੇ ਲੋਕ ਰੱਖੇ ਹੋਏ ਸੀ ਜਿਨ੍ਹਾਂ ਦੇ ਮਸ਼ਵਰੇ ਬੜੇ ਮਹੱਤਵਪੂਰਨ ਨੇ। ਕਈ ਲੋਕ ਮਸ਼ਵਰਾ ਦੇਣ ਦਾ ਹੀ, ਸਲਾਹ ਦੇਣ ਦਾ, ਐਡਵਾਈਸ ਦੇਣ ਦਾ, ਨਸੀਹਤ ਕਰਨ ਦਾ ਲੱਖਾਂ ਡਾਲਰ ਲੈਂਦੇ ਨੇ ਔਰ ਕੰਸਲਟੈਂਟ ਰੱਖੇ ਹੋਏ ਨੇ ਦੁਨੀਆ ਭਰ ਦੇ ਵਿੱਚ। ਲੇਕਿਨ ਟਰਡੀਸ਼ਨਲੀ ਸਾਡੇ ਰਵਾਇਤੀ ਤੌਰ ਦੇ ਉੱਤੇ ਇੱਕ ਇਨਸਾਨ ਦਾ ਦੂਸਰੇ ਇਨਸਾਨ ਨੂੰ ਕੋਈ ਮਸ਼ਵਰਾ ਦੇ ਦੇਣਾ, ਕੋਈ ਸਲਾਹ ਕਿਸੇ ਦੀ ਲੈ ਲੈਣੀ ਜਾਂ ਕਿਸੇ ਦੀ ਨਸੀਹਤ ਮੰਗਣੀ, ਕਹਿੰਦੇ ਕਿ ਅਣਚਾਹੀ ਨਸੀਹਤ ਜਾਂ ਬਿਨਾਂ ਮੰਗੀ ਨਸੀਹਤ ਦੇਣੀ ਨਹੀਂ ਚਾਹੀਦੀ। ਇਸ ਦੇ ਬਾਰੇ ਵੀ ਗੱਲਬਾਤ ਹੋਏਗੀ ਪ੍ਰੋਫੈਸਰ ਸਾਹਿਬ ਨਾਲ। ਅੱਜ ਇਸ ਦੇ ਕਈ ਪਹਿਲੂ ਨੇ ਜਿਹੜੇ ਉਹ ਸਾਡੇ ਨਾਲ ਡਿਸਕਸ ਕਰਨਗੇ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ। ਹਾਂਜੀ ਸਿੰਘ ਸਾਹਿਬ, ਥੈਂਕ ਯੂ ਜੀ। ਹੁਣ ਇਹ ਪ੍ਰੋਗਰਾਮ ਕੀ ਕਰੀਏ, ਸਭ ਕੁਝ ਤਾਂ ਤੁਸੀਂ ਦੱਸ ਦਿੰਦੇ ਗੱਲ ਤਾਂ ਜੀ ਤੁਸੀਂ ਦੱਸਣੀਆਂ ਗੱਲਾਂ, ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਜੀ। ਖੈਰ ਇਹਨੀ ਵਿੱਚ ਚੰਗੀ ਗੱਲ ਹੈ, ਤੁਸੀਂ ਪਹਿਲਾਂ ਭੂਮਿਕਾ ਉਹ ਚੰਗੀ ਬੰਨ੍ਹ ਦਿੰਦੇ ਹਾਂ। ਦੇਖੋ ਜਿਹੜੀ ਸਲਾਹ ਆ ਸਿੰਘ ਸਾਹਿਬ, ਇੱਕ ਤਾਂ ਇਹ ਆ ਵੀ ਮੇਰੇ ਖਿਆਲ ਦੇ ਵਿੱਚ ਹਰ ਬੰਦਾ ਦੁਨੀਆ 'ਚ ਸਲਾਹ ਦਿੰਦਾ ਅਤੇ ਹਰ ਬੰਦਾ ਸਲਾਹ ਲੈਂਦਾ। ਸਲਾਹ ਤੋਂ ਆ ਵੀ ਕਿਸਮਾਂ, ਜਿੱਦਾਂ ਤੁਸੀਂ ਕਿਹਾ ਸਲਾਹ ਦੀ ਗੱਲ ਕਰਨ ਲੱਗੇ ਆਪਾਂ ਜਾ ਕੇ। ਸੋ ਉਹ ਸਲਾਹ ਤੋਂ ਬਿਨਾਂ ਮੇਰਾ ਖਿਆਲ ਦੁਨੀਆ ਦਾ ਵਿਕਾਸ ਹੋ ਹੀ ਨਹੀਂ ਸੀ ਸਕਦਾ। ਸਲਾਹ ਕਰਕੇ ਹੀ ਆ ਜਿਹੜੀ ਮਸ਼ਵਰਾ ਦੁਨੀਆ ਇੱਥੇ ਤੱਕ ਪਹੁੰਚੀ ਹੈ ਜੀ। ਹੁਣ ਸਲਾਹ ਜਿੱਦਾਂ ਹੁਣ ਕਹਿ ਲਓ ਵੀ ਹਿਸਟਰੀ ਮੇਰੀ ਵੀਕਨੈਸ ਆ ਥੋੜ੍ਹੀ ਜਿਹੀ, ਜੇ ਪਿੱਛੋਂ ਦੇਖਿਆ ਜਾਵੇ। ਹੁਣ ਇਹ ਸਲਾਹ ਜਿਹੜੀ ਆ, ਸਲਾਹ ਥਿੰਦ ਸਾਹਿਬ ਜਿਸ ਵੇਲੇ ਇਨਸਾਨ ਬੋਲਣ ਲੱਗਾ, ਉਹ ਬੋਲਣ ਤੋਂ ਵੀ ਪਹਿਲਾਂ ਤੋਂ ਇਹ ਸ਼ੁਰੂ ਹੋ ਗਈ ਸੀ। ਜਿਸ ਵੇਲੇ ਇਸ਼ਾਰਿਆਂ ਨਾਲ ਸਲਾਹਾਂ ਦੇਣ ਲੱਗ ਪਿਆ ਸੀ ਇਨਸਾਨ। ਪਹਿਲਾਂ ਜਿਸ ਵੇਲੇ ਹੰਟਰ ਸਟੇਜ 'ਤੇ ਸੀ, ਜਦੋਂ ਸ਼ਿਕਾਰ ਹੀ ਖੇਡਦਾ ਹੁੰਦਾ ਸੀ, ਆਪਣੀ ਸੁਸਾਇਟੀ ਨਹੀਂ ਸੀ ਬਣੀ, ਤਾਂ ਉਹ ਇਸ਼ਾਰਿਆਂ ਨਾਲ ਹੀ ਦੱਸਣ ਲੱਗ ਪਿਆ ਸੀ ਵੀ ਐਂ ਕਰ, ਇੱਧਰ ਨੂੰ ਆ ਜਾ, ਉਹ ਕਰ। ਜੇ ਉਹਨੂੰ ਫਰਜ਼ ਕਰ ਲਓ ਸਮਾਈਲ ਕੀਤਾ ਤਾਂ ਸਮਝ ਗਏ ਸੀ ਖੁਸ਼ ਆ, ਨਾ ਕਿਤੇ। ਇਹ ਸਲਾਹ ਜਿਹੜੀ ਆ ਇਹਦੀ ਹਿਸਟਰੀ ਬਹੁਤ ਪੁਰਾਣੀ ਹੈ ਜੀ। ਫਿਰ ਲੈਂਗੁਏਜ ਆ ਗਈ ਜੀ। ਜਿਸ ਵੇਲੇ ਲੈਂਗੁਏਜ ਆ ਗਈ, ਲੈਂਗੁਏਜ ਉਹ ਆਉਣ ਦੇ ਨਾਲ ਸਭ ਤੋਂ ਪਹਿਲਾਂ ਜਿਹੜਾ ਇੰਸਟੀਟਿਊਸ਼ਨ ਵਜੂਦ ਦੇ ਵਿੱਚ ਆਇਆ ਉਹ ਫੈਮਿਲੀ ਆਈ ਹੈ, ਪਰਿਵਾਰ ਆਇਆ ਜੀ ਪਹਿਲਾਂ। ਬਾਕੀ ਅਦਾਰੇ ਬਾਅਦ 'ਚ ਬਣੇ, ਵੱਡੇ ਕਲੈਨ ਸੀ। ਹਾਂ, ਵੱਡੇ ਕਲੈਨਸ ਬਾਅਦ 'ਚ ਬਣੇ, ਪਹਿਲਾਂ ਛੋਟਾ ਪਰਿਵਾਰ ਬਣਿਆ ਜੀ। ਅੱਛਾ ਜੀ। ਹਾਂ, ਉਹ ਜਿਹੜਾ ਪਰਿਵਾਰ ਸੀਗਾ, ਪਰਿਵਾਰ ਜਾਂ ਬਣਿਆ ਤਾਂ ਉਸ ਵੇਲੇ ਸਲਾਹ ਦਾ ਹੌਲੀ ਹੌਲੀ ਇੱਦਾਂ ਬਣ ਗਿਆ ਵੀ ਜਿਹੜਾ ਵੀ ਪਰਿਵਾਰ ਦੇ ਵਿੱਚੋਂ ਜਿਹਦੀ ਉਮਰ ਜ਼ਿਆਦਾ ਆ ਉਹ ਬੈਟਰ ਸਲਾਹ ਦੇ ਸਕਦਾ। ਉਮਰ ਨੂੰ ਅਕਲ ਦੇ ਨਾਲ ਬੰਨ੍ਹ ਦਿੱਤਾ ਤਾਂ। ਔਰ ਜਿਹੜਾ ਫਿਰ ਘਰ ਦੇ ਵਿੱਚ ਬਜ਼ੁਰਗ ਹੁੰਦਾ ਸੀਗਾ, ਉਹ ਮੰਨਿਆ ਜਾਂਦਾ ਹੁੰਦਾ ਸੀ ਵੀ ਇਹ ਜਿਹੜੀ ਹੈਗੀ ਹੈ ਇਹ ਬੈਟਰ ਸਲਾਹ ਦੇਊਗਾ ਜਾ ਕੇ। ਫਿਰ ਜੋ ਉਹ ਕਹਿੰਦਾ ਸੀ ਉਹ ਗੱਲ ਉਸ ਵੇਲੇ ਮੰਨੀ ਜਾਂਦੀ ਸੀ ਵੀ ਇਹ ਠੀਕ ਹੈ, ਵੀ ਨਹੀਂ ਇਹ ਬਜ਼ੁਰਗ ਨੂੰ ਪੁੱਛ ਲਓ, ਵੀ ਬਜ਼ੁਰਗ ਨੂੰ ਪੁੱਛ ਲਓ। ਪਰ ਹੌਲੀ ਹੌਲੀ ਇਹ ਫਿਰ ਵਿਕਾਸ ਕਰ, ਜਿੱਦਾਂ ਫੈਮਿਲੀ ਤੋਂ ਬਾਅਦ ਫਿਰ ਅਦਾਰੇ ਬਣ ਗਏ। ਅਦਾਰੇ ਬਣ ਤੋਂ ਫਿਰ ਗੌਰਮੈਂਟਾਂ ਬਣ ਗਈਆਂ ਜੀ। ਗੌਰਮੈਂਟਾਂ ਦਾ ਤੁਸੀਂ ਜਿੱਦਾਂ ਦੱਸਿਆ, ਫਿਰ ਗੌਰਮੈਂਟਾਂ ਬਾਦਸ਼ਾਹਾਂ ਨੇ ਆਪਣੇ ਸਲਾਹਕਾਰ ਰੱਖ ਲਏ ਜਾ ਕੇ। ਕਰਦੇ ਤੋਂ ਆਪਣੀ ਮਰਜ਼ੀ ਹੁੰਦੇ ਸੀ ਪਹਿਲੀ ਸਟੇਜ 'ਤੇ, ਸਲਾਹਕਾਰ ਰੱਖੇ ਹੋ ਸੀਗੇ। ਸਲਾਹਕਾਰ ਤੋਂ ਬਾਅਦ ਫਿਰ ਹੌਲੀ ਹੌਲੀ ਇਹਦੇ ਡਿਪਾਰਟਮੈਂਟ ਬਣ ਗਿਆ ਜੀ। ਸਲਾਹ ਫਿਰ ਬੜੇ ਮੋਟੀਆਂ ਤਨਖਾਹਾਂ ਲੈਣ ਲੱਗ ਪਏ। ਫਿਰ ਕੰਮ ਚੱਲਦਾ ਹੀ ਸਲਾਹਕਾਰਾਂ 'ਤੇ ਸੀ, ਪ੍ਰੋਫੈਸ਼ਨਲਿਜ਼ਮ ਆ ਗਿਆ ਇਹਦੇ ਵਿੱਚ ਜਾ ਕੇ। ਹੁਣ ਇਹਦੇ ਵਿੱਚ ਇਸ ਤੋਂ ਪਹਿਲਾਂ ਕਿ ਆਪਾਂ ਉਹ ਗੱਲ ਕਰੀਏ ਵੀ ਸਲਾਹ ਲੈਣ ਵਾਲੇ ਨੂੰ ਕੀ ਖਿਆਲ ਰੱਖਣਾ ਚਾਹੀਦਾ ਅਤੇ ਦੇਣ ਵਾਲੇ ਨੂੰ ਕੀ ਖਿਆਲ ਰੱਖਣਾ ਚਾਹੀਦਾ, ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹੁੰਦਾ ਜੀ। ਹਿਸਟਰੀ ਦੇ ਵਿੱਚ ਜਦੋਂ ਆਪਾਂ ਦੇਖੀਏ ਜੀ, ਕਿਉਂਕਿ ਜਿਹੜਾ ਸਲਾਹਕਾਰ ਆ ਇਹਨੇ ਰਿਆਸਤਾਂ ਤਬਾਹ ਵੀ ਕੀਤੀਆਂ ਔਰ ਇਹਨੇ ਬੰਨੀਆਂ ਵੀ ਹੈਗੀਆਂ, ਇਸਟੈਬਲਿਸ਼ ਵੀ ਕੀਤੀਆਂ। ਐਡਵਾਈਜ਼ਰਾਂ ਦੇ ਸਿਰ 'ਤੇ ਗੌਰਮੈਂਟਾਂ ਸਟਰੋਂਗ ਵੀ ਹੋਈਆਂ, ਐਡਵਾਈਜ਼ਰਾਂ ਦੇ ਸਿਰ 'ਤੇ ਗੌਰਮੈਂਟਾਂ ਤਬਾਹ ਵੀ ਹੋਈਆਂ ਜਾ ਕੇ। ਕਿਉਂਕਿ ਸਲਾਹ ਸਿੰਘ ਸਾਹਿਬ, ਸਲਾਹ ਵੈਸੇ ਇੱਕ ਇਹੋ ਜਿਹੀ ਚੀਜ਼ ਹੈ, ਮਰਿਓ ਬੰਦੇ ਨੂੰ ਜਿੰਦਾ ਕਰ ਦਿੰਦੀ ਹੈ ਜੇ ਸਲਾਹਕਾਰ ਇੱਦਾਂ ਦਾ ਹੋਵੇ ਜਾ ਕੇ। ਅੱਛਾ, ਉਹਦੇ ਵਿੱਚ ਤੁਸੀਂ ਦੇਖੋ ਸਾਡੇ ਜਿਹੜੀ ਹਿਸਟਰੀ ਦੇ ਵਿੱਚ ਪਹਿਲਾਂ ਜਿਹੜਾ ਗੁੱਡ ਸਲਾਹਕਾਰ ਆਉਂਦਾ ਉਹ ਚਾਣਕੀਆ ਆਉਂਦਾ ਜੀ। ਚਾਣਕੀਆ ਆਉਂਦਾ ਜੀ। ਜਿਸ ਵੇਲੇ ਅਲੈਗਜ਼ੈਂਡਰ ਦਾ ਹਮਲਾ ਹੋਇਆ 326 BC ਦੇ ਵਿੱਚ। BC ਮੇਰਾ ਖਿਆਲ ਸੁਣਨ ਵਾਲੇ ਆਪਣੇ ਸਾਰੇ ਸਮਝਦੇ ਆ ਵੀ BC ਦਾ ਮਤਲਬ ਕੀ ਹੁੰਦਾ, ਕ੍ਰਾਈਸਟ ਤੋਂ ਪਹਿਲਾਂ। ਯਾਨੀ ਜਿੰਨੇ ਹੁਣ ਸਾਲ ਜਾ ਰਹੇ ਇਹਨਾਂ 'ਚ ਉਨੇ ਜਮ੍ਹਾਂ ਕਰ ਦਿਓ, 19 ਸਾਲ ਹੋ ਗਏ। 326 BC ਦੇ ਵਿੱਚ ਸਿਕੰਦਰ ਤੋਂ ਬਾਅਦ ਇਹ ਜਿਹੜਾ ਚਾਣਕੀਆ ਨੇ ਚੰਦਰਗੁਪਤ ਮੌਰੀਏ ਦਾ ਸਲਾਹਕਾਰ ਸੀ ਜੀ।
ਚੰਦਰਗੁਪਤ ਮੌਰੀਏ ਦੇ ਨਾਲ ਇਹਨ ਸਲਾਹ ਕਰਕੇ ਜਿਹੜਾ ਮਗਧ ਦਾ ਰਾਜਾ ਨੰਦ ਸੀ ਉਹਨੂੰ ਜੜੋਂ ਉਖਾੜ ਦਿੱਤਾ ਨਹੀਂ ਜਾ ਕੇ। ਇਹਦੀ ਐਸੀ ਸਲਾਹ ਕਰ ਦਿੱਤੀ ਕਿ ਇੱਕ ਬਹੁਤ ਵੱਡਾ ਸਾਮਰਾਜ ਕਾਇਮ ਕਰਕੇ ਉਹਨੂੰ ਦੇ ਦਿੱਤਾ ਚੰਦਰਗੁਪਤ ਮੌਰੀਏ ਦੇ ਨਾਲ ਜਾ ਕੇ। ਸੋ ਇਹ ਤੋਂ ਬਾਅਦ ਫਿਰ ਚੰਦਰਗੁਪਤ ਮੌਰੀਏ ਤੋਂ ਬਾਅਦ ਇਹ BC ਦੇ ਵਿੱਚ ਆ। ਇਹ ਤੋਂ ਬਾਅਦ ਬਿੰਦੂਸਾਰ ਆਇਆ। ਬਿੰਦੂਸਾਰ ਤੋਂ ਬਾਅਦ ਫਿਰ ਇਹਦਾ ਪੁੱਤ ਆਇਆ ਅਸ਼ੋਕ। ਹੁਣ ਜਿਹੜਾ ਅਸ਼ੋਕ ਹੈ ਜੀ, ਅਸ਼ੋਕਾ ਦੇ ਉੱਤੇ ਫਿਰ ਬੁੱਧਿਜ਼ਮ ਦਾ ਅਸਰ ਆ ਗਿਆ। ਹੁਣ ਬੁੱਧਿਜ਼ਮ ਦੇ ਵਿੱਚ ਜਿਹੜਾ ਹੈਗਾ ਆ ਉਹ ਇੱਦਾਂ ਡਾਇਰੈਕਟ ਸਲਾਹ ਨਹੀਂ ਦਿੰਦੇ ਜੀ, ਉੱਥੇ ਉਹ ਡਿਸਕਸ਼ਨ ਕਰਦੇ ਆ। ਜਿਹੜਾ ਬੁੱਧ ਰਿਲੀਜਨ ਔਰ ਸਿੱਖ ਰਿਲੀਜਨ, ਇਹਨਾਂ ਦੇ ਵਿੱਚ ਇਹ ਸਿਮਿਲੈਰਿਟੀ ਹੈ ਦੋਹਾਂ ਦੇ ਵਿੱਚ, ਵੀ ਇਹ ਡਿਸਕਸ਼ਨ ਕਰਦੇ ਆ। ਕੁਝ ਕਹੀਏ ਕੁਝ ਸੁਣੀਏ ਨਾਨਕ ਇਸ ਹਿਸਾਬ ਨਾਲ। ਸੋ ਬੁੱਧਿਜ਼ਮ ਦੇ ਵਿੱਚ ਇੱਕ ਵਾਰ ਆਪਾਂ ਅੱਗੇ ਗੱਲ ਕੀਤੀ ਸੀਗੀ, ਉਹ ਬੜੀ ਮਹੱਤਵਪੂਰਨ ਗੱਲ ਹੈ, ਅੱਜ ਮੈਂ ਫੇਰ ਰਿਪੀਟ ਕਰ ਦਿੰਦਾ। ਉਹ ਜਿਸ ਵੇਲੇ ਮਹਾਰਾਜਾ ਅਸ਼ੋਕ ਨੇ ਕਲੰਗਾ ਦੀ ਲੜਾਈ ਜਿੱਤੀ, ਇਹ ਕਲੰਗਾ ਅੱਜ ਕੱਲ੍ਹ ਦੇ ਮਾਡਰਨ ਉੜੀਸਾ ਨੂੰ ਕਹਿ ਸਕਦੇ ਹੋ ਤੁਸੀਂ, ਉੜੀਸਾ ਜਾਂ ਆਂਧਰਾ ਦਾ ਨਾਰਥ ਉੜੀਸਾ। ਉਹ ਜਿੱਤਣ ਤੋਂ ਬਾਅਦ ਉਹਦੇ ਵਿੱਚ ਹਜ਼ਾਰਾਂ ਹੀ ਬੱਚੇ, ਔਰਤਾਂ, ਬੰਦੇ, ਬੁੱਢੇ, ਕਤਲੇਆਮ ਬਹੁਤ ਹੋਇਆ। ਕਤਲੇਆਮ ਹੋਣ ਤੋਂ ਬਾਅਦ ਤੇ ਮਹਾਰਾਜਾ ਅਸ਼ੋਕ ਦਾ ਜਿਹੜਾ ਦਿਲ ਸੀ ਉਹ ਬਹੁਤ ਦੁਖੀ ਹੋ ਗਿਆ ਵੀ ਮੈਂ ਬਹੁਤ ਮਾੜਾ ਕੰਮ ਕਰਤਾ, ਵੀ ਮੈਂ ਇੰਨੇ ਜੇ ਇਲਾਕਾ ਜਿੱਤ ਵੀ ਲਿਆ ਤਾਂ ਸੋ ਵੱਟ, ਪਰ ਜਿਹੜੇ ਇੰਨੇ ਬੰਦਿਆਂ ਦਾ ਕਤਲ ਹੋ ਗਿਆ ਜਾ ਕੇ। ਉਹ ਉੱਥੋਂ ਆ ਕੇ ਇੱਕ ਬੁੱਧ ਭਿਕਸ਼ੂ ਕੋ ਆਉਂਦੇ ਆ ਜੀ। ਉਹ ਬੁੱਧ ਭਿਕਸ਼ੂ ਨੂੰ ਉਹ ਕਹਿੰਦੇ ਆ ਵੀ ਮੈਂ ਡਿਸਟਰਬ ਬਹੁਤ ਹਾਂ, ਮੈਨੂੰ ਤੂੰ ਦੱਸ ਵੀ ਮੈਂ ਕੀ ਕਰਾਂ, ਵੀ ਮੇਰਾ ਮਾਰਗਦਰਸ਼ਨ ਕਰ, ਮੈਨੂੰ ਰਸਤਾ ਦਿਖਾਲ ਕੀ ਆ। ਅੱਛਾ ਜੀ। ਤੇ ਬੁੱਧ ਭਿਕਸ਼ੂ ਉਹਨੂੰ ਕਹਿੰਦੇ ਆ ਵੀ ਮੈਂ ਤੈਨੂੰ ਰਸਤਾ ਨਹੀਂ ਦਿਖਾਲ ਸਕਦਾ। ਉਹ ਕਹਿੰਦੇ ਕਿਉਂ ਨਹੀਂ ਦਿਖਾਲ ਸਕਦਾ, ਮੇਰੀ ਤਾਂ ਪੂਰਨ ਸ਼ਰਧਾ ਹੈ ਤੁਹਾਡੇ ਪ੍ਰਤੀ। ਉਹ ਕਹਿੰਦਾ ਇਸੇ ਕਰਕੇ ਨਹੀਂ ਦਿਖਾਲ ਸਕਦਾ, ਕਿਉਂਕਿ ਮੈਂ ਜੋ ਗੱਲ ਕਹਿਣੀ ਹੈ ਤੈਂ ਉਹ ਮੰਨ ਲੈਣੀ ਹੈ, ਔਰ ਉਹਦੇ ਵਿੱਚੋਂ ਸਹੀ ਗੱਲ ਇੱਦਾਂ ਨਹੀਂ ਨਿਕਲਣੀ। ਸਹੀ ਤਾਂ ਨਿਕਲਣੀ ਆ ਜਿਸ ਵੇਲੇ ਉਹ ਆਪਾਂ ਕੋਈ ਵਾਰਤਾਲਾਪ ਕਰੀਏ ਜਾ ਕੇ। ਸੋ ਉਸ ਗੱਲ ਕਰਕੇ ਉੱਥੇ ਤੱਕ ਫਿਰ ਜਿਹੜੀ ਹੈਗੀ ਆ ਬੁੱਧਿਜ਼ਮ ਨੇ ਇਹ ਡਿਸਕਸ ਕੀਤਾ, ਤੇ ਉਹਨੇ ਫਿਰ ਉਹਨੂੰ ਕੋਈ ਸਲਾਹ ਨਹੀਂ ਦਿੱਤੀ। ਉਹਨੇ ਕਿਹਾ ਵੀ ਇਹ ਤੂੰ ਉੱਥੇ ਜਾ ਜਿਹੜਾ ਤੇਰੇ ਨਾਲ ਡਿਸਕਸ ਕਰੇ। ਖੈਰ, ਇੱਥੋਂ ਆਪਾਂ ਜਿਸ ਵੇਲੇ ਅੱਗੇ ਆ ਜਾਂਦੇ ਹਾਂ ਜੀ, ਅੱਗੇ ਇਹ ਜਿਹੜਾ ਗੁਪਤ ਖਾਨਦਾਨ ਤੋਂ ਬਾਅਦ ਫਿਰ ਆਪਾਂ ਹਰਸ਼ਵਰਧਨ ਕਨਿਸ਼ਕ ਆ ਜਾਂਦਾ ਜੀ। ਕਨਿਸ਼ਕ ਤੋਂ ਬਾਅਦ ਗੁਪਤੇ ਆ ਜਾਂਦੇ ਆ, ਫਿਰ ਹਰਸ਼ ਆ ਜਾਂਦਾ ਜੀ। ਹਰਸ਼ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਆਹੇ ਜੇ ਮੁਹੰਮਦ ਤੁਗਲਕ ਦੀ ਆਪਾਂ ਗੱਲ ਕੀਤੀ ਸੀ ਉਦੋਂ, ਉਹ ਕਿਸੇ ਦੀ ਮੰਨਦਾ ਹੀ ਨਹੀਂ ਸੀ ਸਲਾਹ ਜਾ ਕੇ, ਉਹਦੇ ਬੜੇ ਸੀ ਵੀ ਉਹ ਮੰਨਦਾ ਹੀ ਨਹੀਂ ਸੀ। ਫਿਰ ਆਪਾਂ ਜਿਸ ਵੇਲੇ ਆ ਗਏ ਨਾ ਜੀ, ਫਿਰ ਆਪਾਂ ਮੁਗਲਾਂ ਦੇ ਤੌਰ 'ਤੇ ਆ ਜਾਂਦੇ ਹਾਂ। ਫਿਰ ਅਕਬਰ ਦਾ ਜਿਸ ਵੇਲੇ ਸੈਕੰਡ ਬੈਟਲ ਆਫ ਪਾਣੀਪਤ ਹੋਈ ਆ, ਉਹਦੇ ਵਿੱਚ ਬੈਰਮਖਾਓ ਦਾ ਸਲਾਹਕਾਰ ਹੋਇਆ। ਅੱਛਾ ਜੀ। ਹਾਂ, ਉਹਨ ਸਲਾਹ ਕਰਕੇ ਅਕਬਰ ਦਾ ਰਾਜ ਐਸਟੈਬਲਿਸ਼ ਕਰਵਾਉਣ ਦੇ ਵਿੱਚ ਬੈਰਮ ਖਾਨ ਦਾ ਰੋਲ। ਅਸੀਂ ਤਾਂ ਬੀਰਬਲ ਸੁਣਦੇ ਰਹੇ ਜੀ। ਇਹ ਬਾਅਦ ਦੇ ਵਿੱਚ ਸਲਾਹਕਾਰ ਫਿਰ ਅਕਬਰ ਨੇ ਰੱਖੇ। ਅੱਛਾ। ਇਹ 9 ਰਤਨ ਜਿਹਨਾਂ ਨੂੰ ਕਹਿੰਦੇ ਆ, ਇਹ ਬੀਰਬਲ ਉਹਨਾਂ ਵਿੱਚੋਂ ਬੜਾ ਮਹੱਤਵਪੂਰਨ ਸੀਗਾ ਜਾ ਕੇ। ਇਹ ਫਿਰ ਬੈਰਮ ਖਾਨ ਨੇ ਇਹਦਾ ਰਾਜ ਐਸਟੈਬਲਿਸ਼ ਕਰਵਾਤਾ, ਪਰ ਫਿਰ ਰਾਜ ਨੂੰ ਜਿਹੜੀ ਚੰਗੀ ਡਾਇਰੈਕਸ਼ਨ ਦਿੱਤੀ ਉਹ ਫਿਰ ਅਕਬਰ ਨੇ ਜਿੱਦਾਂ ਕਹਿ ਲਓ ਰੈਗੂਲਰ ਸਲਾਹਕਾਰ ਰੱਖ ਲਏ। ਜਿੱਦਾਂ ਤੁਸੀਂ ਬੀਰਬਲ ਦਾ ਵੀ ਕਿਹਾ, ਦੂਜੇ ਵੀ ਰੱਖ ਲਏ। ਉਹ 9 ਰਤਨ ਜਿਹਨਾਂ ਨੂੰ ਕਹਿੰਦੇ ਸੀ, ਉਹ ਟੋਡਰਮਲ ਹੋਇਆ, ਫੈਜ਼ੀ ਹੋਇਆ, ਅਬੁਲ ਫਜ਼ਲ ਹੋਇਆ, ਉਹ ਸਾਰੇ ਰੱਖ ਲਏ। ਅੱਛਾ, ਉਹ ਤੋਂ ਅੱਗੇ ਜਿਸ ਵੇਲੇ ਆਪਾਂ ਆ ਜਾਂਦੇ ਹਾਂ ਜੀ, ਫਿਰ ਜਹਾਂਗੀਰ ਜਿਸ ਵੇਲੇ ਆ ਜਾਂਦਾ, ਇਹ ਜਹਾਂਗੀਰ ਕੱਟਰਪੰਥ ਸੀਗਾ ਜੀ। ਜਹਾਂਗੀਰ ਦੀ ਫਿਰ ਜਿਹੜੀ ਹੈਗੀ ਆ, ਉਹਨ ਆਪਣੀ ਇੱਕ ਉਹ ਸ਼ਾਦੀ ਕਰ ਲਈ ਨੂਰ ਜਹਾਂ ਦੇ ਨਾਲ। ਨੂਰ ਜਹਾਂ ਦੇ ਕਈ ਕਹਿੰਦੇ ਉਹਦੇ ਹਸਬੈਂਡ ਨੇ ਮਰਵਾ ਕੇ ਕੀਤੀ। ਖੈਰ ਚਲੋ, ਇਹ ਨਹੀਂ ਵੇ ਨੂਰ ਜਹਾਂ ਦਾ ਫਿਰ ਜਹਾਂਗੀਰ ਤੇ ਅਸਰ ਬੜਾ ਹੋਇਆ ਜੀ। ਨੂਰ ਜਹਾਂ ਨੇ ਡਾਇਰੈਕਸ਼ਨ ਦਿੱਤੀ, ਔਰ ਇਹ ਕਿਹਾ ਜਾਂਦਾ ਵੀ ਨੂਰ ਜਹਾਂ ਨੇ ਜਹਾਂਗੀਰ ਦਾ ਜਿਹੜਾ ਕੱਟਰਵਾਦ ਸੀ ਉਹਨੂੰ ਘਟਾਇਆ। ਹੁਣ ਜਹਾਂਗੀਰ ਨੇ ਤੁਸੀਂ ਦੇਖੋ ਨਾ, 5ਵੇਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਸੀ, ਪਰ ਫਿਰ ਜਦੋਂ 6ਵੇਂ ਦੇ ਵਿੱਚ ਆਏ ਜਾ ਕੇ, 6ਵੇਂ 'ਚ ਗੁਰੂ ਹਰਗੋਬਿੰਦ ਦਾ ਉਹਨਾਂ ਦੇ ਰਿਲੇਸ਼ਨ ਬਹੁਤ ਚੰਗੇ ਸੀ, ਇਕੱਠੇ ਸ਼ਿਕਾਰ 'ਤੇ ਵੀ ਚੱਲ ਜਾਂਦੇ ਸੀ। ਉਹ ਕਹਿੰਦੇ ਨੂਰ ਜਹਾਂ ਦਾ ਅਸਰ ਸੀ, ਕਿਉਂਕਿ ਨੂਰ ਜਹਾਂ ਨੇ ਕੱਟਰਵਾਦ ਜਿਹੜਾ ਸੀਗਾ ਉਹ ਜਿਹੜਾ ਉੱਥੋਂ ਘਟਾਇਆ ਸੀ। ਔਰ ਜਿਹੜੇ ਬੰਦੀ ਛੋੜ ਵਾਲੀ ਗੱਲ ਹੈ ਉਹਦੇ 'ਤੇ ਵੀ ਨੂਰ ਜਹਾਂ ਦਾ ਅਸਰ ਕੁਛ ਇਤਿਹਾਸਕਾਰ ਮੰਨਦੇ ਆ। ਅੱਜ ਸਾਡੇ ਨਾਲ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਗੱਲਬਾਤ ਕਰ ਰਹੇ ਨੇ ਤੇ ਦੱਸ ਰਹੇ ਨੇ ਨਸੀਹਤ ਮਸ਼ਵਰਾ, ਜਿਹੜੇ ਐਡਵਾਈਜ਼ਰ ਨੇ, ਸਲਾਹਕਾਰ ਨੇ, ਤੁਹਾਡਾ ਸਲਾਹਕਾਰ ਕਿਸ ਤਰੀਕੇ ਨਾਲ ਤੁਹਾਡੀ ਵਿਚਾਰਧਾਰਾ ਬਦਲ ਸਕਦਾ ਹੈ। ਔਰ ਜਿਹੜੇ ਵਜ਼ੀਰ ਨੇ ਜਾਂ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਅੱਜ ਕੱਲ੍ਹ ਮਾਡਰਨ ਇੱਕ ਕੰਸਲਟੈਂਟ ਤੋਂ ਲੈ ਕੇ ਅਤੇ ਜਿਹੜੇ ਇਤਿਹਾਸ ਦੇ ਵਿੱਚ ਬਹੁਤ ਵੱਡੇ ਵਜ਼ੀਰ ਹੋਏ ਨੇ ਜਾਂ ਰਾਜਾ ਮਹਾਰਾਜਾ ਨੂੰ ਸਲਾਹ ਦੇਣ ਵਾਲੇ ਹੋਏ ਨੇ, ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਇਵੈਂਚੁਅਲੀ ਇਹ ਗੱਲ ਮੈਨੂੰ ਲੱਗਦਾ ਕਿ ਬੋਇਲ ਡਾਊਨ ਹੋ ਕੇ ਸਾਡੇ ਪਰਿਵਾਰਾਂ 'ਤੇ ਨਿਬੜਨੀ ਹੈ ਕਿ ਕੀ ਨਸੀਹਤ ਲੈਣੀ ਚਾਹੀਦੀ ਹੈ ਕਿਸੇ ਤੋਂ, ਪਰਿਵਾਰਕ ਮਾਮਲਿਆਂ ਦੇ ਵਿੱਚ ਕਿਤੋਂ ਨਸੀਹਤ ਲਈ ਜਾਵੇ। ਅੱਜ ਕੱਲ੍ਹ ਕੰਸਲਟੈਂਟਸ, ਕਾਉਂਸਲਰਸ ਅਤੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਅਵੇਲੇਬਲ ਨੇ, ਲੇਕਿਨ ਕਾਉਂਸਲਿੰਗ ਅਤੇ ਸਲਾਹ ਮਸ਼ਵਰਾ, ਐਡਵਾਈਸ ਜਿਹੜੀ ਆ ਉਹ ਕਿੱਥੋਂ ਲੈਣੀ ਚਾਹੀਦੀ ਆ ਅਤੇ ਕਿਹਦੀ ਨਹੀਂ ਲੈਣੀ ਚਾਹੀਦੀ,
ਇਹ ਵੀ ਇੱਕ ਗੱਲ ਬਹੁਤ ਮਹੱਤਵਪੂਰਨ ਹੈ, ਜਿਸ ਤਰ੍ਹਾਂ ਸਾਹਿਬ ਨੇ ਆਲਰੇਡੀ ਦੱਸਿਆ। ਗ੍ਰੇਟ ਬਲਾਈਂਡਸ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਹਰ ਕਿਸਮ ਦੇ ਬਲਾਈਂਡਸ ਲੈਣ ਲਈ ਤੁਸੀਂ ਗ੍ਰੇਟ ਬਲਾਈਂਡਸ ਨੂੰ ਕੰਟੈਕਟ ਕਰ ਸਕਦੇ ਹੋ। ਮੈਨੂਫੈਕਚਰਰ ਹੋਣ ਕਾਰਨ ਹੋਲਸੇਲ ਪ੍ਰਾਈਸਿਸ ਨੇ 604 503 7007 ਜਾਂ 7783222141। ਉਹਨਾਂ ਨੂੰ ਸੇਲਸ ਪਰਸਨਸ ਦੀ ਵੀ ਜ਼ਰੂਰਤ ਹੈ। ਕੈਸਕੇਡ ਬੈਥ ਐਂਡ ਲਾਈਟਿੰਗ ਵਾਲੇ ਸੂਚਨਾ ਦੇ ਰਹੇ ਨੇ ਕਿ ਕੈਸਕੇਡ ਬੈਥ ਐਂਡ ਲਾਈਟਿੰਗ ਤੋਂ ਬਿਹਤਰੀਨ ਕੁਆਲਿਟੀ, ਵੈਰਾਈਟੀ ਅਤੇ ਵਧੀਆ ਕੀਮਤਾਂ ਲੈ ਸਕਦੇ ਹੋ। ਅਤੇ ਤੁਸੀਂ ਸਰਵਿਸ ਦੀ ਉਹ ਗਾਰੰਟੀ ਕਰਦੇ ਨੇ। ਉੱਥੇ ਡਿਲੀਵਰੀ ਡਰਾਈਵਰ ਵੀ ਉਹਨਾਂ ਨੂੰ ਚਾਹੀਦੇ ਨੇ। 20667 ਲੈਂਗਲੀ ਬਾਈਪਾਸ, ਲੈਂਗਲੀ, ਚੰਨਾ ਧਨੋਆ ਜਾਂ ਸਾਹਿਬ ਪੁੱਲਰ, 604 510 9400। ਪਰ ਸਰ ਜਿਹੜੀ ਤੁਸੀਂ ਇਹ ਗੱਲ ਦੱਸੀ ਨਾ ਪਹਿਲਾਂ ਵੀ ਕਿਸੇ ਦੀ ਨਸੀਹਤ ਲੈਣ ਤੋਂ, ਇੱਕ ਵਿਅਕਤੀ ਦੀ ਨਸੀਹਤ ਲੈਣ ਤੋਂ, ਬੁੱਧ ਧਰਮ ਅਤੇ ਸਿੱਖ ਧਰਮ ਦੇ ਵਿੱਚ ਜਿਹੜੀ ਕੰਸਲਟੇਸ਼ਨ ਡਿਸਕਸ਼ਨ ਦਾ ਕੌਨਸੈਪਟ ਆ, ਉਹਦੇ ਵਿੱਚ ਗੁਰਮਤਾ ਇੱਕ ਤੁਸੀਂ ਬਤਾ ਵੀ ਸਿੰਘਾਂ ਨੇ ਫਿਰ ਬੈਠ ਕੇ ਗੁਰਮਤਾ ਕਰ ਲਿਆ। ਤੁਸੀਂ ਆਮ ਆਪਣੀ ਹਿਸਟਰੀ ਦੇ ਵਿੱਚ ਪੜ੍ਹਾਉਂਦੇ ਰਹੇ ਹੋ। ਉਹ ਗੁਰਮਤਾ ਮੇਰਾ ਖਿਆਲ ਆ ਉਹ ਇੱਕ ਵਿਅਕਤੀ ਦੀ ਐਡਵਾਈਸ ਦੀ ਬਜਾਏ ਇੱਕ ਗਰੁੱਪ ਦੀ ਡਿਸਕਸ਼ਨ ਆ। ਫਿਰ ਜਿਹੜਾ ਉਹਦੇ 'ਚੋਂ ਨਤੀਜਾ ਨਿਕਲਣਾ, ਫਿਰ ਉਹਦੇ 'ਤੇ ਜਕਾਰੇ ਛੱਡ ਦੇਣੇ। ਥਿੰਨ ਸਾਹਿਬ, ਇਹ ਤੁਸੀਂ ਮੈਨੂੰ ਥੋੜ੍ਹੇ ਜਿਹੇ ਪਹਿਲਾਂ ਮੁਕੰਮਲ ਕਰ ਲੈਂਦੇ ਹੋ ਇਹ ਬਾਸ਼। ਇਹ ਜਿਸ ਵੇਲੇ ਫਿਰ ਆਪਾਂ ਗੱਲ ਛੱਡੀ ਸੀ ਜਾ ਕੇ ਮੁਗਲ ਰਾਜ ਦੇ ਤਕਰੀਬਨ ਔਰੰਗਜ਼ੇਬ ਤੱਕ ਆ ਗਿਆ ਸੀ। ਨੂਰਾਂ ਦੀ ਗੱਲ ਹਾਂ, ਆਪਣੇ ਨੂਰਜਹਾਂ ਦੀ ਸੀ। ਨੂਰਜਹਾਂ ਤੋਂ ਬਾਅਦ ਫਿਰ ਜਿਹੜੇ ਹੈਗੇ ਬਾਹਰ ਮਹੱਤਵਪੂਰਨ ਕੰਮ ਚੱਲਦਾ ਰਿਹਾ। ਔਰੰਗਜ਼ੇਬ ਨੇ ਬਹੁਤੀ ਆਪਣੀ ਮਰਜ਼ੀ ਕੀਤੀ ਆ, ਉਹਦਾ ਨਹੀਂ ਹੋਇਆ। ਉਹ ਤੋਂ ਬਾਅਦ ਫਿਰ ਮੁਗਲ ਸਾਮਰਾਜ ਡਿੱਗਣ ਲੱਗ ਪਿਆ ਜੀ। ਮੁਗਲ ਸਾਮਰਾਜ ਡਿੱਗਦਾ ਰਿਹਾ ਅਤੇ ਮੁਗਲ ਸਾਮਰਾਜ ਵਿੱਚ ਇੱਕ ਹੋਰ ਮਹੱਤਵਪੂਰਨ ਸਾਡੇ ਸਬਜੈਕਟ ਨਾਲ ਜਿਹੜੀ ਤਲਕ ਰੱਖਦੀ ਗੱਲ, ਉਹ ਹੈਗੀ ਆ ਮੁਹੰਮਦ ਸ਼ਾਹ ਰੰਗੀਲੇ ਦੀ। ਮੁਹੰਮਦ ਸ਼ਾਹ ਰੰਗੀਲਾ 1719 ਤੋਂ ਆਇਆ ਅਤੇ ਉਹ 1748 ਤੱਕ ਚੱਲਿਆ। ਲੰਮਾ ਸਮਾਂ ਉਹਨੂੰ ਰਾਜ ਕੀਤਾ। ਰਾਜ ਰੂਜ ਕੁਛ ਨਹੀਂ ਕੀਤਾ ਉਦੋਂ, ਯਾਨੀ ਡਿੱਗਦਾ ਗਿਆ। ਉਹ ਕਹਿੰਦਾ ਡਿੱਗੀ ਜਾਵੇ। ਵਿੱਚੇ ਨਾਦਰ ਸ਼ਾਹ ਦਾ ਹਮਲਾ ਹੋਇਆ। ਇਹਦੇ ਵਿੱਚ ਜਿਹੜੀ ਮਹੱਤਵਪੂਰਨ ਗੱਲ ਮੈਂ ਦੱਸਣੀ ਚਾਹੁੰਦਾ, ਉਹ ਹੈਗੀ ਆ ਜੀ ਕੋਕੀ ਬੇਗਮ ਦੀ। ਜਿਹੜੀ ਕੋਕੀ ਬੇਗਮ ਸੀ ਜੀ, ਕੋਕੀ ਬੇਗਮ, ਕੋਕੀ ਅਸਲ ਦੇ ਵਿੱਚ ਇੱਕ ਫਕੀਰ ਦੀ ਲੜਕੀ ਸੀ ਜੀ। ਫਕੀਰ ਨਹੀਂ ਸੀ ਕਹਿ ਲਓ, ਖੂਬਸੂਰਤ ਬਹੁਤ ਸੀ ਜੀ ਕਹਿੰਦੇ। ਉਹ ਆਪਣੇ ਸਮੇਂ ਦੀ ਬੇਹੱਦ ਖੂਬਸੂਰਤ ਲੜਕੀ ਸੀ ਕਹਿੰਦੇ। ਉਹ ਮੁਹੰਮਦ ਸ਼ਾਹ ਰੰਗੀਲੇ ਨੂੰ ਲੱਗਾ ਪਤਾ ਜੀ। ਮੁਹੰਮਦ ਸ਼ਾਹ ਰੰਗੀਲੇ ਨੇ ਉਹਦੇ ਨਾਲ ਸ਼ਾਦੀ ਕਰ ਲਈ ਜੀ। ਉਹ ਮੁਹੰਮਦ ਸ਼ਾਹ ਰੰਗੀਲੇ ਨੇ ਜਦ ਸ਼ਾਦੀ ਕੀਤੀ ਤਾਂ ਉਹ ਕੋਕੀ ਬੇਗਮ ਦਾ ਇੰਨਾ ਉਹਦੇ 'ਤੇ ਅਸਰ ਹੋਇਆ ਕਿ ਉਹਨੂੰ ਸਭ ਕੁਛ ਉੱਤੇ ਛੱਡ ਦਿੱਤਾ। ਅੱਛਾ। ਕੋਕੀ ਬੇਗਮ ਫਿਰ ਆਪਣੇ ਜਾ ਕੇ, ਉਮਰ ਵੀ ਉਹਦੀ ਥੋੜ੍ਹੀ ਸੀ, ਆਪਣੇ ਦਸਤਖਤਾਂ ਦੇ ਨਾਲ ਸ਼ਾਹੀ ਫਰਮਾਨ ਸ਼ਾਇਆ ਕਰਨ ਲੱਗ ਪਈ ਉਹ ਕੋਕੀ ਬੇਗਮ। ਅੱਛਾ, ਕੋਕੀ ਬੇਗਮ ਦਾ ਇੰਨਾ ਹੋਇਆ ਵੀ ਉਹਨੇ ਜਾਣੀ ਮੁਗਲ ਸਾਮਰਾਜ ਨੂੰ ਹੋਰ ਗਰਾਊਂਡ ਦੇ ਵਿੱਚ ਉਹਦਾ ਵੀ ਰੋਲ ਹੈ, ਜਿੱਥੇ ਤੱਕ ਉਹ ਸਲਾਹਕਾਰ ਸੀਗੀ। ਪਰ ਉੱਦਾਂ ਦੱਸਦੇ ਇੱਦਾਂ ਹੈ ਜੀ ਭਈ ਉਹ ਕੋਕੀ ਬੇਗਮ ਜਿਹੜੀ, ਮੈਂ ਹੁਣ ਉੱਦਾਂ ਦੱਸਦਾ, ਬਹੁਤਾ ਇਹਨਾਂ ਤਾਂ ਲੱਗਦਾ ਹੈ ਨਹੀਂ, ਉਹ ਖੂਬਸੂਰਤ ਕਹਿੰਦੇ ਇੰਨੀ ਸੀ ਨਾ ਜੀ, ਫਿਰ ਦਿੱਲੀ ਦੇ ਵਿੱਚ ਖਾ ਪੈਂਦਾ ਆਪਣੀਆਂ ਬੀਵੀਆਂ ਨੂੰ, ਫਿਰ ਕੋਕੀ ਬੇਗਮ ਕਹਿਣ ਲੱਗ ਪਏ ਸੀ ਜਾ ਕੇ, ਮੇਰੀ ਕੋਕੀ ਬੇਗਮ, ਕੋਕੀ ਬੇਗਮ। ਚਲੋ ਐਨੀਵੇ, ਸਾਡਾ ਇਹਨਾਂ ਬਹੁਤਾ ਨਹੀਂ ਤਾਂ ਲਿਖਿਆ ਜਾ ਕੇ। ਫਿਰ ਅੱਗੇ ਆ ਗਏ, ਅੱਗੇ ਹੁਣ ਜਿਹੜਾ ਮੈਂ ਜ਼ਿਆਦਾ ਇੱਥੋਂ ਇੱਕਦਮ ਆਪਾਂ ਜੰਪ ਮਾਰ ਕੇ ਸਿੱਖ ਇਸ 'ਤੇ ਆ ਜਾਂਦੇ ਹਾਂ ਵੀ ਸਿੱਖ ਰਾਜ ਦਾ ਪਤਨ ਕਿੱਦਾਂ ਕੀਤਾ ਸਲਾਹਕਾਰਾਂ ਨੇ। ਸਲਾਹਕਾਰ ਚੰਗੇ ਵੀ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਡੈਥ ਹੁੰਦੀ ਹੈ ਜੀ, ਉਹ ਹੁੰਦੀ ਆ 1839 ਦੇ ਵਿੱਚ। ਜਦੋਂ ਉਹਨਾਂ ਦੀ ਡੈਥ ਹੁੰਦੀ ਹੈ 1839 ਦੇ ਵਿੱਚ, ਅਤੇ ਉਸ ਵੇਲੇ ਉਹਨਾਂ ਦੀ ਉਹ ਬੋਲ ਨਹੀਂ ਸੀ ਸਕਦੇ। ਉਸ ਵੇਲੇ ਉਹਨਾਂ ਨੂੰ ਪਹਿਲਾ ਜਿਹੜਾ ਅਟੈਕ ਸੀਗਾ ਜਾ ਕੇ, ਉਹ ਪਹਿਲਾ ਅਟੈਕ ਉਹਨਾਂ ਨੂੰ 1830 ਵਿੱਚ ਹੋ ਗਿਆ ਸੀ, ਜਿਹੜਾ ਕਿ ਉਹਨਾਂ ਦੀ ਲੱਤ 'ਤੇ, ਉਹਦਾ ਖੱਬੀ ਲੱਤ 'ਤੇ ਅਸਰ ਹੋਇਆ। ਦੂਜਾ ਉਹਨਾਂ ਨੂੰ ਜਾ ਕੇ 1835 ਵਿੱਚ ਹੋਇਆ, ਉਹਨਾਂ ਦੇ ਚਿਹਰੇ ਦੇ ਉੱਤੇ ਅਸਰ ਪਿਆ ਉਹਦਾ। ਫਿਰ ਹੋਇਆ ਜੀ 1839 ਵਿੱਚ, ਫਿਰ ਉਹਨਾਂ ਦੀ ਜ਼ੁਬਾਨ ਬੰਦ ਹੋ ਗਈ ਜੀ। ਜਿਸ ਵੇਲੇ ਉਹਨਾਂ ਦੀ ਡੈਥ ਹੋਈ ਆ, ਉਸ ਵੇਲੇ ਉਹ ਬੋਲ ਨਹੀਂ ਸੀ ਸਕਦੇ ਜੀ, ਦੱਸ ਨਹੀਂ ਸਕਦੇ ਕਿਸੇ ਨੂੰ। ਉਸ ਵੇਲੇ ਜਿਸ ਵੇਲੇ ਡੈਥ ਹੋਣ ਦੇ ਵੇਲੇ ਉਹਨੇ ਧਿਆਨ ਸਿੰਘ ਉਹਨਾਂ ਦੇ ਕੋਲ ਸੀ। ਧਿਆਨ ਸਿੰਘ ਮੁੱਖ ਸਲਾਹਕਾਰ ਸੀ ਉਸ ਵੇਲੇ। ਧਿਆਨ ਸਿੰਘ ਜਿਹੜਾ ਸੀ, ਧਿਆਨ ਸਿੰਘ ਇਹ ਸਮਝਦਾ ਸੀ। ਧਿਆਨ ਸਿੰਘ ਨੇ ਇਹ ਗੱਲ ਕਹੀ ਵੀ ਮਹਾਰਾਜਾ ਸਾਹਿਬ ਦੇ ਜਿਹੜੇ ਇਸ਼ਾਰੇ ਆ ਉਹ ਮੈਂ ਸਮਝਦਾ, ਮੈਨੂੰ ਪਤਾ ਹੈ ਕੀ ਕਹਿਣਾ ਚਾਹੁੰਦੇ ਆ। ਅਤੇ ਉਸ ਵੇਲੇ ਫਿਰ ਉਹ ਦੱਸ ਦਿੰਦੇ ਸੀ ਵੀ ਮਹਾਰਾਜਾ ਸਾਹਿਬ ਆਹ ਕਰਨਾ ਚਾਹੁੰਦੇ, ਆਹ ਚਾਹੁੰਦੇ ਆ ਜਾ ਕੇ। ਪਰ ਉਹ ਕਰਦਾ ਸੀ ਆਪਣੀ ਮਰਜ਼ੀ। ਉਹ ਜਿੱਦਾਂ ਕਹਿ ਲਓ ਬੈਡ ਐਡਵਾਈਜ਼ਰ ਸੀ। ਧਿਆਨ ਸਿੰਘ ਡੋਗਰਾ, ਇੱਕ ਧਿਆਨ ਸਿੰਘ ਡੋਗਰਾ। ਇਹ ਧਿਆਨ ਸਿੰਘ ਡੋਗਰਾ ਤਿੰਨ ਭਰਾ ਸੀ, ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ, ਸੁਚੇਤ ਸਿੰਘ ਡੋਗਰਾ। ਇਹ ਜਿਸ ਵੇਲੇ ਹੋਇਆ, ਹੁਣ ਮਹਾਰਾਜੇ ਦੀ ਜਿਹੜੀ ਸ਼ਾਦੀ ਹੁੰਦੀ ਆ ਆਪਣੇ ਰਾਣੀ ਜਿੰਦਾਂ ਨਾਲ, ਇਹ 1835 ਦੇ ਵਿੱਚ ਹੁੰਦੀ ਹੈ ਜੀ। ਅਤੇ ਆਪਣੇ ਉਮਰ ਦਾ ਕਾਫੀ ਫਰਕ ਸੀ। ਉਮਰ ਦਾ ਫਰਕ ਸੀ ਕਿ ਇਹਦਾ ਜਨਮ ਹੈਗਾ ਰਾਣੀ ਜਿੰਦਾਂ ਦਾ 1817 ਦੇ ਵਿੱਚ, 18 ਸਾਲ ਦੀ ਸੀ। 18 ਸਾਲ ਦੀ ਸੀ।
ਤੇ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੁੰਦਾ 38 ਦੇ ਵਿੱਚ। ਜਿਸ ਵੇਲੇ ਮਹਾਰਾਜੇ ਦਾ ਉਹ ਡੈਥ ਹੋਣ ਲੱਗੀ ਤਾਂ ਉਸ ਵੇਲੇ, ਹੁਣ ਵੀ ਮੈਨੂੰ ਪਤਾ ਨਹੀਂ ਸ਼ਾਇਦ ਹੋਵੇ, ਉਸ ਵੇਲੇ ਰਿਵਾਜ ਸੀ ਵੀ ਉਸ ਜਿਹਦੀ ਡੈਥ ਹੋਣ ਲੱਗਦੀ ਹੁੰਦੀ ਉਹਨੂੰ ਉੱਥੋਂ ਮੰਜੇ ਤੋਂ ਲਾ ਕੇ ਹੇਠਾਂ ਫਰਸ਼ ਤੇ ਪਾ ਦਿੰਦੇ ਸੀ ਉਹਨੂੰ। ਤੇ ਮਹਾਰਾਜਾ ਸਾਹਿਬ ਨੂੰ ਕਹਿੰਦੇ ਕਈ ਵਾਰ ਇੱਦਾਂ ਕਰਨਾ ਪਿਆ, ਫਿਰ ਉਹਨਾਂ 'ਚ ਇੱਛਾ ਜਾਗ ਪੈਂਦੀ ਸੀ, ਉਹ ਠੀਕ ਹੋ ਜਾਂਦੇ ਸੀ ਜਾ ਕੇ ਜੀ। ਇੱਦਾਂ ਉਹਨਾਂ ਦਾ ਹੋਇਆ। ਚਲੋ ਆਖਰੀ ਦੌਰ ਦੇ ਉੱਤੇ ਜਿਸ ਹੋਇਆ ਤੇ ਇਹਨੇ ਪਹਿਲਾਂ ਜਿਸ ਵੇਲੇ ਜੀਂਦੇ ਸੀਗੇ ਜੀ, ਤੇ ਇਹ ਧਿਆਨ ਸਿੰਘ ਨੇ ਕਿਹਾ, ਮਿਸਰ ਬੇਲੀ ਰਾਮ ਜਿਹੜਾ ਸੀ ਤੋਸ਼ੇਖਾਨੇ ਦਾ ਇੰਚਾਰਜ ਸੀ। ਤੋਸ਼ੇਖਾਨੇ ਜਿਹਦੇ ਵਿੱਚ ਸਾਰੇ ਹੀਰੇ ਜਵਾਹਰਾਤ ਸਭ ਕੁਝ ਪਿਆ ਹੁੰਦਾ ਸੀ, ਉੱਤੇ ਸੀ। ਉਹ ਧਿਆਨ ਸਿੰਘ ਨੇ ਬੇਲੀ ਰਾਮ ਨੂੰ ਕਿਹਾ ਵੀ ਮਹਾਰਾਜਾ ਸਾਹਿਬ ਇਹ ਕਹਿੰਦੇ ਆ ਵੀ ਜਿਹੜਾ ਕੋਹੇ-ਨੂਰ ਆ ਉਹ ਵੀ ਦਾਨ ਕਰ ਦਿਓ, ਇਸ਼ਾਰਿਆਂ ਦੇ ਉਹ ਦਾਨ ਕਰ ਦਿਓ। ਔਰ ਦਾਨ ਵੀ ਇੱਦਾਂ ਉਹ ਨਹੀਂ ਕਹਿੰਦਾ ਜਿੱਦਾਂ ਜਗਨਨਾਥਪੁਰੀ ਦਾ ਜਿਹੜਾ ਟੈਂਪਲ ਆ ਵੀ ਉਹਨੂੰ ਦੇ ਦਿਓ ਮੇਰੀ ਸਿਹਤ ਲਈ। ਬੇਲੀ ਰਾਮ ਨੇ ਉੱਥੇ ਰਿਫਿਊਜ਼ ਕਰਤਾ ਜੀ। ਬੇਲੀ ਰਾਮ ਨੇ ਕਿਹਾ ਵੀ ਆਲਰੇਡੀ ਬ੍ਰਾਹਮਣਾਂ ਨੂੰ 21 ਲੱਖ ਰੁਪਈਆ ਦਾਨ ਕਰ ਚੁੱਕੇ ਹਾਂ ਅਸੀਂ ਹੋਰ ਨਹੀਂ ਇਹ ਕੋਹੇ-ਨੂਰ ਹੀਰਾ ਮਹਾਰਾਜੇ ਦੇ ਵਾਰਸਾਂ ਦੇ ਕੋਲੇ ਰਹਿਣਾ ਚਾਹੁੰਦਾ, ਮੈਂ ਨਹੀਂ ਇਹ ਦੇਣਾ। ਅੱਛਾ, ਉਹ ਜਵਾਬ ਦੇ ਗਏ, ਜਿਹਦੀ ਕਿ ਉਹਨੂੰ ਬਾਅਦ 'ਚ ਬੜੀ ਕੀਮਤ ਅਦਾ ਕਰਨੀ ਪਈ, ਜਾ ਕੇ ਜੇਲ੍ਹ ਵਿੱਚ ਸਿੱਟਿਆ ਨਹੀਂ ਬਾਅਦ 'ਚ ਉਹਨੂੰ ਜਾ ਕੇ। ਬੇਲੀ ਰਾਮ ਨੇ ਉਹ ਦਿੱਤਾ ਨਹੀਂ ਕੋਹੇ-ਨੂਰ ਹੀਰਾ। ਮਹਾਰਾਜਾ ਸਾਹਿਬ ਦੀ ਜਿਸ ਵੇਲੇ ਡੈਥ ਹੋਈ ਤਾਂ ਉਹ ਉਸ ਵੇਲੇ ਇਹਨੇ ਧਿਆਨ ਸਿੰਘ ਨੇ ਇੱਕ ਹੱਥ ਉਹਨਾਂ ਦਾ ਫੜ ਕੇ ਜਿਹੜਾ ਖੜਕ ਸਿੰਘ ਨੂੰ ਫੜਾਤਾ ਜੀ, ਤਾਂ ਇੱਕ ਖੜਕ ਸਿੰਘ ਦਾ ਫੜ ਕੇ ਆਪਣੇ ਫੜਾਤਾ ਵੀ ਮਹਾਰਾਜਾ ਸਾਹਿਬ ਕਹਿੰਦੇ ਆ ਵੀ ਤੈਂ ਹੁਣ ਇਹਦਾ ਖਿਆਲ ਰੱਖਣਾ। ਹੁਣ ਇੱਥੇ ਇਹ ਆ ਵੀ ਧਿਆਨ ਸਿੰਘ ਦੇ ਇੰਟਰਸਟ ਸਰਵ ਕਰਦਾ ਸੀਗਾ ਜੀ ਪ੍ਰਿੰਸ ਖੜਕ ਸਿੰਘ ਜੇ ਬਾਦਸ਼ਾਹ ਬਣਦਾ। ਪ੍ਰਿੰਸ ਖੜਕ ਸਿੰਘ ਜਿਹੜੇ ਸੀਗੇ, ਪ੍ਰਿੰਸ ਖੜਕ ਸਿੰਘ ਮਹਾਰਾਜ ਦੇ ਸਭ ਤੋਂ ਵੱਡੇ ਬੇਟੇ ਸੀ, ਪਰ ਉਹ ਪਹਿਲੀ ਬੇਗਮ ਚੋਂ ਨਹੀਂ ਹੈ, ਪਹਿਲੀ ਨਕਈ ਪ੍ਰਿੰਸਸ ਚੋਂ ਸੀਗੇ। ਉਹ ਪਹਿਲਾਂ ਮਹਾਰਾਜੇ ਨੇ 1816 ਦੇ ਵਿੱਚ ਉਹਨੂੰ ਵਲੀ ਇਹ ਡਿਕਲੇਅਰ ਕਰਤਾ ਸੀ, ਪਰ ਉਹ ਕਾਬਲ ਨਹੀਂ ਹੈ ਜੀ। ਉਹ ਜਿਹੜੇ ਹੈਗੇ, ਇੱਕ ਤਾਂ ਜਿਹੜੇ ਹੈਗੇ ਆ ਉਹ ਫੀਮ ਖਾਂਦੇ ਸੀ। ਚਲੋ ਫੀਮ ਖਾਂਦੇ ਕਹਿੰਦੇ ਉਹਨਾਂ ਦਿਨਾਂ ਵਿੱਚ ਬਹੁਤਾ ਕੋਈ ਨੂੰ ਸਮਝਿਆ ਨਹੀਂ ਜਾਂਦਾ, ਖਾਂਦੇ ਸੀਗੇ ਫੀਮ, ਮਹਾਰਾਜਾ ਸਾਹਿਬ ਆਪ ਵੀ ਖਾਂਦੇ ਸੀ। ਤੇ ਦੂਜਾ ਉਹ ਢਿੱਲੇ ਸੀ, ਜਿੱਦਾਂ ਕਹਿ ਲਓ ਜਾ ਕੇ ਉੱਦਾਂ ਕਹਿੰਦੇ ਆ, ਥੋੜ੍ਹਾ ਜਿਹਾ ਧਾਰਮਿਕ ਬੈਂਟ ਆਫ ਮਾਈਂਡ ਸੀਗੇ, ਪਰ ਤਿੱਖਾ ਨਸੀਬ ਬੰਦਾ ਹੋਤਾ। ਇਹ ਜਿਹੜਾ ਸੀ ਧਿਆਨ ਸਿੰਘ ਨੇ ਸੋਚਿਆ ਵੀ ਇਹਨੂੰ ਕਾਬੂ ਕਰਨਾ ਮੇਰੇ ਲਈ ਸੌਖਾ ਆ, ਜੇ ਰਾਜ ਪਾਟ ਕਰਨਾ ਹੈ ਤਾਂ ਇਹ ਖੜਕ ਸਿੰਘ ਰਹੇ। ਤਾਂ ਦੂਜੇ ਪਾਸੇ ਜਿਹੜੇ ਦੋ ਤਕੜੇ ਅਹੁਦੇਦਾਰ ਸੀਗੇ ਉਹ ਸੀਗੇ ਪ੍ਰਿੰਸ ਸ਼ੇਰ ਸਿੰਘ ਸੀਗੇ, ਜਾਂ ਫਿਰ ਇਹਨਾਂ ਦਾ ਬੇਟਾ ਪ੍ਰਿੰਸ ਨੌਨਿਹਾਲ ਸਿੰਘ ਸੀਗਾ। ਨੌਨਿਹਾਲ ਸਿੰਘ ਉਸ ਵੇਲੇ ਉੱਥੇ ਹੈ ਨਾ ਸੀ ਜੀ। ਨੌਨਿਹਾਲ ਸਿੰਘ ਉਸ ਵੇਲੇ ਕਾਬਲ ਵੱਲ ਨੂੰ ਗਿਆ ਸੀ। ਇੱਕ ਇਹਨਾਂ ਦੀ ਹੁਣ ਚਲੋ ਮੈਨੂੰ ਵਿਸਥਾਰ 'ਚ ਜਾ ਲੈਣ ਤੇ ਜਾ ਹੋਈ ਜਾਂਦਾ ਜੀ। ਇੱਕ ਇਹਨਾਂ ਦੀ ਟ੍ਰੀਟੀ ਹੋਈ ਸੀ ਅੰਗਰੇਜ਼ਾਂ ਨਾਲ, ਤੇ ਟ੍ਰੀਪਾਰਟਾਈਟ ਟ੍ਰੀਟੀ, ਉਹਦੇ ਬਦਲੇ ਵਿੱਚ ਇਨੀ ਅੰਗਰੇਜ਼ਾਂ ਦੀ ਮਦਦ ਕਰਨੀ ਸੀ ਸ਼ਾਹ ਨੂੰ ਕਾਬਲ ਦੇ ਤਖਤ 'ਤੇ ਬਿਠਾ ਲੈਣ ਦੇ। ਉੱਧਰ ਗਏ ਸੀ। ਅੱਛਾ, ਉਹ ਜਿਸ ਵੇਲੇ ਉਹਨੂੰ ਪਤਾ ਲੱਗਾ ਜੀ, ਤੇ ਉਹਨੇ ਉੱਥੋਂ ਮੈਸੇਜ ਭੇਜਿਆ ਜਾ ਕੇ ਵੀ ਇਹਨਾਂ ਦੀ ਜਿਹੜੀ ਰਸਮ ਆ ਆਪਣੇ ਦੀ ਬਾਦਸ਼ਾਹ ਦੇਣ ਦੀ, ਜਾ ਕੇ ਤਾਜਪੋਸ਼ੀ ਦੀ, ਉਹ ਮੇਰੇ ਆਏ 'ਤੇ ਕੀਤੀ ਜਾਵੇ। ਖੈਰ ਚਲੋ ਬਾਦਸ਼ਾਹ ਉਹਨੂੰ ਬਣਾਤਾ, ਜਾ ਕੇ ਬਾਦਸ਼ਾਹ ਬਣਾਤਾ ਜਿਸ ਵੇਲੇ, ਤਾਂ ਉਸ ਵੇਲੇ ਉਹ ਫਿਰ ਇਹ ਗੱਲ ਹੈਗੀ ਜੂਨ ਦੀ, ਜੂਨ 1839 ਦੀ। ਉਹ ਉੱਥੋਂ ਤੁਰ ਪਏ ਤੇ ਇਹ ਫਿਕਸ ਹੋਇਆ ਜਾ ਕੇ ਵੀ ਅਕਤੂਬਰ ਦੇ ਵਿੱਚ ਤਾਜਪੋਸ਼ੀ ਦੀ ਰਸਮ ਕੀਤੀ ਜਾਵੇ। ਵੈਸੇ ਬਾਦਸ਼ਾਹ ਡਿਕਲੇਅਰ ਹੋ ਗਏ ਜਾ ਕੇ, ਪਰ ਉਹ ਫਿਰ ਵੀ ਉਹਦੇ ਆਉਣ ਤੋਂ 9 ਦਿਨ ਪਹਿਲਾਂ ਉਹਦੀ ਤਾਜਪੋਸ਼ੀ ਦੀ ਰਸਮ ਕਰ ਦਿੱਤੀ, ਸਤੰਬਰ ਦੇ ਵਿੱਚ ਹੀ। ਜਿਸ ਵੇਲੇ ਉਹ ਆ ਗਿਆ ਜੀ, ਆ ਗਿਆ, ਹੁਣ ਇਹ ਬਾਦਸ਼ਾਹ ਬਣ ਗਿਆ ਜੀ। ਹੁਣ ਅਸਲ ਕਹਾਣੀ ਹੁਣ ਸ਼ੁਰੂ ਹੁੰਦੀ ਹੈ ਜੀ। ਉਹ ਜਿਹੜੇ ਖੜਕ ਸਿੰਘ ਸੀਗਾ, ਖੜਕ ਸਿੰਘ ਦਾ ਮੁੱਖ ਐਡਵਾਈਜ਼ਰ ਸੀਗਾ ਚੇਤ ਸਿੰਘ ਬਾਜਵਾ। ਚੇਤ ਸਿੰਘ ਬਾਜਵਾ ਜਿਹੜਾ ਸੀਗਾ, ਇਹ ਧਿਆਨ ਸਿੰਘ ਨੇ ਉਹਨਾਂ ਦੇ ਨਾਲ ਖਟਾਪੱਟੀ ਸੀ ਜੀ। ਚੇਤ ਸਿੰਘ ਬਾਜਵੇ ਦੇ ਇਹਨਾਂ ਦੇ ਮਨ ਦੇ ਵਿੱਚ ਇਹ ਸੀ ਵੀ ਜੇ ਚੇਤ ਸਿੰਘ ਬਾਜਵਾ ਇਹਦਾ ਐਡਵਾਈਜ਼ਰ ਰਿਹਾ ਤਾਂ ਇਹ ਸਾਡੇ ਕਾਬੂ ਨਹੀਂ ਰਹਿਣਾ। ਚੇਤ ਸਿੰਘ ਦੇ ਵਿੱਚ ਸੀ ਵੀ ਜੇ ਧਿਆਨ ਸਿੰਘ ਰਿਹਾ ਤਾਂ ਕਾਬੂ ਨਹੀਂ ਰਹਿਣਾ। ਉੱਥੋਂ ਇਹ ਚੇਤ ਸਿੰਘ ਨੇ ਇਹ ਡਿਕਲੇਅਰ ਕਰ ਦਿੱਤਾ ਉੱਥੇ ਲੋਕਾਂ ਦੇ ਵਿੱਚ, ਸਾਰਿਆਂ ਦੇ ਵਿੱਚ ਹੀ, ਵੀ ਇਹ ਜਿਹੜੇ ਡੋਗਰੇ ਹੈਗੇ ਆ, ਡੋਗਰੇ ਆਪ ਕਬਜ਼ਾ ਕਰਕੇ ਬਾਦਸ਼ਾਹ ਆਪਣੇ ਕੋਲ ਲੈਣੀ ਚਾਹੁੰਦੇ ਆ, ਮਹਾਰਾਜ ਦੇ ਪਰਿਵਾਰ 'ਚੋਂ ਨਹੀਂ ਕੱਢਣੀ ਆ। ਉੱਧਰੋਂ ਜਿਹੜਾ ਧਿਆਨ ਸਿੰਘ ਸੀ, ਧਿਆਨ ਸਿੰਘ ਨੇ ਕਿਹਾ ਵੀ ਇਹ ਅੰਗਰੇਜ਼ਾਂ ਦੇ ਨਾਲ ਸਾਜ਼ਬਾਜ਼ ਕਰ ਰਿਹਾ ਚੇਤ ਸਿੰਘ, ਔਰ ਇਹਨ ਅੰਗਰੇਜ਼ਾਂ ਨਾਲ ਇਹ ਗੱਲ ਕਰ ਲਈ ਆ ਵੀ ਤੁਸੀਂ ਆ ਕੇ ਸਾਨੂੰ ਪ੍ਰੋਟੈਕਸ਼ਨ ਦੇ ਦਿਓ, ਜਿੱਦਾਂ ਪਟਿਆਲੇ ਵਾਲੇ ਦੇ ਰਾਜੇ ਹੈਗੇ ਆ, ਅਸੀਂ ਤੁਹਾਨੂੰ ਰੁਪਈਏ ਦੇ ਵਿੱਚੋਂ 6 ਆਨੇ ਦਿਆ ਕਰਾਂਗੇ। ਅੱਛਾ, ਇੱਦਾਂ ਦੀ ਆਫਰ ਪਹਿਲਾਂ ਇੱਕ ਵਾਰ ਸਦਾ ਕੌਰ ਨੇ ਵੀ ਕੀਤੀ ਸੀ। ਉਹ ਤਾਂ ਲੋਕਾਂ ਨੂੰ ਯਕੀਨ ਆਇਆ ਵੀ ਹੋਣੀ ਆ ਗੱਲ, ਜਿਹੜੀ ਇੱਦਾਂ ਦੀ ਗੱਲ ਕਰਦੇ। ਅੱਛਾ, ਇਹ ਚੇਤ ਸਿੰਘ ਇਹਦਾ ਇੱਦਾਂ ਦਾ ਐਡਵਾਈਜ਼ਰ ਸੀਗਾ ਮਹਾਰਾਜਾ ਖੜਕ ਸਿੰਘ ਦਾ, ਭਈ ਉਹ ਰਿਸ਼ਤੇਦਾਰ ਵੀ ਸੀ ਥੋੜ੍ਹੀ ਜਿਹੀ, ਅਤੇ ਉਹ ਇੱਕੋ ਹੀ ਮਹੱਲ ਦੇ ਵਿੱਚ ਸੌਂਦੇ ਸੀ ਜੀ, ਇਕੱਠੇ ਹੀ ਰਹਿੰਦੇ ਸੀ। ਜੋ ਕਹਿੰਦੇ ਸੀ ਉਹ ਕਰਦਾ ਸੀ ਚੇਤ ਸਿੰਘ, ਰਾਜੇ ਖੜਕ ਸਿੰਘ। ਅੱਛਾ, ਉਹ ਰਾਜੇ ਖੜਕ, ਇਹ ਜਿਹੜਾ ਚੇਤ ਸਿੰਘ ਬਾਜਵਾ ਸੀਗਾ,
ਚੇਤ ਸਿੰਘ ਬਾਜਵਾ ਇਹ ਜਿਹੜੀ ਗੱਲ ਮੈਂ ਕਰ ਰਿਹਾ ਅਕਤੂਬਰ 1839 ਦੀ ਗੱਲ ਕਰ ਰਿਹਾ, ਮਹਾਰਾਜ ਦੇ ਮਰਨ ਤੋਂ ਥੋੜ੍ਹੇ ਦੇ ਮਹੀਨੇ ਬਾਅਦ ਦੀ ਗੱਲ ਜਾ ਕੇ। ਉੱਥੋਂ ਜਾ ਕੇ ਉਹਨੇ ਇੱਕ ਦਿਨ ਭਰੇ ਦਰਬਾਰ ਦੇ ਵਿੱਚ ਇਹ ਕਹਿ ਦਿੱਤਾ ਧਿਆਨ ਸਿੰਘ ਨੂੰ ਵੀ ਦੇਖਦੇ ਹਾਂ ਅਗਲੇ 24 ਘੰਟੇ 'ਚ ਤੇਰੇ ਨਾਲ ਕੀ ਹੁੰਦੀ ਆ। ਵਿੱਚੋਂ ਉਹਦੀ ਸਕੀਮ ਬਣਾਈ ਸੀ ਵੀ ਇਹਨੂੰ ਮਾਰ ਦੇਣਾ, ਹੁਣ ਧਿਆਨ ਸਿੰਘ ਨੂੰ ਮਾਰ ਦੇਣਾ, ਕਿਉਂਕਿ ਜਿਹੜਾ ਜਨਰਲ ਵਿਤੇਬਲ ਸੀਗਾ ਉਹ ਚੇਤਸੋਂ ਦੇ ਨਾਲ ਉਹਦੀ ਸੀ ਗੱਲ ਜਾ ਕੇ। ਚੇਤਸੋਂ ਨੇ ਉਹਨੂੰ ਇਕੱਠੇ ਜਨਰਲ ਕੋਟ ਵੰਚੂਰਾ ਤਾਂ ਇਹ ਇਕੱਠੇ ਕੀਤੇ ਹੋਏ ਸੀ ਇਹਦੇ ਚੇਤਸੋਂ ਦੇ ਨਾਲ। ਇਹਨੇ ਇਹ ਕਰ ਦਿੱਤਾ ਜੀ ਜਾ ਕੇ, ਜਿਸ ਇਹਨੇ ਉਹਨੂੰ ਕਿਹਾ ਧਿਆਨ ਸਿੰਘ ਨੂੰ ਫਿਰ ਦੇਖਦੇ ਅਗਲੇ 24 ਘੰਟੇ ਤੇਰੇ ਨਾਲ, ਕਿਉਂ ਦਰਬਾਰ ਦੇ ਵਿੱਚ ਉਹ ਮੋਰੇ ਉਹ ਕਹਿੰਦਾ ਜੀ ਨੌਕਰ ਹੈ ਤੁਹਾਡਾ, ਜੋ ਮਰਜ਼ੀ ਕਰ ਲਿਓ। ਡੋਗਰਾ ਕਹਿੰਦਾ, ਉਹ ਸਮਾਰਟ ਬੰਦਾ ਸੀ, ਉਹ ਚੁੱਪ। ਪਰ ਉੱਥੋਂ ਉਹਨੇ ਕੀ ਕੀਤਾ, ਉੱਥੋਂ ਜਾ ਕੇ ਉੱਥੇ ਜਿਹੜਾ ਖੜਕ ਸਿੰਘ ਦੀ ਘਰ ਵਾਲੀ ਤਾਂ ਨੌਨਿਹਾਲ ਸਿੰਘ ਦੀ ਮਦਰ ਰਾਣੀ ਚੰਦ ਕੌਰ, ਉਹ ਚੰਦ ਕੌਰ ਨਾਲ ਗੱਲ ਕੀਤੀ ਜਾ ਕੇ ਵੀ ਇਹ ਚੇਤ ਸਿੰਘ ਨੇ ਮਰਵਾ ਦੇਣੇ ਆ ਸਾਰੇ, ਵੀ ਇਹ ਚੇਤ ਸਿੰਘ ਨੇ ਇੱਦਾਂ ਦਾ ਕਰਕੇ ਰਾਜ ਭਾਗ ਚਲੇ ਜਾਣਾ ਜਾ ਕੇ, ਤੇ ਇਹ ਜੇ ਚੇਤ ਸਿੰਘ ਬਾਜਵਾ ਰਹਿੰਦਾ ਆ ਤਾਂ ਫਿਰ ਜਿਹੜਾ ਇਹ ਕੁਛ ਨਹੀਂ ਦਾ ਵੀ ਚੇਤ ਸਿੰਘ ਬਾਜਵੇ ਦਾ ਕੰਮ ਕਰਤਾ ਜਾਵੇ, ਵੀ ਇਹਦਾ ਕਤਲ ਕਰਨਾ ਕੀਤਾ ਜਾਵੇ। ਇਹ ਹੁਣ ਇਹ ਸਾਡੇ ਕੋਲ ਜਿਹੜੀ ਜਾਣਕਾਰੀ ਇੱਥੋਂ ਮਿਲਦੀ ਆ, ਇੱਥੋਂ ਸਾਡੇ ਕੋਲ ਜਾਣਕਾਰੀ ਮਿਲਦੀ ਹੈਗੀ ਆ ਜੀ। ਅਲੈਗਜ਼ੈਂਡਰ ਗਾਰਡਨਰ, ਉਹ ਇੱਕ ਇਹਨਾਂ ਦੀ ਫੌਜ ਦੇ ਵਿੱਚ ਕਰਨਲ ਸੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ। ਉਹਨੇ ਆਪਣੇ ਮੈਮੋਇਰਸ ਲਿਖੇ ਆ, ਉਹਨਾਂ ਮੈਮੋਇਰਸ ਦੇ ਉਹ ਹਾਜ਼ਰ ਸੀ ਉਸ ਵੇਲੇ। ਉਹ ਫਿਰ ਮੈਂ ਤੁਹਾਨੂੰ ਪਰ ਸਾਹਿਬ ਜੀ ਤੁਸੀਂ ਦੱਸ ਰਹੇ ਸੀ ਵੀ ਹਿਸਟਰੀ ਦਾ ਪੱਖ ਮੁਕੰਮਲ ਕੀਤਾ ਸੀ। ਸਿੰਘ ਸਾਹਿਬ ਆਪਾਂ ਦੱਸ ਰਹੇ ਸੀ ਵੀ ਜਿਹੜੇ ਸਲਾਹਕਾਰਾਂ ਨੇ ਕਿੱਦਾਂ ਸਟੇਟਸ ਜਿਹੜੀਆਂ ਤਕੜੀਆਂ ਕੀਤੀਆਂ ਔਰ ਕਿੱਦਾਂ ਤਬਾਹ ਕੀਤੀਆਂ। ਤੇ ਆਪਾਂ ਸਿੱਖ ਹਿਸਟਰੀ ਤੇ ਮਹਾਰਾਜਾ ਸਾਹਿਬ ਦੀ ਡੈਥ ਤੋਂ ਬਾਅਦ ਦੇ ਜਿਹੜੇ ਸਲਾਹਕਾਰ ਆ ਉਹਨਾਂ ਤੇ ਗੱਲ ਕਰ ਰਹੇ ਸੀ ਜੀ। ਜਿਵੇਂ ਆਪਾਂ ਦੇਖਿਆ ਸੀਗਾ ਵੀ ਜਿਹੜੇ ਆਪਣੇ ਖੜਕ ਸਿੰਘ ਹੋਣੀ ਸੀ, ਉਹਨਾਂ ਦਾ ਫਿਰ ਚੇਤ ਸਿੰਘ ਤੋਂ ਮੁੱਖ ਸਲਾਹਕਾਰ ਉਹਨੇ ਬਣਾ ਲਿਆ ਸੀ, ਧਿਆਨ ਸਿੰਘ ਨੂੰ ਉਹ ਫਿਰ ਇਗਨੋਰ ਕਰਨ ਲੱਗ ਪਏ ਸੀ, ਫਿਰ ਦੋ ਬਣ ਗਏ ਜਾ ਕੇ। ਫਿਰ ਉੱਥੋਂ ਅਸੀਂ ਇੱਥੇ ਆ ਗਏ ਸੀ ਜੀ ਵੀ ਇਹ ਫਿਰ ਧਿਆਨ ਸਿੰਘ ਹੋਣੀ ਇਹ ਫੈਸਲਾ ਕਰ ਲਿਆ ਵੀ ਜਿਹੜਾ ਉਹਨਾਂ ਦਾ ਮੁੱਖ ਐਡਵਾਈਜ਼ਰ ਹੈਗਾ ਚੇਤ ਸਿੰਘ ਬਾਜਵਾ, ਉਹਦਾ ਕਤਲ ਕਰਤਾ ਜਾਵੇ, ਉਹਨੂੰ ਕਤਲ ਕਰ ਦਿਓ। ਉਸ ਵੇਲੇ ਸਾਨੂੰ ਜਿਹੜਾ ਅਲੈਗਜ਼ੈਂਡਰ ਗਾਰਡਨਰ ਨੇ ਸਾਡੇ ਉਹੀ ਇਨਫੋਰਮੇਸ਼ਨ ਹੈ ਸਾਡੇ ਕੋਲ ਉਸ ਵੇਲੇ ਦੀ। ਇਹ ਜਿਹੜਾ ਮਰਡਰ ਚੇਤ ਸਿੰਘ ਬਾਜਵੇ ਦਾ ਮਰਡਰ ਆ, ਜਿੱਦਾਂ ਹੁਣ ਮੈਂ ਤੁਹਾਨੂੰ ਦੱਸਣਾ, ਇਹ ਇੱਦਾਂ ਹੋਇਆ ਜਿੱਦਾਂ ਜੂਲੀਅਸ ਸੀਜ਼ਰ ਦਾ ਮਰਡਰ ਸੀ, ਇਹਨਾਂ ਕੰਸਪੀਰੇਸੀ ਦੇ ਨਾਲ ਇੱਦਾਂ ਇਹ ਬਣਿਆ। ਉਹ ਇਹ ਕਹਿੰਦੇ ਅਲੈਗਜ਼ੈਂਡਰ ਗਾਰਡਨਰ ਜਿਹੜੇ ਕਰਨਲ ਸੀਗੇ ਮਹਾਰਾਜੇ ਰਣਜੀਤ ਸਿੰਘ ਦੀ ਆਰਟਿਲਰੀ ਦੇ ਵਿੱਚ, ਤੋਪਖਾਨੇ ਦੇ ਵਿੱਚ, ਉਹ ਕਹਿੰਦੇ ਵੀ ਉਹ ਵਿੱਚੋਂ ਧਿਆਨ ਸਿੰਘ ਵੱਲ ਸੀ, ਵਿੱਚੋਂ ਕਹਿੰਦੇ ਉਹ ਕਹਿੰਦੇ ਮੈਂ ਧਿਆਨ ਸਿੰਘ ਵੱਲ ਸੀ। ਕਹਿੰਦੇ ਧਿਆਨ ਸਿੰਘ ਨੇ ਮੈਨੂੰ ਇਹ ਕਿਹਾ ਵੀ ਜਿਹੜੇ ਉੱਥੇ ਆਲੇ ਦੁਆਲੇ ਦੀਆਂ ਗਨਜ਼ ਹੈਗੀਆਂ ਗੇਟਸ ਦੇ ਉੱਤੇ ਜਾ ਕੇ ਉਹ ਰੈਡੀ ਕਰ ਲਾ ਸਾਰੀਆਂ ਜਿਹੜੀਆਂ ਹੈਗੀ। ਮੈਂ ਕਹਿੰਦੇ ਅਸੀਂ ਕਰ ਲਈਆਂ। ਕਹਿੰਦੇ ਰਾਤ ਦੇ ਜਿਸ ਵੇਲੇ ਕੋਈ 12 ਕੁ ਵਜੇ ਤਾਂ ਉਸ ਵੇਲੇ ਧਿਆਨ ਸਿੰਘ ਨੇ ਅਸੀਂ 15 ਬੰਦੇ ਕਹਿੰਦੇ ਇਕੱਠੇ ਹੋਏ। 15 ਬੰਦਿਆਂ ਦੇ ਵਿੱਚ ਹੀ ਸੀਗਾ ਇਹ ਤਿੰਨੇ ਭਰਾ ਸੀ ਡੋਗਰੇ, ਇਹ ਆਪਣਾ ਗੁਲਾਬ ਸਿੰਘ, ਚੇਤ ਸਿੰਘ ਤੇ ਧਿਆਨ ਸਿੰਘ, ਕਰਨਲ ਗਾਰਡਨਰ, ਤੇ ਉਹਦੇ ਨਾਲ ਇਹ ਸੀਗੇ ਪ੍ਰਿੰਸ ਨੌਨਿਹਾਲ ਸਿੰਘ, ਦੋ ਤਿੰਨ ਸੰਧਾਂ ਵਾਲੀਆਂ 'ਚੋਂ ਵੀ ਇੱਕ ਦੋ ਸੀਗੇ। ਤੇ ਇਹ ਸਾਰੇ 15 ਦੇ ਕਰੀਬ ਜਿਹੜੇ ਬੰਦੇ ਇਕੱਠੇ ਹੋ ਕੇ ਕਹਿੰਦੇ ਮਹਿਲ ਦੇ ਵਿੱਚ ਜਿਹੜੇ ਸੀ ਜਾ ਵੜੇ ਜੀ। ਉਹਨੇ ਮਹਿਲ ਦੇ ਜਿਹੜੇ ਸੀਗੇ, ਜਿਹੜਾ ਧਿਆਨ ਸਿੰਘ ਸੀਗਾ ਸਾਹਿਬ, ਧਿਆਨ ਸਿੰਘ ਨੂੰ ਪਹਿਲਾਂ ਹੀ ਇਹ ਮਹਾਰਾਜੇ ਦੇ ਟਾਈਮ ਦੇ ਵਿੱਚ ਇਜਾਜ਼ਤ ਸੀਗੀ ਵੀ ਜ਼ਨਾਨਖਾਨੇ 'ਚ ਵੀ ਜਾ ਸਕਦਾ ਸੀ, ਸਾਰੇ ਥੋੜ੍ਹੇ ਚਿਰ ਬੰਦ ਕੀਤੀ ਸੀ, ਪਰ ਇਹਨੂੰ ਆਉਣ ਜਾਣ ਸੀਗਾ ਇਹਦਾ। ਤੇ ਜਿਹੜੀ ਆਪਣੀ ਚੰਦ ਕੌਰ ਸੀ, ਚੰਦ ਕੌਰ ਨਾਲ ਨਹੀਂ ਪਹਿਲਾਂ ਹੀ ਗੱਲ ਕੀਤੀ ਸੀਗੀ ਵੀ ਇਹ ਜਿਹੜਾ ਚੇਤ ਸਿੰਘ ਨੂੰ ਮਾਰਨਾ ਆ ਤਾਂ ਰਾਜ ਚੱਲਣਾ ਜਾ ਕੇ। ਉਹ ਜਿਸ ਵੇਲੇ ਕਹਿੰਦੇ ਐਂਟਰ ਅਸੀਂ ਹੁੰਨੇ ਆ ਉਹਦੇ ਵਿੱਚ ਮਹਿਲ ਦੇ ਵਿੱਚ, ਤਾਂ ਉਹ ਦਰਵਾਜ਼ਾ ਜਿਹੜਾ ਆ ਖੁੱਲ੍ਹ ਜਾਂਦਾ, ਪਹਿਲਾਂ ਹੀ ਖੁੱਲ੍ਹਿਆ ਹੁੰਦਾ। ਜਿਸ ਵੇਲੇ ਦਰਵਾਜ਼ਾ ਉੱਥੋਂ ਖੁੱਲ੍ਹਦਾ ਜੀ, ਤੇ ਉਹ ਖੁੱਲ੍ਹਣ ਤੋਂ ਬਾਅਦ ਤਾਂ ਇੱਕ ਬੰਦਾ ਜਿਹੜਾ ਹੈਗਾ ਜੀ, ਉਹ ਕਹਿੰਦਾ ਕੌਣ ਆ ਉਹਨੂੰ ਕਿਹਾ ਜਾ ਕੇ, ਤਾਂ ਉਹਨੂੰ ਕਹਿੰਦੇ ਦਬਾ ਦਿੱਤਾ ਜਾਂਦਾ ਉਸ ਵੇਲੇ ਜਾ ਕੇ। ਉਹ ਕਹਿੰਦਾ ਕੌਣ ਆ, ਤਾਂ ਇਹ ਆਪਣੇ ਧਿਆਨ ਸਿੰਘ ਨੇ ਉਹਨੂੰ ਕਿਹਾ ਵੀ ਮਹਾਰਾਜਾ ਸਾਹਿਬ ਨੇ ਸਵੇਰ ਨੂੰ ਅੰਮ੍ਰਿਤਸਰ ਇਸ਼ਨਾਨ ਕਰਨ ਜਾਣਾ ਆ, ਸੋ ਉਹਦੀ ਤਿਆਰੀ ਦੇ ਲਈ ਅਸੀਂ ਸਭ ਕੁਝ ਕਰਦੇ ਹਾਂ, ਕਿਉਂਕਿ ਸਵੇਰ ਨੂੰ ਸਾਰਾ ਕਾਫਲਾ ਜਿਹੜਾ ਉੱਥੇ ਨੂੰ ਜਾਣਾ, ਉਹਦੀ ਤਿਆਰੀ ਲਈ ਅਸੀਂ ਆਏ ਹਾਂ। ਉਹ ਚੁੱਪ ਕਰ ਗਿਆ ਜੀ। ਉਹ ਕਹਿੰਦਾ ਅਸੀਂ ਗਾਹਾਂ ਅੱਗੇ ਹਨੇਰਾ ਸੀਗਾ ਜੀ। ਅਗਲੇ ਕਮਰੇ ਦੇ ਵਿੱਚ ਬੜੇ ਜਾ ਕੇ, ਤੇ ਉੱਥੇ ਸਾਨੂੰ ਕਹਿੰਦੇ ਲਾਈਟ ਮਸ਼ਾਲਾਂ ਜਗਾਉਣੀਆਂ ਪਈਆਂ ਜਾ ਕੇ, ਉੱਥੇ ਕੁਛ ਨਹੀਂ ਸੀ ਜਾ ਕੇ। ਉਹ ਜਿਸ ਵੇਲੇ ਕਹਿੰਦੇ ਅਸੀਂ ਅੰਦਰ ਜਾਂਦੇ ਹਾਂ ਜੀ, ਅੰਦਰ ਜਾਂਦੇ ਤਾਂ ਇੱਕ ਬੰਦੇ ਨੇ ਜ਼ੋਰ ਨਾਲ ਰੌਲਾ ਪਾਇਆ ਜੀ, ਜ਼ੋਰ ਨਾਲ ਰੌਲਾ ਪਾਤਾ, ਕੌਣ ਆ ਕਹਿਤਾ, ਤਾਂ ਉਹ ਸੁਚੇਤ ਸਿੰਘ ਨੇ ਉਹਦੇ ਗੋਲੀ ਮਾਰੀ, ਉਸ ਬੰਦੇ ਦੇ ਗੋਲੀ ਮਾਰੀ, ਤਾਂ ਉਹ ਬੰਦਾ ਮਾਰ ਦਿੱਤਾ। ਉਹ ਜਿਸ ਵੇਲੇ ਉਹਦੇ ਗੋਲੀ ਮਾਰੀ ਤਾਂ ਗੁਲਾਬ ਸਿੰਘ ਨੇ ਕਹਿੰਦਾ ਇੰਨਾ ਜ਼ੋਰ ਦਾ ਪੰਚ ਮਾਰਿਆ ਆਪਣੇ ਭਰਾ ਦੇ ਜਾ ਕੇ, ਨਾਲੇ ਉਹਨੂੰ ਕਿਹਾ ਵੀ ਬੇਵਕੂਫਾ ਤੈਨੂੰ ਕੋਈ ਅਕਲ ਹੈ ਜਾ ਕੇ ਜਾ ਗੋਲੀ ਤਾਂ ਚਲਾਤੀ ਕਿਸੇ ਤਰ੍ਹਾਂ। ਉੱਥੋਂ ਕਹਿੰਦਾ ਜਿਸ ਵੇਲੇ ਸਾਰੇ ਬੰਦੇ ਜਿਹੜੇ ਹੈਗੇ ਆ ਉੱਪਰ ਚਲੇ ਗਏ ਥੋੜ੍ਹਾ ਜਿਹਾ,
ਉੱਪਰੋਂ ਜਿਸ ਵੇਲੇ ਚਲੇ ਗਏ ਤਾਂ 2 ਕੰਪਨੀਆਂ ਹੇਠਾਂ ਸੀਗੀਆਂ ਜਿਹੜੀਆਂ ਮਹਾਰਾਜ ਦੀ ਗਾਰਡ ਜਿਹੜੇ ਸੀ, ਉਹ ਸੂਬੇਦਾਰ ਨੇ ਇੱਕਦਮ ਰੌਲਾ ਪਾਇਆ ਜੀ। ਉਹ ਸੂਬੇਦਾਰ ਨੇ ਜਿਸ ਵੇਲੇ ਰੌਲਾ ਪਾਇਆ ਤੇ ਇਹਨੇ ਆਪਣਾ ਹੱਥ ਖੜਾ ਕੀਤਾ ਜੀ, ਧਿਆਨ ਸਿੰਘ ਨੇ ਹੱਥ ਖੜਾ ਕੀਤਾ ਤੇ ਨਾਲ ਐਂ ਕਰ ਦਿੱਤਾ ਜੀ। ਇਹ ਉਹਦੀ ਆਈਡੀ ਸੀਗੀ ਕਿਉਂਕਿ ਇਹਦੇ 2 ਅੰਗੂਠੇ ਸੀ ਜੀ ਧਿਆਨ ਸਿੰਘ ਦੇ। ਉਹ ਸੂਬੇਦਾਰ ਨੇ ਦੇਖ ਲਿਆ ਵੀ ਧਿਆਨ ਸਿੰਘ ਹੈ ਤੇ ਉਹ ਚੁੱਪ ਕਰ ਗਿਆ ਜੀ। ਉਹ ਚੁੱਪ ਕਰਕੇ ਬਹਿ ਗਿਆ, ਪ੍ਰਾਈਮ ਮਿਨਿਸਟਰ ਸੀਗਾ ਜੀ ਉਸ ਵੇਲੇ। ਅੰਦਰ ਜਿਸ ਵੇਲੇ ਜਾ ਕੇ ਵੜਦੇ ਆ ਜੀ, ਤਾਂ ਅੰਦਰ ਵੜਦੇ ਆ ਉਹਦੇ ਇੱਕ ਪਲੰਗ ਜਿਹੜਾ ਸੀਗਾ ਉਹ ਖੜਕ ਸਿੰਘ ਦਾ ਸੀ, ਇੱਕ ਪਲੰਗ ਜਿਹੜਾ ਚੇਤ ਸਿੰਘ ਬਾਜਵੇ ਦਾ ਸੀਗਾ। ਤਾਂ ਉਹ ਜਦ ਉਹਨੇ ਦੇਖਿਆ ਤਾਂ ਚੇਤ ਸਿੰਘ ਬਾਜਵਾ ਹੈ ਨਹੀਂ ਉਸ ਪਲੰਗ ਦੇ ਉੱਤੇ। ਤੇ ਉਹ ਕਹਿੰਦੇ ਹੈਰਾਨੀ ਨਾਲ ਹੀ ਦੇਖੇ ਤਾਂ ਖੜਕ ਸਿੰਘ ਆਪਣੇ ਉਹ ਸਾਫ਼ ਕਰ ਰਿਹਾ ਸੀ ਦੰਦ ਉਸ ਵੇਲੇ ਬੈਠਾ ਉਸ। ਉਹ ਕਹਿੰਦੇ ਜਾ ਕੇ ਉਹਨੂੰ ਪੁੱਛਿਆ ਜਾ ਕੇ ਵੀ ਚੇਤ ਸਿੰਘ ਕਿੱਥੇ ਹੈ ਜੀ? ਉਹ ਕਹਿੰਦਾ ਪਤਾ ਨਹੀਂ, ਗੋਲੀ ਦੀ ਆਵਾਜ਼ ਸੁਣ ਕੇ ਇੱਥੋਂ ਦੌੜ ਗਿਆ। ਤੇ ਨਾਲ ਕਹਿੰਦਾ ਉਹਨੂੰ ਕਿਹਾ ਵੀ ਉਹਨੂੰ ਕਿਹੋ ਕੁਛ ਨਾ, ਉਹਨੂੰ ਚੇਤ ਸਿੰਘ ਨੂੰ ਕੁਛ ਨਾ ਕਿਹੋ ਜਾ ਕੇ। ਤੇ ਉਹ ਪਰ ਉਹਨੂੰ ਕਹਿੰਦੇ ਪਤਾ ਲੱਗ ਗਿਆ ਵੀ ਨਹੀਂ ਹੁਣ ਜਿਹੜੀ ਮਾਰਨਾ। ਉਸ ਵੇਲੇ ਜੀ ਉਹ ਉੱਠਿਆ, ਕਹਿੰਦੇ ਭੁੜਕਿਆ ਉੱਪਰ ਜ਼ੋਰ ਨਾਲ। ਜਿਸ ਵੇਲੇ ਭੁੜਕਿਆ ਦੌੜਨ ਲੱਗਾ ਉੱਤੋਂ ਐਂ ਕੀਤਾ ਤਾਂ ਉਹਨੂੰ ਫਿਰ ਆਪਣੇ ਨੌਨਿਹਾਲ ਸਿੰਘ ਉਹਦੇ ਮੁੰਡੇ ਨੇ ਦੱਬ ਲਿਆ ਜੀ ਉਹਨੂੰ ਦੱਬ ਲਿਆ। ਤਾਂ ਨਾਲ 3-4 ਹੋਰ ਸਿੱਖ ਆਏ, ਕਹਿੰਦਾ ਉਹਨੇ ਸਾਰਿਆਂ ਨੇ ਉਹਨੂੰ ਦੱਬ ਲਿਆ ਉੱਥੇ ਜਾ ਕੇ ਵੀ ਭੜਕਾਂ ਨੇ। ਪਰ ਉਹ ਭੜਕੇ ਅਨਕੰਟਰੋਲੇਬਲ ਸੀ ਉਹ ਉਸ ਵੇਲੇ। ਕਹਿੰਦਾ ਇਹ ਕਹਿੰਦਾ ਵੀ ਉਹਨੂੰ ਟੱਚ ਨਾ ਕਰੇ, ਉਹਨੂੰ ਮਾਰਿਓ ਨਾ ਕਿਸੇ ਨੂੰ ਜਾ ਕੇ। ਅੱਛਾ, ਉਹਨੂੰ ਨਹੀਂ ਸਾਂਭਿਆ ਕਹਿੰਦੇ ਜੀ। ਬਾਕੀ ਉਹ ਗਾਹਾਂ ਨੂੰ ਤੁਰ ਪਿਆ ਤਾਂ ਉਹ ਕਿਤੇ ਦਿਸੇ ਨਾ ਜਾ ਕੇ। ਉਹ ਜਿਸ ਵੇਲੇ ਹਨੇਰਾ ਸੀਗਾ, ਉਹ ਜਿਸ ਵੇਲੇ ਦਿਸੇ ਨਾ ਤਾਂ ਜਦ ਨੂੰ ਕਹਿੰਦਾ ਇੱਕ ਕਾਰਨਰ ਦੇ ਵਿੱਚੋਂ ਇੱਕ ਫਲੈਸ਼ ਜਿਹੀ ਤਲਵਾਰ ਦੀ ਚਮਕ ਆਈ। ਤਾਂ ਉਹ ਇੱਕ ਬੰਦੇ ਨੇ ਕਿਹਾ ਵੀ ਉਹ ਚਮਕਿਆ, ਉਹਦੀ ਤਲਵਾਰ ਆ। ਉੱਥੇ ਦੇਖੇ ਤਾਂ ਉਹ ਉੱਥੇ ਲੁਕਿਆ ਬੈਠਾ ਸੀ। ਉਹ ਉੱਥੇ ਲੁਕਿਆ ਬੈਠਾ ਸੀ ਤਾਂ ਉਹ ਜਿਸ ਵੇਲੇ ਉਹ ਕਹਿੰਦਾ ਗਾਰਡਨਰ ਕਹਿੰਦਾ ਸਾਡੇ ਸਾਰਿਆਂ ਕੋਲ ਖੰਜਰ ਸੀ, ਗਨ ਨਹੀਂ ਹੈ ਕਿਸੇ ਕੋਲ, ਖੰਜਰ ਸੀ ਸਾਰਿਆਂ ਦੇ ਕੋਲੇ। ਉਹ ਉਸ ਵੇਲੇ ਤਾਂ ਉਸ ਵੇਲੇ ਕਹਿੰਦਾ ਫਿਰ ਕਿ ਧਿਆਨ ਸਿੰਘ ਨੇ ਖੰਜਰ ਕੱਢ ਕੇ ਜਾਂ ਮਾਰਨ ਲੱਗਾ ਤਾਂ ਗੁਲਾਬ ਸਿੰਘ ਨੇ ਉਹਨੂੰ ਰੋਕਿਆ। ਗੁਲਾਬ ਸਿੰਘ ਦੇ ਚੇਤੇ ਸੀਗਾ ਵੀ ਇਹ ਧਿਆਨ ਸਿੰਘ ਥੋੜ੍ਹਾ ਮਾੜਾ ਆ, ਕਿਤੇ ਉਹ ਮਾਰੇ ਉਹ ਹੀ ਨਾ ਮਾਰ ਦੇਵੇ ਇਹਨੂੰ। ਕਿ ਮੈਂ ਮਾਰ, ਪਰ ਨਹੀਂ। ਕਹਿੰਦਾ ਇਹਦੀਆਂ ਅੱਖਾਂ 'ਚੋਂ ਇੱਦਾਂ ਲੱਗਦਾ ਸੀ ਜਿੱਦਾਂ ਵੀ ਆਪਣੇ ਮਸ਼ਾਲਾਂ ਜਗਦੀਆਂ ਸੀ ਧਿਆਨ ਸਿੰਘ ਦੇ, ਇੰਨਾ ਗੁੱਸੇ ਸੀ। ਇਹਨੇ ਕਹਿੰਦਾ ਜੀ ਉਹਦੇ ਖੰਜਰ ਮਾਰ ਕੇ ਨਾਲੇ ਉਹਨੂੰ ਕਹਿੰਦਾ 24 ਘੰਟੇ ਪੂਰੇ ਨਹੀਂ ਹੋਏ ਜੀ। ਕਹਿੰਦਾ ਹੁਣ ਕਿਹਾ ਸੀ ਨਾ ਵੀ 24 ਘੰਟੇ ਤੇਰਾ ਦੇਖ ਕੀ ਹਾਲ ਹੁੰਦੇ, 24 ਘੰਟੇ ਪੂਰੇ ਨਹੀਂ ਹੋਏ। ਨਾਲ ਕਹਿੰਦਾ ਹੁੰਦਾ ਟੇਕ ਇਟ ਇਨ ਦੀ ਨੇਮ ਆਫ ਮਹਾਰਾਜਾ ਰਣਜੀਤ ਸਿੰਘ। ਅਤੇ ਉਹ ਉੱਥੇ ਉਹਨੂੰ ਮਾਰਿਆ, ਉਹਨੇ ਜਾ ਕੇ ਉਹਨੂੰ ਜਿਸ ਵੇਲੇ ਮਾਰਿਆ ਤਾਂ ਉਹ ਕਹਿੰਦੇ ਉੱਥੇ ਜਾ ਕੇ ਬਾਈ ਦਾ ਟਾਈਮ ਉਹਨੂੰ ਠੰਡਾ ਕੀਤਾ, ਉਹ ਹਟ ਗਿਆ। ਤਾਂ ਉਹ ਕਹਿੰਦਾ ਫਿਰ ਸਾਨੂੰ ਇਹ ਸੀਗਾ ਜਿੱਦਾਂ ਵੀ ਅਸੀਂ ਸਟੇਟ ਦਾ ਕੰਮ ਕਰਦੇ ਹਾਂ। ਗਾਰਡਨਰ ਕਹਿੰਦਾ ਅਸੀਂ ਸਾਰਿਆਂ ਨੇ ਕਹਿੰਦਾ ਫਿਰ ਉਹ 15 ਬੰਦਿਆਂ ਨੇ ਮਹਾਰਾਜਾ ਖੜਕ ਸਿੰਘ ਨੂੰ ਮੱਥਾ ਟੇਕਿਆ ਕਿਉਂਕਿ ਕਿੰਗ ਸੀਗਾ ਜੀ। ਫਿਰ ਨੌਨਿਹਾਲ ਸਿੰਘ ਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਉੱਥੋਂ ਸਾਰੇ ਜਿਹੜੇ ਹੈਗੇ ਆ ਉਹ ਆ ਗਏ ਜਾ ਕੇ। ਉਹਦਾ ਉੱਥੋਂ ਕਤਲ ਹੋ ਜਾਂਦਾ ਜਾ ਕੇ। ਜੀ ਐਡਵਾਈਜ਼ਰ ਨਾਲ, ਨਸੀਹਤ ਕਰਨ ਵਾਲੇ ਨਾਲ ਕਿਵੇਂ ਇਸ ਨੂੰ ਜੋੜਦੇ ਹੋ? ਇਹਨੂੰ ਅਸੀਂ ਇਸ ਕਰਕੇ ਜੋੜਦੇ ਹਾਂ ਨਾ ਜੀ, ਦੇਖੋ ਚੇਤ ਸਿੰਘ ਸਿੱਖ ਰਾਜ ਦਾ ਪਤਨ ਕਿਉਂ ਹੁੰਦਾ? ਜਿਹੜਾ ਚੇਤ ਸਿੰਘ ਬਾਜਵੇ ਦਾ ਕਤਲ ਆ ਇਹ ਪਹਿਲੇ ਐਡਵਾਈਜ਼ਰ ਦਾ ਕਤਲ ਹੁੰਦਾ। ਇਹ ਪਹਿਲਾ ਐਡਵਾਈਜ਼ਰ ਆ ਜਿਹਦਾ ਕਤਲ ਹੁੰਦਾ। ਔਰ ਜਿਹੜੇ ਫਿਰ ਕਿੰਨੇ ਕਤਲ ਹੋਣੇ ਆ ਬਾਅਦ ਦੇ ਵਿੱਚ ਜਾ ਕੇ, ਉਹ ਫਿਰ ਕਿਤੇ ਦੇਖ ਲਾਂਗੇ ਜਿਹੜੇ ਹੋਏ ਆ। ਪਰ ਇਹ ਕਿੰਨੇ ਪਹਿਲਾ ਐਡਵਾਈਜ਼ਰ ਆ ਜਿਹੜਾ ਕਤਲ ਹੋਇਆ ਜਾ ਕੇ, ਕਿਉਂਕਿ ਐਡਵਾਈਜ਼ਰ ਦੋ ਤਿੰਨ ਹੋ ਜਾਂਦੇ ਆ। ਸੋ ਇਹ ਐਡਵਾਈਜ਼ਰ ਤੋਂ ਮੇਰਾ ਕਹਿਣ ਤੋਂ ਮਤਲਬ ਇਹ ਸੀ, ਜੇ ਫੈਮਲੀਆਂ 'ਤੇ ਵੀ ਆਉਂਦੇ ਆਪਾਂ, ਇੱਥੋਂ ਮੇਰਾ ਕਹਿਣ ਤੋਂ ਮਤਲਬ ਇਹ ਸੀ ਵੀ ਜਿਹੜੇ ਐਡਵਾਈਜ਼ਰ ਆ ਇਹ ਸਲਤਨਤ ਨੂੰ ਮਜ਼ਬੂਤ ਵੀ ਕਰ ਦਿੰਦੇ ਆ ਔਰ ਸਲਤਨਤ ਨੂੰ ਤਬਾਹ ਵੀ ਕਰ ਦਿੰਦੇ ਆ। ਜੇ ਫਰਜ਼ ਕਰ ਲਓ ਬਾਦਸ਼ਾਹ ਦੇ ਵਿੱਚ ਆਪ ਉਹ ਸ਼ਕਤੀ ਹੈ। ਹੁਣ ਇਹ ਧਿਆਨ ਸਿੰਘ ਜਿਹੜਾ ਸੀਗਾ, ਧਿਆਨ ਸਿੰਘ ਐਡਵਾਈਜ਼ਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਿੱਚ ਸੀਗਾ, ਮੁੱਖ ਐਡਵਾਈਜ਼ਰ ਸੀ, ਕਾਫੀ ਲੰਮੇ ਸਮੇਂ ਲਈ ਰਿਹਾ। ਪਰ ਉਹ ਹਮੇਸ਼ਾ ਉਹਦੀ ਨਹੀਂ ਸੀ ਮਸ਼ਵਰਾ, ਕਿਉਂਕਿ ਉਹ ਉਹਨਾਂ ਦੀ ਆਪਣੀ ਪਰਸਨੈਲਿਟੀ ਸਟਰੋਂਗ ਸੀ। ਉਹਨਾਂ ਨੂੰ ਪਤਾ ਸੀ ਵੀ ਕੀ ਰਾਈਟ ਆ, ਕੀ ਰੋਂਗ ਆ, ਕਿਹੜੀ ਸਲਾਹ ਮੰਨਣੀ ਆ, ਕਿਹੜੀ ਸਲਾਹ ਮੈਂ ਨਹੀਂ ਮੰਨਣੀ ਜਾ ਕੇ। ਅਤੇ ਇਹ ਇਸ ਗੱਲ ਕਰਕੇ ਕਿਉਂਕਿ ਬਾਦਸ਼ਾਹ ਦੇ ਉੱਤੇ ਆਪਣੇ ਤੌਰ 'ਤੇ ਜਿਹੜਾ ਐਡਵਾਈਜ਼ ਲੈਣ ਵਾਲਾ ਬੰਦਾ ਆ, ਉਹਦੀ ਜਿਹੜੀ ਦੇਖੋ ਆਖਰੀ ਫੈਸਲਾ ਜਿਹੜਾ ਆ, ਚਾਹੇ ਤਿੰਨ ਸਾਹਿਬ ਫੈਮਿਲੀ ਆ, ਚਾਹੇ ਉਹ ਦੂਏ ਆ, ਆਖਰੀ ਫੈਸਲਾ ਚੀਫ ਨੂੰ ਹੀ ਕਰਨਾ ਪੈਣਾ। ਜਿਹੜਾ ਹੈੱਡ ਆ, ਚਾਹੇ ਉਹ ਫੈਮਿਲੀ ਦਾ ਹੈੱਡ ਆ, ਚਾਹੇ ਉਹ ਆਪਣੇ ਗੌਰਮੈਂਟ ਦਾ ਹੈੱਡ ਆ, ਚਾਹੇ ਉਹ ਕਿਸੇ ਪਾਸੇ ਹੋਰ ਸਭਾ ਸੁਸਾਇਟੀ ਦਾ ਹੈੱਡ ਆ, ਜੇ ਉਹ 'ਤੇ ਬਾਈਂਡਿੰਗ ਨਹੀਂ ਹੈ ਤਾਂ ਫਿਰ ਉਹਨੂੰ ਫੈਸਲਾ ਆਪ ਹੀ ਲੈਣਾ ਪੈਣਾ ਜਾ ਕੇ। ਉਹਦੇ 'ਤੇ ਹੀ ਆ। ਪਰ ਦੂਜਿਆਂ ਦੀ ਨਸੀਹਤ ਜਿਹੜੀ ਆ ਜਾਂ ਮਸ਼ਵਰਾ ਉਸ ਦੇ ਡਿਸੀਜਨ ਨੂੰ ਇੰਪੈਕਟ ਕਰ ਸਕਦਾ ਅਤੇ ਕਰਦਾ ਜਾ ਕੇ। ਦੇਖੋ ਇਹ ਸਿੰਘ ਸਾਹਿਬ ਇਹਦੇ 'ਤੇ ਮੈਂ ਥੋੜ੍ਹਾ ਜਿਹਾ ਇੱਦਾਂ ਕਹਿਣਾ ਚਾਹੁੰਦਾ ਜਾ ਕੇ, ਜਿਹੜਾ ਹੈ ਵੀ ਜਿਹੜਾ ਬੰਦਾ ਸਲਾਹ ਲੈਣ ਵਾਲਾ ਹੈ ਨਾ, ਜੇ ਹੁਣ ਆਪਾਂ ਚਲੋ ਇੱਧਰ ਆ ਜਾਂਦੇ ਹਾਂ ਥੋੜ੍ਹੀ, ਇੱਕ ਤਾਂ ਉਹਦੇ ਲਈ ਜਿਸ ਵੇਲੇ ਸਾਡੇ ਲਈ ਇਹ ਜ਼ਰੂਰੀ ਆ ਵੀ ਅਸੀਂ ਹਰੇਕ ਦੀ ਸਲਾਹ ਨਾ ਲਈਏ, ਹਰੇਕ ਦੀ ਨਾ ਸਲਾਹ ਲਈਏ। ਜਿਹੜੀ ਆ ਸਾਨੂੰ ਜਿਹਦੀ ਅਸੀਂ ਸਲਾਹ ਲੈਣੀ ਆ ਉਹ ਚੂਜ਼ੀ ਬੰਦੇ ਹੋਣੇ ਚਾਹੀਦੇ ਆ, ਸਾਨੂੰ ਸਿਲੈਕਟਿਵ ਬੰਦੇ ਹੋਣੇ ਚਾਹੀਦੇ ਜਿਨ੍ਹਾਂ ਦੀ ਸਲਾਹ ਲੈਣੀ ਆ। ਔਰ ਉਹ ਸਲਾਹ ਲੈਣ ਵਾਲੇ ਜੇ ਤੋਂ ਸਲਾਹ ਲੈਣੀ ਆ, ਇੱਕ ਤਾਂ ਉਹ ਜ਼ਰੂਰੀ ਹੋਣਾ ਚਾਹੀਦਾ ਵੀ ਉਹਨੂੰ ਉਸ ਸਬਜੈਕਟ ਦਾ ਪਤਾ ਹੋਵੇ ਜਿਸ ਚੀਜ਼ ਦੀ ਤੁਸੀਂ ਉਹ ਤੋਂ ਸਲਾਹ ਲੈਣੀ ਆ। ਮੇਰੇ ਖਿਆਲ ਇਸ ਤੋਂ ਪਹਿਲਾਂ ਸਬਜੈਕਟ ਦੇ ਪਤਾ ਹੋਣ ਤੋਂ ਪਹਿਲਾਂ ਇਹ ਇਨਸ਼ੋਰ ਹੋਣਾ ਚਾਹੀਦਾ
ਕਿ ਇਹ ਮੇਰੀ ਸਿੰਸੀਅਰ ਬੰਦਾ ਹੈ, ਬਿਲਕੁਲ ਮੇਰੀ ਇਹ ਭਲਾਈ ਚਾਹੁਣ ਵਾਲਾ ਬੰਦਾ। ਹਾਂ, ਬਸ ਆਪਣਾ ਫਰਕ ਇੰਨਾ ਹੀ ਆ ਵੀ ਉਹ ਪਹਿਲਾਂ ਕਹਿਣਾ ਸੀ, ਉਹ ਕਹਿਣਾ ਸੀ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਜਾ ਕੇ ਵੀ ਉਹ ਜਿਹੜੀ ਹੈਗੀ ਹੁਣ ਥਿੰਨ ਸਾਹਿਬ ਦੇਖੋ, ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਵਿੱਚ, ਹੁਣ ਸਾਡੇ ਕਮਿਊਨਿਟੀ ਦੇ ਵਿੱਚ ਖਾਸ ਤੌਰ 'ਤੇ ਪੰਜਾਬੀਆਂ 'ਚ ਸਾਡੇ ਰਿਵਾਜ ਇੱਕ ਆ ਵੀ ਅਸੀਂ ਹਰ ਇਸ਼ੂ 'ਤੇ ਸਲਾਹ ਦਿੰਦੇ। ਅਸੀਂ ਕੋਈ ਬਿਮਾਰ ਹੋਇਆ ਉਹਨੂੰ ਵੀ ਸਲਾਹ ਦੇ ਦੇਣੀ ਹੈ ਜਾ ਕੇ ਵੀ ਅਸੀਂ ਇਹ ਆ, ਅਸੀਂ ਕੋਈ ਘਰ ਖਰੀਦਣਾ ਉੱਤੇ ਵੀ ਸਲਾਹ ਦੇਣੀ ਹੈ। ਅਸੀਂ ਇਹ ਨਹੀਂ ਕਹਿਣਾ ਵੀ ਤੂੰ ਐਕਸਪਰਟ ਕੋਲ ਜਾ ਉਹਦੀ ਸਲਾਹ ਲੈਣ। ਅਸੀਂ ਸਲਾਹ ਜ਼ਿਆਦਾ ਦਿੰਦੇ ਹਾਂ ਜਾ ਕੇ, ਬਿਨਾਂ ਮੰਗੇ ਤੋਂ ਵੀ ਦਿੰਦੇ ਹਾਂ ਜਾ ਕੇ। ਇਹੀ ਹੈਗੀ ਸਾਡੇ ਪੋਲੀਟੀਸ਼ੀਅਨਾਂ ਨੂੰ। ਖਾਸ ਤੌਰ 'ਤੇ ਜਿਹੜੇ ਇੰਡੀਆ ਦੇ ਪੋਲੀਟੀਸ਼ੀਅਨ ਆ, ਉਹ ਤੁਸੀਂ ਦੇਖੋ ਉਹਨਾਂ ਦਾ ਕੀ ਹੋਊਗਾ। ਉਹ ਸੋਕਰ ਮੈਚ 'ਤੇ ਜਾਊਗੀ, ਉੱਥੇ ਵੀ ਉਹਨੇ ਸਲਾਹ ਦੇਣੀ ਹੈ ਜਾ ਕੇ, ਸੋਕਰ ਬਾਰੇ ਵੀ ਦੱਸਣਾ। ਉਹਨੇ ਪੇਂਟਿੰਗ ਕੰਪੀਟੀਸ਼ਨ ਚੱਲ ਜਾਊਗਾ, ਪੇਂਟਿੰਗ 'ਤੇ ਵੀ ਉਹਨੇ ਆਪਣਾ ਬੋਲਣਾ ਦੱਸਣਾ ਜਾ ਕੇ। ਪੋਇਟਰੀ ਕਵਿਤਾ ਸਮਾਗਮ ਹੁੰਦੇ ਉੱਥੇ ਵੀ ਬੋਲਣਾ। ਸਾਇੰਸ 'ਤੇ ਵੀ ਬੋਲਦੇ ਆ। ਸਾਇੰਸ ਕਾਨਫਰੰਸ ਦੇ ਵਿੱਚ ਇੰਡੀਅਨ ਪੋਲੀਟੀਸ਼ੀਅਨਾਂ ਨੂੰ, ਟੌਪ ਦੇ ਇੰਡੀਅਨ ਪੋਲੀਟੀਸ਼ੀਅਨਾਂ ਨੂੰ, ਉਹਨਾਂ ਨੂੰ ਗਾਈਡ ਕਰਦੇ। ਮੈਂ ਸੁਣਿਆ ਆ ਜਾਣੀ ਸਾਇੰਸਦਾਨਾਂ ਨੂੰ ਦੱਸਦੇ ਆ ਵੀ ਤੁਸੀਂ ਐਂ ਕਰਨਾ। ਸੋ ਇੱਦਾਂ ਹੈ ਨਹੀਂ ਹੈ, ਹਰ ਬੰਦੇ ਨੂੰ ਹਰ ਗੱਲ ਦਾ ਪਤਾ ਨਹੀਂ ਹੁੰਦਾ। ਇੱਕ ਸਲਾਹ ਜਿਹੜੀ ਆ ਉਹ ਲੈਣੀ ਜ਼ਰੂਰ ਚਾਹੀਦੀ ਹੈ। ਚਾਹੇ ਤੁਸੀਂ ਆਪਣੇ ਆਪ ਨੂੰ ਕਾਫੀ ਸਮਾਰਟ ਸਮਝਦੇ ਆ, ਫਿਰ ਵੀ ਸਲਾਹ ਲੈਣੀ ਚਾਹੀਦੀ ਆ, ਕਿਉਂਕਿ ਨੌਲੇਜ ਦਾ ਅੰਤ ਨਹੀਂ ਹੈ। ਉਸ ਕਈਆਂ ਨੂੰ ਬਹੁਤ ਨੌਲੇਜ ਆ, ਬਹੁਤ ਵਧੀਆ ਸਲਾਹਕਾਰ ਨੇ, ਔਰ ਉਹਨਾਂ ਦੀ ਸਲਾਹ ਜਿਹੜੀ ਆ ਬਹੁਤ ਵੈਲਿਊਏਬਲ ਸਾਬਤ ਹੋ ਸਕਦੀ ਆ, ਪਰ ਘਾਤਕ ਵੀ ਸਾਬਤ ਹੋ ਸਕਦੀ ਆ। ਜੇ ਸਲਾਹ ਦੇਣ ਵਾਲਾ ਤੁਹਾਡਾ ਵੈਲਵਿਸ਼ਰ ਨਹੀਂ, ਫਿਰ ਉਹ ਤੋਂ ਸਲਾਹ ਨਹੀਂ ਲੈਣੀ ਚਾਹੀਦੀ, ਭਾਵੇਂ ਉਹ ਕਿੰਨਾ ਵੀ ਕਾਬਲ ਹੋਵੇ। ਥਿੰਨ ਸਾਹਿਬ, ਮੈਂ ਇਹ ਗੱਲ ਜਿਹੜੀ ਹੈਗੀ ਆ ਇੰਨੇ ਜ਼ੋਰ ਦੇ ਨਾਲ ਤੁਹਾਡੇ ਵਾਲੀ ਗੱਲ ਕਹਿਣੀ ਚਾਹੁੰਦਾ ਵੀ ਕਿਸੇ ਬੰਦੇ ਨੂੰ ਵੀ ਜਿਹੜੀ ਹੈਗੀ ਆ ਗਲਤ ਸਲਾਹ ਨਾ ਦਿਓ। ਮੈਂ ਦੱਸਦਾ, ਗਲਤ ਸਲਾਹ ਨਾ ਦਿਓ, ਕਿਉਂਕਿ ਜੇ ਤੁਸੀਂ ਗਲਤ ਸਲਾਹ ਦਿੰਦੇ ਉਹਦਾ ਤਾਂ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਹੈ ਉਸ ਬੰਦੇ ਦਾ, ਜਿਹੜਾ ਤੁਹਾਡਾ ਐਜ਼ ਏ ਪਰਸਨ ਨੁਕਸਾਨ ਹੋ ਜਾਣਾ, ਜਿਹੜਾ ਤੁਸੀਂ ਐਜ਼ ਏ ਮੈਨ ਗਿਰ ਜਾਣਾ ਤੁਸੀਂ ਜਾਣੀ। ਔਰ ਤੁਸੀਂ ਆਪਣੀ ਪਰਸਨੈਲਿਟੀ ਖਰਾਬ ਕਰਨੀ ਹੈ, ਤੁਸੀਂ ਐਥਿਕਸ ਖਰਾਬ ਕਰਨੇ ਆ, ਤੁਸੀਂ ਇੱਕ ਮਾੜੇ ਇਨਸਾਨ ਬਣ ਕੇ। ਔਰ ਮੈਂ ਤੁਹਾਨੂੰ ਦੱਸ ਦਿੰਦਾ, ਜੇ ਤੁਸੀਂ ਇੱਦਾਂ ਦੀ ਗੱਲ ਕੋਈ ਬੰਦਾ ਵੀ ਕਰਦਾ ਹੈ ਲਾਈਫ ਦੇ ਕਿਸੇ ਟਾਈਮ ਦੇ ਵਿੱਚ ਜਾ ਕੇ, ਜ਼ਰੂਰ ਤੁਸੀਂ ਦੁਖੀ ਹੋਵੋਗੇ ਜਾ ਕੇ ਵੀ ਮੈਂ ਆਹ ਕੰਮ ਕੀਤਾ ਸੀਗਾ ਔਰ ਮੈਨੂੰ ਇਹ ਦੁਆ ਆਉਂਦਾ। ਜਦੋਂ ਕੋਈ ਵਿਅਕਤੀ ਦੂਜੇ ਤੋਂ ਸਲਾਹ ਪ੍ਰਸਵ ਲੈਣ ਜਾਂਦਾ, ਹਾਂਜੀ, ਔਰ ਉਹ ਇਹ ਮਿੱਥ ਕੇ ਜਾਂਦਾ ਕਿ ਜਿਹਦੀ ਮੈਂ ਸਲਾਹ ਲੈ ਰਿਹਾ, ਹਾਂਜੀ, ਇਹਦੇ 'ਤੇ ਮੈਨੂੰ ਪੂਰਨ ਭਰੋਸਾ। ਜੇ ਉਹਨੂੰ ਭਰੋਸਾ ਹੈਗਾ ਤਾਂ ਹੀ ਉਹਦਾ ਮਸ਼ਵਰਾ ਲੈਂਦਾ ਅਤੇ ਫਿਰ ਉਹਨੂੰ ਅਮਲ 'ਚ ਲਿਆਉਂਦਾ। ਜੇ ਜਿਹੜਾ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਡਾ ਮਸ਼ਵਰਾ ਲੈ ਰਿਹਾ, ਉਹਨੂੰ ਪੁੱਠੀ ਸਲਾਹ ਦੇ ਦੇਣੀ, ਜਿਹਦੇ 'ਚ ਉਸ ਦਾ ਨੁਕਸਾਨ ਹੋ ਜਾਏ ਜੀ, ਇਦੋਂ ਵੱਡਾ ਮੇਰਾ ਖਿਆਲ ਪਾਪ। ਇੱਕ ਸਲਾਹ ਲੈਣ ਵਾਲੇ, ਪਹਿਲਾਂ ਮੈਂ ਸਲਾਹ ਲੈਣ ਵਾਲਿਆਂ ਲਈ ਦੱਸਦਾ, ਜਿਹੜੇ ਸਲਾਹ ਲੈਣ ਵਾਲੇ ਆ ਜੀ, ਉਹਨਾਂ ਲਈ ਇੱਕ ਤਾਂ ਆਹ ਗੱਲ ਬਹੁਤ ਜ਼ਰੂਰੀ ਹੈ ਜਾ ਕੇ ਵੀ ਉਹ ਤੁਹਾਡਾ ਹਮਦਰਦ ਹੋਵੇ। ਜੇ ਤੋਂ ਤੁਸੀਂ ਸਲਾਹ ਲੈਣੀ ਆ, ਇੱਕ ਉਹ ਬੰਦਾ ਜਿਸ ਪਾਸੇ ਦੀ ਤੁਸੀਂ ਸਲਾਹ ਲੈਣੀ ਉਹ ਆਪ ਨਾ ਜੁੜਿਆ ਹੋਵੇ ਕਿਸੇ ਤਰ੍ਹਾਂ ਉਸ ਗੱਲ ਦੇ ਨਾਲ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਕਨਫਲਿਕਟ ਨਾ ਹੋਵੇ, ਉਹਦਾ ਕਨਫਲਿਕਟ ਨਾ ਹੋਵੇ। ਇਹ ਨਾ ਹੋਵੇ ਵੀ ਤੁਸੀਂ ਕਿਤੇ ਜੋਬ ਲੈਣੀ ਹੈ ਤਾਂ ਉਹ ਵੀ ਇੰਟਰਸਟਡ ਹੋਵੇ ਜੋਬ ਦੇ ਵਿੱਚ, ਤੁਸੀਂ ਜਾ ਕੇ ਉਹਦੀ ਸਲਾਹ ਲੈਣ ਲੱਗ ਪਵੋ, ਫਿਰ ਤੁਸੀਂ ਉੱਥੇ ਉਹ ਨਹੀਂ ਗੱਲ ਬਣਨੀ ਉਹਨਾਂ ਦੀ। ਉਹ ਆਪ ਉਹਦੇ ਨਾਲ ਦੂਏ ਤਰ੍ਹਾਂ ਨਾ ਹੋਵੇ। ਔਰ ਇੱਕ ਸਲਾਹ ਲੈਣ ਵਾਲੇ ਲਈ ਇਹ ਬਹੁਤ ਜ਼ਰੂਰੀ ਆ ਵੀ ਉਹ ਸਲਾਹ ਨੂੰ ਐਜ਼ ਸੱਚ ਨਾ ਮਰੇ, ਕਿੰਤੂ ਪਰੰਤੂ ਜ਼ਰੂਰ ਕਰੇ। ਜੇ ਉਹਨੂੰ ਸਲਾਹ ਦੇ ਰਿਹਾ ਕੋਈ ਬੰਦਾ, ਉਹ ਜਿੱਦਾਂ ਉੱਦਾਂ ਹੀ ਨਾ ਮੰਨ ਲਵੇ, ਸੱਤ ਵਚਨ ਨਾ ਕਹੇ ਉਹਨੂੰ ਜਾ ਕੇ। ਉਹਦੇ ਵਿੱਚ ਜਿਹੜੇ ਉਹਦੇ ਖਦਸ਼ੇ ਆ ਉਹ ਉਹਦੇ ਨਾਲ ਉਹਦੇ ਸਾਹਮਣੇ ਰੱਖੇ, ਚਾਹੇ ਉਹ ਕਿੰਨੀ ਉਹਦਾ ਸਤਿਕਾਰ ਕਰਦਾ, ਕਿੰਨੀ ਉਹਦੀ ਇੱਜ਼ਤ ਕਰਦਾ, ਫਿਰ ਵੀ ਉਹ ਬੁੱਧ ਭਿਕਸ਼ੂ ਵਾਲੀ ਗੱਲ ਜਿਹੜੀ ਆ ਜਾਂਦੀ ਆ ਵੀ ਉਹਨੂੰ ਆਪਣੇ ਕਿੰਤੂ ਪਰੰਤੂ ਕਰੇ ਵੀ ਐਂ ਤਾਂ ਨਹੀਂ ਹੋ ਸਕਦੀ, ਐਂ ਤਾਂ ਨਹੀਂ ਹੋ ਸਕਦੀ, ਐਂ ਤਾਂ ਨਹੀਂ। ਹੁਣ ਕੀ ਹੋਇਆ, ਹਾਂਜੀ, ਵੀ ਅੱਗੇ ਤਾਂ ਤੁਸੀਂ ਦੱਸੇ ਵੀ ਰਾਜੇ ਮਹਾਰਾਜਿਆਂ ਦੀ ਗੱਲ ਦੱਸੀ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਦੱਸੀ। ਹੁਣ ਕੀ ਹੋਣ ਲੱਗ ਪਿਆ ਕਿ ਜ਼ਿਆਦਾਤਰ ਪਰਿਵਾਰ ਦੇ ਮੈਂਬਰ ਜਾਂ ਦੋਸਤ ਜਿਹੜੇ ਸੀ, ਪਰਿਵਾਰ ਦੇ ਜਿਹੜੇ ਫਰੈਂਡਸ ਸੀ, ਫੈਮਿਲੀ ਫਰੈਂਡਸ ਵਗੈਰਾ ਤੋਂ ਲੋਕ ਇਹ ਮਸ਼ਵਰਾ ਲੈ ਲੈਂਦੇ, ਨਸੀਹਤ ਲੈ ਲੈਂਦੇ, ਉਹਦੇ ਨਾਲ ਮਸ਼ਵਰਾ ਕਰ ਲੈਂਦੇ। ਹੁਣ ਕੀ ਹੋਣ ਲੱਗ ਪਿਆ, ਸਲਾਹ ਮੁੱਲ ਮਿਲਦੀ ਹੈ, ਪੈਸੇ ਦੇ ਕੇ ਮਿਲਦੀ ਹੈ। ਉਹਨੂੰ ਪੈਸੇ ਦਿਓ, ਉਹ ਤੁਹਾਨੂੰ ਮਸ਼ਵਰਾ ਦੇ ਦਿੰਦੇ, ਕੰਸਲਟ ਕਰੋ ਉਹਨੂੰ, ਉਹ ਤੁਹਾਡੇ ਕੋਲ ਦੱਸ ਦਿੰਦੇ ਜੀ ਇਸ ਤਰ੍ਹਾਂ ਆਹ ਕਰ ਲਓ, ਆਹ ਹੋ ਸਕਦਾ। ਇਹ ਜਿਹੜੀ ਮੁੱਲ ਦੀ ਸਲਾਹ, ਮੇਰਾ ਖਿਆਲ ਆ ਜੇ ਕੋਈ ਕਰੋਕਟ ਤੁਹਾਡਾ ਵੈਲਵਿਸ਼ਰ ਨਹੀਂ, ਤੁਸੀਂ ਭਰੋਸਾ ਕਰਕੇ ਲੈ ਲੈਂਦੇ ਹੋ, ਉਹਦੇ ਨਾਲ ਤਾਂ ਮੁੱਲ ਦੀ ਸਲਾਹ ਚੰਗੀ ਹੋਏਗੀ ਮੇਰੇ ਖਿਆਲ। ਹਾਂ, ਦੇਖੋ ਤਿੰਨ ਸਾਹਿਬ, ਟੈਕਨੀਕਲ ਗੱਲਾਂ 'ਤੇ ਤਾਂ ਮੁੱਲ ਦੀ ਸਲਾਹ ਲਈ ਜਾ ਸਕਦੀ ਆ, ਪਰ ਹੁਣ ਜਿੱਦਾਂ ਮੈਂ ਸਮਝਦਾ ਘਰੇਲੂ ਮਸਲੇ ਜਿਹੜੇ ਹੈਗੇ ਆ ਉਹਦੇ ਵਿੱਚ ਮੁੱਲ ਦੀ ਸਲਾਹ ਵਾਲਾ ਉਨਾ ਬਰੀਕੀ ਦੇ ਵਿੱਚ ਨਹੀਂ ਉਹਨੂੰ ਸਮਝ ਸਕਦਾ ਜਿੰਨਾ ਤੁਸੀਂ। ਜੇ ਫਰਜ਼ ਕਰ ਲਓ ਹੁਣ ਮੈਂ ਕਿਸੇ ਫੈਮਿਲੀ ਨੂੰ ਜਾਣਦਾ ਆ 20 ਸਾਲ ਤੋਂ 30 ਸਾਲ ਤੋਂ, ਉਹ ਜਿਹੜੀ ਮੇਰੀ ਸਲਾਹ ਹੋਣੀ ਆ, ਚਾਹੇ ਮੈਂ ਪ੍ਰੋਫੈਸ਼ਨਲੀ ਉਹਦੇ ਯੋਗ ਨਾ ਵੀ ਹੋਵਾਂ, ਪਰ ਮੈਂ ਕਿਉਂਕਿ ਇਕੱਲੇ ਬੰਦੇ ਦੀ ਸਾਈਕ ਜਾਣਦਾ, ਇਕੱਲੇ ਪਈ ਆ ਫਾਦਰ ਐਂ ਸੋਚਦਾ, ਮਾਂ ਐਂ ਸੋਚਦੀ ਆ, ਉਹ ਇੱਦਾਂ ਸੋਚਦਾ, ਇੱਦਾਂ ਸੋਚਦਾ। ਸੋ ਮੈਂ ਜ਼ਿਆਦਾ ਉਹਦੇ ਬਰੀਕੀ ਜਾ ਸਕਦਾ ਬਜਾਏ ਉਸ ਤੋਂ ਪ੍ਰੋਫੈਸ਼ਨਲ ਜਿਹੜਾ ਉੱਥੇ ਵੈਨਕੂਵਰ ਡਾਊਨਟਾਊਨ ਬੈਠਾ ਜਾ ਕੇ ਉਹਦੇ ਨਾਲ ਜਾ ਕੇ। ਅੱਛਾ, ਇੱਕ ਮੈਂ ਉਹਦੇ ਨਾਲ ਹੋਰ ਇਹ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਜੀ, ਉਹ ਇਹ ਸੀਗੀਆਂ ਜਾ ਕੇ ਵੀ
ਸਲਾਹ ਦੇਣ ਵੇਲੇ ਇਹ ਜ਼ਰੂਰ ਰੱਖੋ ਕਿ ਕਿਸੇ ਕਾਨੂੰਨੀ ਅੜਚਨ 'ਚ ਨਾ ਤੁਸੀਂ ਫਸੋ ਨਾ ਉਹਨੂੰ ਫਸਾਓ। ਕਿਉਂਕਿ ਅੱਜ ਕੱਲ੍ਹ ਲੀਗਲ ਕੰਸੀਕੁਐਂਸ ਬਹੁਤ ਆ ਜਾਂਦੀਆਂ ਵੀ ਜਾ ਕੇ ਕਿ ਤੁਸੀਂ ਕਿਸੇ ਬੰਦੇ ਨੂੰ ਸਲਾਹ ਦੇ ਕੇ ਤੁਹਾਡੇ ਤੇ ਸੂਹ ਵੀ ਹੋ ਜਾਂਦੇ ਆ ਤੁਸੀਂ ਵੀ ਮੈਨੂੰ ਤਾਂ ਜੀ ਫਲਾਣੇ ਬੰਦੇ ਨੇ ਇਹ ਗੱਲ ਕਹੀ ਸੀਗੀ ਜਾ ਕੇ ਇਹੋ ਜਾ ਕੇ ਠੀਕ ਹੈਗੀ ਆ। ਇਸ ਗੱਲ ਦਾ ਵੀ ਇਹ ਜੇ ਤੋਂ ਤੁਸੀਂ ਸਲਾਹ ਲੈਂਦੇ ਆ ਨਾ ਜੀ, ਕਦੇ ਵੀ ਇਹ ਨਾ ਸੋਚੋ ਵੀ ਮੈਂ ਇਸ ਬੰਦੇ ਨੂੰ ਲੀਗਲ ਕੰਪਲੀਕੇਸ਼ਨ 'ਚ ਪਾਉਣਾ ਕਦੇ ਵੀ, ਠੀਕ ਹੈ। ਇਸ ਨੀਤ ਨਾਲ ਨਾ ਕਦੇ ਵੀ ਜਿਹੜਾ ਹੋਵੇ ਇਹ ਸਮਝੋ ਵੀ ਜੇ ਮੈਂ ਸਫਲ ਨਹੀਂ ਵੀ ਹੋਇਆ ਉਹਨੂੰ ਬਲੇਮ ਨਾ ਕਰੋ, ਉਹਨੂੰ ਬਲੇਮ ਨਾ ਕਰੋ ਸਲਾਹਕਾਰ ਨੂੰ, ਕਿਉਂਕਿ ਆਖਰੀ ਫੈਸਲਾ ਤੁਹਾਡਾ ਆ, ਆਖਰੀ ਫੈਸਲਾ ਤੁਸੀਂ ਲੈਣਾ ਹੈ। ਸਲਾਹਕਾਰ ਨੇ ਤਾਂ ਤੁਹਾਨੂੰ ਇੱਕ ਸਲਾਹ ਦੇਣੀ। ਦੇਖੋ ਸਲਾਹ ਲੈਣੀ ਤੇ ਸਲਾਹ ਕਰਨੀ ਇਹਦੇ 'ਚ ਫਰਕ ਆ। ਜਿਹੜੀ ਹੈ ਮੈਂ ਪ੍ਰੈਫਰ ਕਰੂੰਗਾ ਵੀ ਸਲਾਹ ਕਰਨੀ ਜ਼ਰੂਰੀ ਹੈਗੀ ਆ, ਔਰ ਸਲਾਹ ਕਰਨ ਦੇ ਲਈ ਸਭ ਤੋਂ ਵੱਡਾ ਔਰ ਪਹਿਲਾ ਅਦਾਰਾ ਜਿਹੜਾ ਹੈਗਾ ਉਹ ਫੈਮਿਲੀ ਹੈ। ਓਕੇ, ਫੈਮਿਲੀ ਬਾਰੇ ਹੁਣ ਫਿਰ ਸਾਹਿਬ ਇਹ ਗੱਲ ਸ਼ਾਇਦ ਕਈਆਂ ਨੂੰ ਬੁਰੀ ਲੱਗੇ। ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਫੈਮਿਲੀ ਤੋਂ ਸਲਾਹ ਲਓ, ਸਭ ਤੋਂ ਵੱਡੇ ਤੁਹਾਡੇ ਨੇੜੇ ਦੇ ਤੁਹਾਡੇ ਮਾਂ-ਪਿਓ ਕਾਉਂਸਲਰ ਹੋ ਸਕਦੇ ਆ। ਜੇ ਤੁਸੀਂ ਆਪਣੇ ਮਾਂ-ਪਿਓ ਤੋਂ ਸਲਾਹ ਲੈਂਦੇ ਹੋ, ਕੀ ਉਹ ਸਲਾਹ ਤੁਸੀਂ ਕਿਹਾ ਕਿ ਫਾਈਨਲ ਤਾਂ ਤੁਹਾਡੀ ਜ਼ਿੰਮੇਵਾਰੀ ਆ, ਕੀ ਉਹ ਸਲਾਹ ਲਾਗੂ ਕਰਨੀ ਚਾਹੀਦੀ ਹੈ? ਕਿਉਂਕਿ ਜੇ ਤੁਸੀਂ ਆਪਣੇ ਭਰਾ ਤੋਂ, ਭੈਣ ਤੋਂ, ਜਿਹੜੇ ਤੁਹਾਡੇ ਵੈਲਵਿਸ਼ਰ ਨੇ ਜਾਂ ਮਾਂ-ਪਿਓ ਤੋਂ ਸਲਾਹ ਲੈਂਦੇ ਹੋ, ਉਹਨਾਂ ਦੇ ਵਿੱਚ ਬਿਲਟ ਇਨ ਬਾਇਸ, ਕਿਉਂਕਿ ਉਹ ਤੁਹਾਡੇ ਭਲਾਈ ਨਹੀਂ ਚਾਹੁੰਦੇ, ਸਗੋਂ ਉਹਨਾਂ ਨੇ ਜਿਹੜਾ ਵੀ ਮਸ਼ਵਰਾ ਦੇਣਾ ਤੁਹਾਡੇ ਹੱਕ ਦਾ ਦੇਣਾ, ਔਰ ਉਹ ਹੋ ਸਕਦਾ ਕਿ ਉਹ ਇੰਨੇ ਸਟਰੋਂਗਲੀ ਬਾਇਸਡ ਹੋਣ ਤੁਹਾਡੇ ਹੱਕ ਦੇ ਵਿੱਚ ਕਿ ਉਹਨਾਂ ਦਾ ਦਿੱਤਾ ਹੋਇਆ ਮਸ਼ਵਰਾ ਲਾਗੂ ਕਰਨ ਨਾਲ ਜਾਂ ਉਹਨਾਂ ਦੀ ਦਿੱਤੀ ਹੋਈ ਨਸੀਹਤ ਲਾਗੂ ਕਰਨ ਨਾਲ ਉਹਦਾ ਚੰਗਾ ਨਤੀਜਾ ਮਿਲੇ। ਤਿੰਨ ਸਾਹਿਬ ਦੇਖੋ, ਪਹਿਲੀ ਗੱਲ ਜਿਹੜੀ ਤੁਸੀਂ ਮਾਂ-ਬਾਪ ਦੀ ਗੱਲ ਕੀਤੀ ਆ, ਪਹਿਲਾਂ ਤਾਂ ਹੀ ਮਾਂ-ਬਾਪ ਦੀ ਸਲਾਹ ਕਿਸ ਏਜ 'ਤੇ ਤੁਸੀਂ ਲੈਣੀ ਹੈ, ਇਹ ਬਹੁਤ ਜ਼ਰੂਰੀ ਚੀਜ਼ ਹੈ। ਦੇਖੋ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਆ ਉਸ ਵੇਲੇ ਪਹਿਲੀ ਸਟੇਜ ਦੇ ਉੱਤੇ ਮਾਂ-ਬਾਪਾਂ ਨੂੰ ਸਿੱਖਿਆ ਦਿੰਦੇ ਆ, ਤੈਂ ਇੱਦਾਂ ਕਰਨਾ, ਤੈਂ ਇੱਦਾਂ ਕਰਨਾ। ਜ਼ਾਹਰ ਹੈ ਕਿ ਉਹ ਕਰਨੀ ਪੈਣੀ ਉਹਨੂੰ ਸਾਰੀ ਜਾ ਕੇ, ਜ਼ਾਹਰ ਕਰਦੇ ਉਹ ਉਹਨੂੰ ਸਿੱਖਿਆ ਦੇ ਕੇ ਉਹਨੂੰ ਸਿਖਾਲਦੇ ਆ ਸਾਰਾ। ਇਸ ਉਸ ਵੇਲੇ ਲੈਣੀ ਤੁਹਾਡੇ 'ਚ ਲੈਣੀ ਹੈ ਤੁਸੀਂ, ਹੋਰ ਕੋਈ ਤੁਹਾਡੇ ਕੋਲ ਰਾਹ ਵੀ ਹੈ ਨਹੀਂ। ਫਿਰ ਅਗਲੀ ਸਟੇਜ ਜਿਹੜੀ ਆ ਜਾਂਦੀ ਆ, ਫਿਰ ਉਹ ਮਾਂ-ਬਾਪ ਜਿਹੜੇ ਹੈਗੇ ਆ ਉਹਨੂੰ ਹੁਕਮ ਕਰਨ ਲੱਗ ਪੈਂਦੇ। ਜਾਂ 12-13 ਸਾਲ ਦਾ ਹੁੰਦਾ, ਹੁਕਮ ਤੈਂ ਡੂ ਇਟ, ਉਹ ਵੀ ਤੁਸੀਂ ਕਰਨਾ ਹੀ ਕਰਨਾ ਜਾ ਕੇ, ਫਿਰ ਤੁਹਾਡੇ ਕੋਈ ਹੈ ਨਹੀਂ ਆ। ਫਿਰ ਉਹ ਤੋਂ ਜਿਹੜੀ ਅਗਲੀ ਸਟੇਜ ਆ ਜਾਂਦੀ ਆ, ਜਿਸ ਵੇਲੇ 20-21 ਹੁੰਦੀ ਆ, ਫਿਰ ਉਹਨੂੰ ਉਹ ਸਲਾਹ ਮੰਨਣੋਂ ਹਟ ਜਾਂਦਾ। ਫਿਰ ਤੁਸੀਂ ਨਸੀਹਤ ਦੇਣ ਦੀ ਕੋਸ਼ਿਸ਼ ਕਰਦੇ ਹੋ ਉਹਨੂੰ। ਨਸੀਹਤ ਔਰ ਸਲਾਹ 'ਚ ਫਰਕ ਹੈ ਥੋੜ੍ਹਾ ਜਿਹਾ, ਠੀਕ ਹੈ ਨਾ। ਉਹ ਆਪਣੇ ਜਿਹੜੀ ਹੈਗੀ ਆ ਵੀ ਆਹ ਕਰ, ਉਹ ਕਹਿੰਦਾ ਮੈਂ ਨਹੀਂ ਕਰਨੀ, ਠੀਕ ਹੈ, ਆਹ ਕਰ, ਉਹ ਕਹਿੰਦਾ ਮੈਂ ਨਹੀਂ ਕਰਨੀ ਜਾ ਕੇ। ਫਿਰ ਸਟੇਜ ਦੇਖੋ ਮਾਂ-ਬਾਪ ਦੀ, ਮੈਂ ਪਹਿਲਾਂ ਕੰਪਲੀਟ ਕਰ ਲਵਾਂ ਸਾਰਾ। ਮਾਂ-ਬਾਪ 'ਤੇ ਫਿਰ ਜਾਂਦੇ ਮਾਂ-ਬਾਪ ਜੈਸੇ ਆ, ਜਿਸ ਵੇਲੇ ਉਹ ਬੱਚਾ ਕੰਮ 'ਤੇ ਲੱਗ ਜਾਂਦਾ, ਉਹਦੀ ਸ਼ਾਦੀ ਹੋ ਜਾਂਦੀ ਆ, ਉਹ ਤੁਹਾਡੀ ਸਲਾਹ ਚਾਹੁੰਦਾ ਹੀ ਨਹੀਂ, ਉਹ ਨਹੀਂ ਚਾਹੁੰਦਾ, ਪਰ ਤੁਸੀਂ ਬਦੋਬਦੀ ਫੇਰ ਦਿੰਦੇ ਆ। ਫਿਰ ਇਹ ਹਾਲਤ ਆ ਜਾਂਦੀ ਆ, ਉਹ ਇਹ ਕਹਿੰਦੇ ਆ ਵੀ ਆਪਣੀ ਸਲਾਹ ਆਪਣੇ ਕੋਲ ਰੱਖ ਤੂੰ, ਸਾਨੂੰ ਤੇਰੀ ਸਲਾਹ ਦੀ ਲੋੜ ਨਹੀਂ ਹੈ ਜਾ ਕੇ। ਫਿਰ ਹੋਰ ਅੱਗੇ ਜਾਈ ਜਾਂਦੀ ਗੱਲ। ਫਿਰ ਅੱਗੇ ਜਾ ਕੇ ਇੱਕ ਸਟੇਜ ਫਿਰ ਇਹ ਆ ਜਾਂਦੀ ਆ ਜਦੋਂ ਫਿਰ ਤੁਸੀਂ ਉਹਨਾਂ ਦੀ ਸਲਾਹ ਲੈਂਦੇ ਆ ਨਿਆਣਿਆਂ ਦੀ, ਪਿਆ ਆਵੇ ਕੰਮ ਕਰਨ ਲੱਗੇ ਆ, ਦੱਸ ਹੁਣ ਕਿੱਦਾਂ ਕਰ ਲਈਏ ਜਾ ਕੇ, ਠੀਕ ਹੈ ਨਾ। ਕਿਤੇ ਫਿਰ ਤੁਸੀਂ ਉਹਦੀ ਸਲਾਹ ਲੈਂਦੇ ਜਾ ਕੇ। ਫਿਰ ਇੱਕ ਸਟੇਜ ਆ ਜਾਂਦੀ ਆ ਜਿਹਦੇ ਵਿੱਚ ਸਲਾਹ ਨਹੀਂ, ਫਿਰ ਉਹ ਤੁਹਾਨੂੰ ਹੁਕਮ ਕਰਦਾ ਜਾ ਕੇ। ਕੋਈ ਇਹ ਚੱਕਰ ਹੈ ਜਾ ਕੇ, ਉੱਥੋਂ ਹੁਕਮ ਲੈ ਕੇ ਐਂਡ ਅਪ ਫਿਰ ਇੱਥੇ ਹੁੰਦੇ ਆ ਤੁਸੀਂ ਮਗਰੋਂ ਜਾ ਕੇ, ਵੀ ਉਹ ਫਿਰ ਤੁਹਾਨੂੰ ਹੁਕਮ ਕਰਦੇ ਆ, ਪਿਆ ਕਰਦੇ ਆ ਕਰਨਾ, ਆਹ ਤਾਂ ਨਹੀਂ ਕਰਨਾ। ਇਹ ਉਹਨਾਂ ਦੇ ਨਾਲ ਜਿਹੜਾ ਹੈਗਾ ਇਸ ਕਿਸਮ ਦੇ ਨਾਲ ਚੱਲਦਾ, ਕਿਉਂਕਿ ਮਾਂ-ਬਾਪ ਦੀ ਸਲਾਹ ਇੱਦਾਂ ਚੱਲਦੀ ਹੈ। ਆਲ ਦੀ ਟਾਈਮ ਨਹੀਂ ਤੁਸੀਂ ਸਾਰੀ ਜ਼ਿੰਦਗੀ ਵਿੱਚ ਚਲਾ ਸਕਦੇ। ਸਲਾਹਕਾਰ ਵੀ ਰਿਸ਼ਤੇਦਾਰਾਂ ਦੇ ਵਿੱਚੋਂ ਟਾਈਮ ਟੂ ਟਾਈਮ ਆ, ਬਚਪਨ 'ਚ ਹੋਰ ਹੋਣੇ ਆ, ਜਵਾਨੀ 'ਚ ਹੋਰ ਹੋਣੇ ਆ, ਜਾ ਕੇ ਓਲਡ ਏਜ 'ਚ ਹੋਰ ਹੋਣੇ ਆ ਤੁਹਾਡੇ। ਹੁਣ ਜਿੱਥੇ ਤੱਕ ਫੈਮਿਲੀ ਦਾ ਤਾਲੁਕ ਆਉਂਦਾ, ਮੇਰਾ ਭਾਵ ਇਹ ਆ ਵੀ ਜਿਹੜਾ ਤੁਹਾਡਾ ਬਹੁਤ ਐਕਟਿਵ ਪੀਰੀਅਡ ਹੈ ਲਾਈਫ ਦਾ, ਉਹ ਤੁਹਾਡਾ ਉਸ ਵੇਲੇ ਆਉਂਦਾ ਜਿਸ ਵੇਲੇ ਤੁਸੀਂ ਕੰਮ ਸ਼ੁਰੂ ਕਰਕੇ ਰਿਟਾਇਰ ਹੋਣ ਤੱਕ। ਇਹ ਤੁਹਾਡਾ ਐਕਟਿਵ ਪੀਰੀਅਡ ਹੈ ਲਾਈਫ ਦਾ। ਉਹਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਆ ਜਾਂਦੇ ਆ, ਉਹਦੇ ਵਿੱਚ ਤੁਹਾਡੇ ਸਲਾਹਕਾਰ ਆ ਜਾਂਦੇ ਆ, ਸਭ ਤੋਂ ਵੱਧ ਆਉਂਦੇ ਆ ਜੇ ਤੁਸੀਂ ਵਿਆਹ ਹੋਏ ਹੋ ਤਾਂ ਵਾਈਫ ਨਾਲ ਸਲਾਹ ਕਰ। ਮੈਂ ਤੁਹਾਨੂੰ ਇਹ ਦੱਸ ਦਿੰਦਾ ਸੈਂਸਰ ਜਾ ਕੇ, ਜੇ ਤੁਸੀਂ ਵਾਈਫ ਦੇ ਨਾਲ ਸਲਾਹ ਦੇ ਤੌਰ 'ਤੇ ਨਹੀਂ ਚੱਲਦੇ, ਚਾਂਸਸ ਬਹੁਤ ਘੱਟ ਆ ਵੀ ਤੁਸੀਂ ਪੀਸ ਦੇ ਨਾਲ ਆਪਣੀ ਜ਼ਿੰਦਗੀ ਬਿਤਾ ਲਓਗੇ, ਠੀਕ ਹੈ ਨਾ। ਉਹ ਕੀ ਹੋਣੀ ਆ ਜੇ ਤੁਸੀਂ ਹੈਗੇ ਵੀ ਅੱਜ ਤਾਂ ਤੁਸੀਂ ਹੁਣੇ ਦੱਸ ਕੇ ਰਹੇ ਆ, ਉਹ ਜੇ ਹੁੰਦੇ ਆ ਉਹ ਤੁਸੀਂ ਬੱਚੇ ਨੂੰ ਆਹ ਗੱਲ ਕਹਿੰਦੇ ਆ, ਮਾਂ ਤੁਹਾਨੂੰ ਕਹਿ ਦਿੰਦੀ ਆ ਜਾ ਕੇ ਵੀ ਉਹ ਨਹੀਂ, ਉਹ ਤੁਸੀਂ ਆਹ ਸਲਾਹ ਹੈ ਜਾ ਕੇ। ਇੱਕ ਤਾਂ ਬੱਚੇ ਨੂੰ ਵੀ ਜੇ ਤੁਸੀਂ ਕਿਸੇ ਗੱਲ ਤੋਂ ਰੋਕਣਾ ਵੀ ਆ, ਜੇ ਉਹ ਰੋਕਣ ਦੀ ਸਟੇਜ 'ਤੇ ਹੈਗਾ, ਕਿਉਂਕਿ ਇੱਕ ਸਟੇਜ ਆ ਜਾਣੀ ਆ ਜਿਸ ਵੇਲੇ ਫਿਰ ਰੋਕਣ ਦੀ ਸਟੇਜ ਨਹੀਂ ਹੋਣੀ, ਉਸ ਵੇਲੇ ਫਿਰ ਤੁਸੀਂ ਬੇਇੱਜ਼ਤੀ ਕਰਾਉਂਗੇ ਉਹਨੂੰ ਰੋਕ ਕੇ। ਉਸ ਵੇਲੇ ਜੇ ਉਹ ਰੋਕਣ ਦੀ ਸਟੇਜ 'ਤੇ ਹੈਗਾ ਤਾਂ ਪਹਿਲਾਂ ਜਿਹੜਾ ਹੈਗਾ ਆ ਹਸਬੈਂਡ ਵਾਈਫ ਆਪਸ ਵਿੱਚ ਡਿਸਕਸ ਕਰਨ ਇਹ ਗੱਲ ਵੀ ਆਹ ਗੱਲ ਇਹਨੂੰ ਕਹਿਣੀ ਹੈ ਔਰ ਕਿੱਦਾਂ ਕਹਿਣੀ ਹੈ, ਕਿਸ ਤਰੀਕੇ ਨਾਲ ਕਹਿਣੀ ਹੈ।
ਕਿੱਦਾਂ ਇਫੈਕਟਿਵ ਹੋ ਸਕਦੀ ਹੈ ਜਾ ਕੇ। ਜੇ ਤੁਹਾਡੇ ਦੋਹਾਂ ਦੀ ਸਹਿਮਤੀ ਨਹੀਂ ਹੈ ਆਪਸ ਦੇ ਵਿੱਚ ਉਹ ਬੱਚੇ ਨੂੰ, ਫਿਰ ਬੱਚੇ ਨੇ ਸਲਾਹ ਨਹੀਂ ਦੇ ਸਕਦੇ, ਫਿਰ ਨਹੀਂ ਬੱਚੇ ਨੇ ਫਿਰ ਸਲਾਹ ਦੇ ਹੀ ਨਹੀਂ ਸਕਦੇ। ਫਿਰ ਉਹਨੂੰ ਮਨ ਫਿਰ ਜਿਹੜਾ ਉਹਦੇ ਬਲ ਦਾ ਹੋਊਗਾ ਉਹਦੇ ਹੱਲ ਹੋ ਜਾਣਾ ਜਾ ਕੇ। ਫਿਰ ਜੇ ਮਾਂ ਉਹਦੀ ਸਪੋਰਟ ਕਰਦੀ ਹੈ ਜਾਂ ਬਾਪ ਉਹਦੀ ਸਪੋਰਟ ਕਰਨਾ, ਉਹ ਕਹਿਣਾ ਹੀ ਇਜ਼ ਏ ਗੁੱਡ ਗਾਏ, ਹੀ ਇਜ਼ ਏ ਬੈਡ ਗਾਏ, ਠੀਕ ਹੈ ਨਾ, ਜਿਹੜਾ ਉਹਦੀ ਸਲਾਹ ਕਰਦਾ ਜਾ ਕੇ। ਸੋ ਇਸ ਕਰਕੇ ਜੇ ਫੈਮਿਲੀ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਵੀ ਤੁਹਾਨੂੰ ਜਿਹੜੀ ਹੈਗੀ ਆ ਆਪਣੀ ਸਲਾਹ ਕਰਕੇ ਕਲੈਕਟਿਵ ਡਿਸੀਜਨ ਜਿਹੜਾ ਹੈਗਾ ਹੈ ਨਾ, ਉਹ ਜਾ ਕੇ ਜ਼ਿਆਦਾ ਇਫੈਕਟਿਵ ਹੋਣਾ, ਔਰ ਉਹ ਜ਼ਿਆਦਾ ਹੋਣਾ ਬਜਾਏ ਇਸ ਦੇ। ਉਹ ਸਮੇਂ ਚਲੇ ਗਏ ਥਿੰਨ ਸਾਹਿਬ, ਉਹ ਸਮੇਂ ਚਲੇ ਗਏ ਵੀ ਇੱਕ ਬੰਦਾ ਫੈਸਲਾ ਲੈਂਦਾ ਹੁੰਦਾ ਸੀ ਔਰ ਬਾਕੀਆਂ ਤੇ ਥੋਪਿਆ ਜਾਂਦਾ ਹੁੰਦਾ ਸੀ। ਹੁਣ ਨਹੀਂ ਹੈ। ਕਿਉਂ? ਉਸ ਵੇਲੇ ਅਰਨਿੰਗ ਫਾਈਨੈਂਸਸ ਇੱਕ ਦੇ ਹੱਥ 'ਚ ਹੁੰਦੇ ਸੀ, ਹੁਣ ਫਾਈਨੈਂਸਸ ਇੱਕ ਦੇ ਹੱਥ ਵਿੱਚ ਨਹੀਂ ਹੈ। ਜਿਹੜੇ ਬੱਚੇ ਕੰਮ ਕਰਦੇ ਆ ਜਾਂ ਪੈਸੇ ਉਹਨਾਂ ਦੇ ਕੋਲ ਹੈਗੇ ਆ, ਉਹਨਾਂ 'ਤੇ ਤੁਹਾਡੀ ਸਲਾਹ ਉਨੀ ਕਾਰਗਰ ਨਹੀਂ ਹੋਣੀ ਹੈ ਜਿੰਨੀ ਕਾਰਗਰ ਜਿਸ ਵੇਲੇ ਬੱਚਾ ਤੁਹਾਡੇ 'ਤੇ ਡਿਪੈਂਡ ਕਰਦਾ, ਜਿਸ ਵੇਲੇ ਉਸ ਵੇਲੇ ਹੋਣੀ ਹੈ। ਸੋ ਇਸ ਗੱਲ ਦਾ ਧਿਆਨ ਰੱਖੋ ਵੀ ਮੈਂ ਬੱਚੇ ਨੂੰ ਕਿਸ ਸਟੇਜ ਦੇ ਬੱਚੇ ਨੂੰ ਕੀ ਸਲਾਹ ਦੇ ਰਿਹਾ। ਇਹ ਬਹੁਤ ਜ਼ਰੂਰੀ ਹੈ। ਹਰ ਬੱਚੇ ਨੇ ਹਰ ਸਟੇਜ ਦੇ ਉੱਤੇ ਹਰ ਸਲਾਹ ਨਹੀਂ ਤੁਹਾਡੀ ਮੰਨਣੀ। ਜਿੱਦਾਂ ਹੁਣੇ ਮੈਂ ਕਹਿ ਕੇ ਇੱਕ ਸਟੇਜ ਤਾਂ ਨਹੀਂ, ਹੁਣ ਤੁਹਾਨੂੰ ਸਲਾਹ ਦੇਣ ਲੱਗ ਪੈਣਾ, ਹੁਣ ਤੁਹਾਨੂੰ ਆਰਡਰ ਕਰਨ ਲੱਗ ਪੈਣਾ। ਸੋ ਇਹ ਤੁਹਾਡੇ ਤੇ ਆ ਵੀ ਤੁਸੀਂ ਕਿੱਦਾਂ ਦੇਖ ਕੇ ਕਿੱਦਾਂ ਉਹ ਜਿਹੜੀ ਹੈਗੀ ਜਿਹੜੇ ਨਸੀਹਤ ਦੇਣ ਵਾਲੇ ਆ ਵੀ ਉਹਨਾਂ ਨੂੰ ਵੀ ਮੇਰਾ ਖਿਆਲ ਗੁਰੇਜ਼ ਕਰਨਾ ਚਾਹੀਦਾ ਕਿ ਜਣੇ ਖਣੇ ਥਾਂ ਤੇ ਨਸੀਹਤ ਆਪਣੀ ਦੇ ਦੇਣੀ। ਜਿਹੜਾ ਇਹ ਤਾਂ ਗਾਣੇ ਵੀ ਬਣੇ ਹੋਏ ਆ ਵੀ ਜਿਹੜੀ ਬਿਨ ਮੰਗਿਆ ਸਲਾਹ ਨਹੀਂ ਦੇਈਦੀ, ਨਹੀਂ ਸਲਾਹ ਦੇ। ਇੱਕ ਮੈਂ ਸੁਣਦਾ ਹੋਰ ਵੀ ਉਹਦਾ ਇੱਕ ਕਈ ਵਾਰ ਸਲਾਹ ਇੱਦਾਂ ਵੀ ਦੋਸਤਾਂ ਮਿੱਤਰਾਂ ਤੇ ਗੱਲ। ਗਾਲਬ ਦਾ ਇੱਕ ਸ਼ੇਰ ਹੈ, ਗਾਲਬ ਦਾ ਇੱਕ ਸ਼ੇਰ ਆ, ਇਹ ਕਹਾਂ ਕਿ ਦੋਸਤੀ ਹੈ ਜੋ ਬਣੇ ਹੈ ਦੋਸਤ ਨਾਸਾ ਹੈ। ਨਾਸਾ ਹੁੰਦਾ ਨਸੀਹਤ ਕਰਨ ਵਾਲੇ। ਉਹ ਕਹਿੰਦੇ ਕਿੱਥੇ ਦੀ, ਜੇ ਕਹਾਂ ਕਿ ਦੋਸਤੀ ਹੈ ਜੋ ਬਣੇ ਹੈ ਦੋਸਤ ਨਾਸਾ ਹੈ, ਕੋਈ ਚਾਰਾ ਸਾਜ਼ ਹੋਤਾ ਕੋਈ ਗਮ ਗੁਸਾਰ ਹੋਤਾ। ਕੋਈ ਮੇਰਾ ਗਮ ਸ਼ੇਅਰ ਕਰਨ ਵਾਲਾ ਹੋਇਆ, ਮੇਰਾ ਕਹਿੰਦਾ ਗੱਲ ਤੋਂ ਇਹ ਮੈਨੂੰ ਨਸੀਹਤਾਂ ਮੋਹਰਿਓਂ ਕਰੀ ਜਾਂਦੇ ਆ ਵੀ ਤੈਂ ਆਹ ਕਰਨਾ, ਤੈਂ ਆਹ ਕਰਨਾ। ਪ੍ਰੋਫੈਸਰ ਕਸ਼ਮੀਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਪ੍ਰੋਫੈਸਰ ਹੋਰ ਅਖੀਰ ਦੇ ਵਿੱਚ ਤੁਸੀਂ ਕੀ ਨਸੀਹਤ ਦੇਣੀ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ? ਨਹੀਂ ਜੀ ਥਿੰਨ ਸਾਹਿਬ, ਪਹਿਲੀ ਤਾਂ ਗੱਲ ਇਹ ਹੈ ਵੀ ਨਸੀਹਤ ਵਾਲੀ ਤਾਂ ਗੱਲ ਛੱਡ ਦਿਓ ਜਾ ਕੇ। ਨਸੀਹਤ ਵਾਲੀ ਗੱਲ ਦੇਖਦੇ ਹਾਂ, ਜੇ ਫਿੱਟ ਆਉਂਦੀ ਹੈ ਤਾਂ ਦੇਖ ਲਿਓ ਕਿਸੇ ਗੱਲ। ਇੱਕ ਤਾਂ ਮੈਂ ਇਹ ਜ਼ਰੂਰੀ ਸਮਝਣਾ ਜਾ ਕੇ ਵੀ ਇਹ ਜ਼ਰੂਰ ਕਰਨਾ ਚਾਹੀਦਾ ਵੀ ਜਿਹੜੀ ਸਲਾਹ ਅਗਲੇ ਨੂੰ ਦੇਣੀ ਆ, ਅਗਲੇ ਦੀ ਯੋਗਤਾ ਨੂੰ ਦੇਖ ਕੇ ਉਹਨੂੰ ਸਲਾਹ ਦੇਣੀ ਚਾਹੀਦੀ ਆ ਵੀ ਇਹ ਬੰਦਾ ਜਿਹੜਾ ਹੈਗਾ ਯੋਗਤਾ ਅਤੇ ਉਹਦੇ ਹਾਲਾਤ ਵੀ ਕੀ ਇਹ ਕਰ ਸਕਦਾ, ਕੀ ਹੋ ਸਕਦੇ ਆ। ਜਿੱਦਾਂ ਉੱਦਾਂ ਮੈਂ ਗੱਲ ਹੁਣ ਤੁਹਾਡੀ ਕੀਤੀ, ਮੈਂ ਹੁਣ ਤੁਹਾਨੂੰ ਕਹਾਂ ਵੀ ਥਿੰਨ ਸਾਹਿਬ ਤੁਸੀਂ ਓਲੰਪਿਕ ਸੌਦ ਲਈ ਤਿਆਰੀ ਕਰ ਲਓ, ਸ਼ੁਰੂ ਕਰ ਦਿਓ ਜਾ ਕੇ। ਹੁਣ ਉਹ ਯੋਗਤਾ ਹੈ ਨਹੀਂ, ਜਾਂ ਤੁਸੀਂ ਮੈਨੂੰ ਕਹੋ ਜਾ ਕੇ ਵੀ ਹੁਣ ਫੇਰ ਭਲਵਾਨੀ ਸ਼ੁਰੂ ਕਰ ਦਿਓ ਜਾ ਕੇ, ਇਹ ਮੇਰੀ ਯੋਗਤਾ ਨਹੀਂ। ਇੱਦਾਂ ਦੀ ਸਲਾਹ ਨਾ ਦੇ। ਸਲਾਹ ਉਹ ਦਿਓ, ਪਹਿਲਾਂ ਉਹਦੀ ਯੋਗਤਾ ਦੇਖੋ, ਫਿਰ ਤੁਸੀਂ ਦੇਖੋ ਉਹਦੇ ਹਾਲਾਤ ਦੇਖੋ। ਜਿਵੇਂ ਉਹਨੂੰ ਕਹਿ ਵੀ ਦਿੰਦਾ ਵੀ ਇਹ ਵੇ ਭਲਵਾਨੀ ਕਰ, ਤੁਸੀਂ ਦੇਖੋ ਇਹਦੇ ਕੋਲ ਖੁਰਾਕ ਦੇ ਜੋਗੇ ਪੈਸੇ ਹੈਗੇ ਆ। ਯਾਨੀ ਜਿਹੜਾ ਕੰਮ ਦੀ ਸਲਾਹ ਦਿੰਦੇ ਆ ਉਹਦੀ ਯੋਗਤਾ ਔਰ ਉਹਦੇ ਹਾਲਾਤ ਦੇਖ ਕੇ ਜਾਨੀ ਉਸ ਬੰਦੇ ਨੂੰ ਸਲਾਹ ਦੇਣੀ ਜਿਹੜੀ ਇਹ ਜ਼ਰੂਰੀ ਆ। ਇੱਕ ਜਿਹੜਾ ਬੰਦਾ ਥਿੰਨ ਸਾਹਿਬ ਸਲਾਹ ਦਿੰਦਾ ਨਾ, ਉਹ ਆਪਣੇ ਆਪ ਨੂੰ ਥੋੜ੍ਹਾ ਜਿਹਾ ਗੁੱਡ ਫੀਲ ਕਰਦਾ। ਉਹ ਥੋੜ੍ਹਾ ਜਿਹਾ ਆਪਣੇ ਆਪ ਸਮਝਦਾ ਵੀ ਮੈਂ ਇਹਦੇ ਨਾਲੋਂ ਥੋੜ੍ਹਾ ਜਿਹਾ ਉੱਪਰ ਆ ਜਾ ਕੇ, ਤਾਂ ਹੀ ਮੇਰੀ ਸਲਾਹ ਲੈਂਦਾ। ਤੁਸੀਂ ਜਾ ਕੇ ਇਹ ਜ਼ਰੂਰੀ ਹੈ। ਉਹ ਇੱਦਾਂ ਨਹੀਂ ਹੈ। ਇੱਕ ਸਲਾਹ ਦੇਣ ਦਾ ਮੁੱਖ ਮਕਸਦ ਜਿਹੜਾ ਹੋਣਾ ਚਾਹੀਦਾ, ਉਹਦੇ ਵਿੱਚ ਕੌਨਫੀਡੈਂਸ ਭਰਨਾ ਹੋਣਾ ਚਾਹੀਦਾ। ਉਹਨੂੰ ਕੰਮ ਕਰਨ ਦੇ ਲਈ ਬਹੁਤੀ ਦੱਸਣ ਦੀ ਲੋੜ ਨਹੀਂ, ਉਹਦੇ 'ਚ ਕੌਨਫੀਡੈਂਸ ਭਰੋ ਵੀ ਯੂ ਕੈਨ ਡੂ ਇਟ, ਯੂ ਕੈਨ ਡੂ ਇਟ। ਉਹਦੇ 'ਚ ਕੌਨਫੀਡੈਂਸ ਭਰਦੇ ਆ, ਕਿਉਂਕਿ ਇਵੈਂਚੁਅਲੀ ਕੰਮ ਤਾਂ ਉਹਨੇ ਹੀ ਕਰਨਾ, ਤੁਸੀਂ ਤਾਂ ਸਲਾਹ ਦੇ ਕੇ ਚਲੇ ਜਾਣਾ। ਸੋ ਜੇ ਤੁਸੀਂ ਉਹਦੇ ਵਿੱਚ ਕੌਨਫੀਡੈਂਸ ਭਰਦੇ ਹੋਗੇ ਤਾਂ ਸਭ ਤੋਂ ਵੱਡੀ ਸਲਾਹ ਇਹ ਆ, ਉਸ ਬੰਦੇ ਦੀ ਯੋਗਤਾ ਦੇ ਵਿੱਚ ਕੌਨਫੀਡੈਂਸ ਭਰ ਦਿਓ, ਯੂ ਕੈਨ ਡੂ ਇਟ। ਠੀਕ ਹੈ ਨਾ। ਇੱਕ ਪਰਸਨ ਹੋਰ ਵੀ ਸਿਚੁਏਸ਼ਨ ਆ, ਕਈ ਲੋਕਾਂ ਨੇ ਪਹਿਲਾਂ ਫੈਸਲਾ ਕੀਤਾ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਠੀਕ ਹਾਂ, ਇਹੀ ਮੈਂ ਕੰਮ ਕਰਨਾ। ਉਹਨੇ ਡਿਟਰਮਨ ਕੀਤਾ ਹੁੰਦਾ ਵੀ ਮੈਂ ਇਹ ਕਰਨਾ। ਫਿਰ ਉਹ ਦੂਜੇ ਲੋਕ ਕੋਲ ਕਿਸੇ ਕੋਲ ਯਾਰ ਤੇਰੇ ਨਾਲ ਇੱਕ ਸਲਾਹ ਲੈਣੀ ਸੀ ਤੇਰੀ, ਉਹ ਕਹਿੰਦਾ ਜੀ ਆ ਜਾਓ। ਉਹ ਚਲੇ ਜਾਂਦੇ, ਪਰ ਉਹਨਾਂ ਨੇ ਫੈਸਲਾ ਕੀਤਾ ਹੁੰਦਾ ਪਹਿਲਾਂ ਹੀ। ਫਿਰ ਉਹ ਜਾ ਕੇ ਕਹਿਣਗੇ ਯਾਰ ਅਸੀਂ ਆਹ ਕੰਮ ਕਰਨਾ ਚਾਹੁੰਦੇ ਹਾਂ, ਤੂੰ ਮੈਨੂੰ ਨਸੀਹਤ ਦੇ, ਕਿਵੇਂ ਕਰਾਂ ਮੈਂ, ਮੈਨੂੰ ਆਪਣਾ ਮਸ਼ਵਰਾ ਦੇ, ਸਲਾਹ ਦੇ। ਉਹ ਉਹਨੂੰ ਵਡਿਆਉਣਾ ਹੀ ਚਾਹੁੰਦੇ ਹੁੰਦੇ ਆ, ਉਹਨੂੰ ਰੈਕੋਗਨਾਈਜ਼ ਹੀ ਕਰਨਾ ਚਾਹੁੰਦੇ ਹੁੰਦੇ ਆ। ਇਹ ਗੱਲ ਸਲਾਹ ਦੇਣ ਵਾਲੇ ਨੂੰ ਪਹਿਲਾਂ ਭਾਂਪ ਲੈਣੀ ਚਾਹੀਦੀ ਆ ਵੀ ਇਹ ਕਾਰਵਾਈ ਪਾਉਣ ਆਇਆ, ਕਾਰਵਾਈ ਪਾਉਣ ਵਾਲਾ ਮੇਰੇ ਨਾਲ ਵੀ ਇਹ ਨਾ ਹੋਵੇ ਕਿ ਜਦੋਂ ਇਹ ਕੰਮ ਕਰ ਲਵੇ, ਜਾਂ ਉਹਨੂੰ ਇਹ ਹੁੰਦਾ ਕਿ ਜਦੋਂ ਮੈਂ ਕੰਮ ਕਰ ਲਿਆ, ਇਹ ਵੀ ਬੰਦਾ ਪਾਵਰਫੁਲ ਆ, ਇਹਦੀ ਨਸੀਹਤ ਮੈਂ ਨਾ ਲਈ ਤੇ ਮੇਰਾ ਇਹ ਕੰਮ ਖਰਾਬ ਨਾ ਕਰ ਦੇਵੇ। ਇੱਕ ਖਰਾਬ ਨਾ ਕਰ ਦੇਵੇ। ਇੱਕ ਸਿੰਦਰ ਤੁਸੀਂ ਕਈ ਵਾਰ ਸਲਾਹ ਮੰਗ ਕੇ ਉਹਨੂੰ ਮਾਣਦੇ ਰਹੇ ਹੁੰਦੇ ਵੀ ਇਹ ਕਿਤੇ ਬੇਇੱਜ਼ਤੀ ਮਹਿਸੂਸ ਨਾ ਕਰ ਜਾਵੇ ਕਿ ਮੈਂ ਇਹਦੀ ਸਲਾਹ ਨਹੀਂ ਲਈ, ਵੀ ਮੈਨੂੰ ਪੁੱਛਿਆ ਹੀ ਨਹੀਂ। ਜੇ ਪੁੱਛਿਆ ਹੀ ਨਹੀਂ, ਹੁਣ ਇਸ ਬੇਇੱਜ਼ਤੀ ਮਹਿਸੂਸ ਕਰਕੇ ਐਸੀ ਖੁੰਦਕ ਨਾ ਖਾ ਜਾਵੇ ਕਿ ਮੇਰਾ ਬਣਿਆ ਬਣਾਇਆ ਕੰਮ ਖਰਾਬ ਕਰ ਦੇਵੇ। ਇਹ ਕਰ ਸਕਦਾ ਕਿਤੇ ਕਈ ਲੋਕ ਤਾਂ ਵੀ ਸਲਾਹ ਲੈਣ ਆਉਂਦੇ, ਪਰ ਜੇ ਤੁਸੀਂ ਕਿਤੇ ਉਹਨੂੰ ਪੁੱਠੀ ਸਲਾਹ ਦੇ ਦਿਓ, ਜਿਹੜਾ ਕੋਈ ਉਹਨੇ ਡਿਟਰਮਨ ਕੀਤਾ ਹੁੰਦਾ ਪਹਿਲਾਂ ਹੀ ਕਿ ਨਹੀਂ ਕਾਕਾ ਐਂ ਨਾ ਕਰੀ,
ਔਰ ਉਹਨੇ ਕਰਨਾ ਤਾਂ ਹੁੰਦਾ ਹੀ ਆ, ਉਹ ਕਰ ਦਿੰਦਾ, ਫਿਰ ਸੱਚੀ ਉਹ ਗਲਤ ਹੋ ਜਾਂਦਾ, ਫਿਰ ਉਹਨੂੰ ਪਤਾ ਲੱਗਦਾ ਕਿ ਹੁਣ ਇੱਕ ਅੰਗਰੇਜ਼ੀ ਦਾ ਸ਼ਬਦ ਆ ਜੀ, ਮੇਕਿੰਗ ਏ ਫਾਲ ਗਾਏ। ਫਾਲ ਗਾਏ ਇਹ ਆ ਵੀ ਕਿਸੇ ਨੂੰ ਪੁੱਠੀ ਨਸੀਹਤ ਦੇ ਕੇ ਨਾ ਕੋਈ ਪੰਗਾ ਕਰਵਾ ਦੇਣਾ। ਹਾਂ, ਉਹ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ, ਡਿਸਕਸ ਇਹ ਕੰਮ ਨਾ ਕਰਿਓ। ਅੱਛਾ, ਇੱਕ ਮੈਂ ਇਹ ਜ਼ਰੂਰ ਕਹਿਣਾ ਵੀ ਜਿਸ ਵੇਲੇ ਤੁਸੀਂ ਸਲਾਹ ਦਿੰਦੇ ਆ ਨਾ, ਉਹ 2 ਟੁਕ ਸਲਾਹ ਨਾ ਦਿਓ ਕਿਸੇ ਨੂੰ। ਅੱਛਾ ਜੀ, 2 ਟੁਕ ਨਾ ਦਿਓ, ਉਹ ਆਪਸ਼ਨਸ ਦਿਓ ਉਹਨੂੰ। ਇਹ ਤਾਂ ਬੇਈਮਾਨੀ ਹੈ। ਨਹੀਂ, ਕੋਈ ਬੇਈਮਾਨੀ ਨਹੀਂ ਹੈ ਜੀ, ਇਹ ਕੋਈ ਬੇਈਮਾਨੀ, ਕਿਉਂਕਿ ਫੈਸਲਾ ਉਸ ਬੰਦੇ ਨੇ ਕਰਨਾ। ਇੱਕ ਤਾਂ ਜੇ ਤੁਸੀਂ 2 ਟੁਕ ਸਲਾਹ ਦਿੰਦੇ ਨਾ, ਪਰ ਡੂ ਇੱਕ 100% ਇਹ ਨਾ ਕਰੇ, ਹਾਂ ਇਹ ਨਾ ਕਰੇ, ਉਹਨੂੰ ਆਪਸ਼ਨਸ ਦਿਓ ਜਾ ਕੇ ਜਿਹੜੇ ਵੀ ਆ, ਕਿਉਂਕਿ ਹਰ ਚੀਜ਼ ਦਾ ਬਦਲ ਤਾਂ ਹੈਗਾ ਆ, ਆਪਸ਼ਨ ਤਾਂ ਹੈਗੀ ਆ, ਕੋਈ ਇਹ 2 ਟੁਕ ਗੱਲ ਤਾਂ ਹੈ ਨਹੀਂ ਜਾ ਕੇ ਮੈਂ ਤੁਹਾਨੂੰ ਪੱਕਾ ਕਰਨਾ ਵੀ ਤੁਹਾਨੂੰ ਸਭ ਚੱਕ ਦਿਓ ਕੰਮ ਨੂੰ, ਜਿਹੜਾ 2 ਹੈਗਾ ਉਹ ਹੋ ਸਕਦਾ ਨਹੀਂ ਵੀ ਹੈ। ਉਹਨੂੰ ਆਪਸ਼ਨਸ ਦਿਓ, ਫਿਰ ਉਹਨੂੰ ਫੈਸਲਾ ਕਰ ਲੈਣ ਦਿਓ, ਉਸ ਬੰਦੇ ਨੂੰ ਫੇਰ ਫੈਸਲਾ ਕਰ ਲੈਣ ਦਿਓ। ਸੋ ਇਹ ਗੱਲ ਨਹੀਂ ਹੈ ਜਾ ਕੇ ਵੀ ਤੁਸੀਂ 2 ਟੁਕ ਸਲਾਹ ਨਾ, ਪਰ ਉਹ ਸਿੰਸੀਅਰਲੀ ਨਸੀਹਤ ਲੈਣ ਤੋਂ ਤਾਂ ਹੁੰਦਾ ਤੁਹਾਡੇ ਕੋਲੇ ਕਿ ਉਹ 2 ਟੁਕ ਫੈਸਲਾ ਕਰਨਾ ਚਾਹੁੰਦਾ ਹੁੰਦਾ। 2 ਟੁਕ ਫੈਸਲਾ ਕਰਕੇ ਉਹਨੂੰ ਤੁਸੀਂ ਆਪਸ਼ਨ ਦੇ ਦਿਓ ਵੀ ਇਹ ਚਾਂਸਸ ਇੰਨੇ, ਇਹਦੇ ਕਹਿੰਦੇ ਆ ਵੀ ਇੰਨਾ 100% ਨਹੀਂ ਹੈ ਜਾ ਕੇ, ਜੇ 100% ਮੈਂ ਨਹੀਂ ਇਸ ਗੱਲ ਦੇ ਹੱਕ 'ਚ ਆ ਵੀ ਠੀਕ ਆ, ਵੀ ਠੀਕ ਆ, ਨੋ ਇੱਦਾਂ ਇਹ ਵੀ ਠੀਕ ਨਹੀਂ ਹੈ। ਇਹਦੇ ਠੀਕ ਹੈ ਵੀ ਜਿਹੜੀ ਮੇਰੇ ਖਿਆਲ ਦੇ ਵਿੱਚ ਜਿਹੜੀ ਚੀਜ਼ ਆ ਨੰਬਰ 1 ਪ੍ਰਾਇਰਟੀ ਹੈ ਤੇਰੀ ਮੇਰੇ ਖਿਆਲ ਦੇ ਵਿੱਚ, ਵੀ ਪਰ ਨੰਬਰ 2 ਆ ਵੀ ਹੈ, ਨੰਬਰ 3 ਆ ਵੀ ਹੈ। ਫੈਸਲਾ ਉਹ 'ਤੇ ਕਰ ਲੈਣ। ਤੁਸੀਂ ਤਾਂ ਉਹਨੂੰ ਕਨਫਿਊਜ਼ ਕਰ ਦੇਣਾ। ਕਨਫਿਊਜ਼ ਨਹੀਂ ਤੁਸੀਂ ਕਰਦੇ ਉਸ ਬੰਦੇ ਨੂੰ ਜਾ ਕੇ, ਕਨਫਿਊਜ਼ ਆ ਕਿ ਜੇ ਉੱਦਾਂ ਤੁਸੀਂ ਉਹਨੂੰ ਫਸਾਓਗੇ ਜਾ ਕੇ 2 ਟੁਕ ਫੈਸਲਾ ਕਰਾ ਕੇ ਕਰਕੇ ਉਹਨੂੰ ਜਾ ਕੇ ਵੀ ਪੱਕੇ ਤੌਰ 'ਤੇ ਆਹੀ ਕਰ, ਤੁਸੀਂ ਕਿੱਦਾਂ ਆਪਣੇ ਆਪ ਨੂੰ ਇਹ ਸਮਝ ਲਿਆ ਜਾ ਕੇ ਵੀ ਮੈਂ ਜਿਹੜਾ ਹੈਗਾ ਫਾਈਨਲ ਅਥਾਰਟੀ ਇਹਦੇ 'ਤੇ ਮੈਂ ਹੀ ਹਾਂ। ਨਸੀਹਤ ਦੇਣ ਵਾਲੇ ਪਹਿਲਾਂ ਇਹ ਕਹਿੰਦੇ ਹੁੰਦੇ ਕਾਕਾ, ਇਹੋ ਜਿਹੀਆਂ ਸਿਚੁਏਸ਼ਨਸ ਅਸੀਂ ਦੇਖੀਆਂ ਨੇ, ਮੈਂ ਕਰਕੇ ਦੇਖਿਆ ਹੋਇਆ, ਸਾਡੇ ਨਾਲ ਸਭ ਕੁਝ ਹੋ ਚੁੱਕਿਆ, ਧੁੱਪ 'ਚ ਨਹੀਂ ਮੇਰੇ ਚਿੱਟੇ ਹੋਏ, ਤੂੰ ਐਂ ਕਰ ਲਾ ਪਰ ਦੇਖ ਲਈ। ਇੱਦਾਂ ਵੀ ਜਿਹੜੇ ਗੁੱਡ ਐਡਵਾਈਜ਼ਰ ਇਹ ਵੀ ਕਹਿ ਦਿੰਦੇ ਆ ਵੀ ਦੇਖ ਲਈ, ਉਹਦਾ ਜਾ ਕੇ ਦੇਖ ਲਈ, ਵਿਚਾਰ ਕਰ ਲਈ, ਹਾਂ ਵਿਚਾਰ ਕਰ ਲਈ ਜਾ ਕੇ, ਪਰ ਮੇਰੇ ਖਿਆਲ ਦੇ ਵਿੱਚ ਠੀਕ ਹੈ, ਮੇਰੇ ਖਿਆਲ 'ਚ ਠੀਕ ਹੈ, ਪਰ ਵਿਚਾਰ ਕਰ ਲਈ, ਕਿਉਂਕਿ ਫਾਈਨਲ ਫੈਸਲਾ ਥਿੰਨ ਸਾਹਿਬ ਜਿਨ ਕੰਮ ਕਰਨਾ ਉਹਦੇ 'ਤੇ ਹੋਣਾ ਚਾਹੀਦਾ ਹੈ, ਔਰ ਉਹਨੂੰ ਹੀ ਤੁਸੀਂ ਉਹਦੇ ਅੰਦਰ ਕਾਨਫੀਡੈਂਸ ਭਰੋ ਵੀ ਤੂੰ ਫੈਸਲਾ ਕਰਨ ਦੇ ਯੋਗ ਤੂੰ ਹੋ ਜਾ ਕੇ। ਬਾਕੀ ਜਿਹੜਾ ਹੈਗਾ ਆ, ਜਿਹੜੀ ਦੂਜੀ ਸਲਾਹ ਆਪਣੇ ਹੈਗੀ ਆ, ਜਿਹੜੀ ਆਪਣੇ ਗਲਤ ਸਲਾਹ ਆ, ਉਹ ਤਾਂ ਕਿਸੇ ਪਾਸੇ ਦੇਣ ਵਾਲੀ ਗੱਲ ਹੀ ਹੈ ਨਹੀਂ ਜਾ ਕੇ ਵੀ ਤੁਸੀਂ ਅਖਲਾਕੀ ਤੌਰ 'ਤੇ ਗਲਤ ਆ ਜਾ ਕੇ ਤੁਸੀਂ ਨਾ ਕਿਸੇ ਨੂੰ ਗਲਤ ਸਲਾਹ ਦਿੰਦੇ ਜਾ ਕੇ। ਬਾਕੀ ਜਿਹੜੀ ਹੈਗੀ ਆ ਉਹ ਤੁਸੀਂ ਕਰੇ ਹੀ ਚੁੱਕੇ ਆ ਵੀ ਇੱਕ ਸਲਾਹ ਦੇ ਨਾਲ ਮਸਲੇ ਨੂੰ ਕੰਪਲੀਕੇਟਡ ਤੋਂ ਸਿੰਪਲ ਕਰੋ, ਸਿੰਪਲ ਤੋਂ ਉਹਨੂੰ ਕੰਪਲੀਕੇਸ਼ਨ ਨਾ ਕਰ ਦਿਓ। ਜਿਹੜਾ ਵੀ ਮਸਲੇ 'ਤੇ ਤੁਸੀਂ ਸਲਾਹ ਦਿੰਦੇ ਨਾ ਜੀ, ਉਹਨੂੰ ਗੁੰਝਲਦਾਰ ਨਾ ਬਣਾਓ, ਉਸ ਬੰਦੇ ਦੇ ਮੁੱਦੇ ਉਹ ਸਿੰਪਲ ਬਣਾ ਕੇ ਉਹਨੂੰ ਦਿਓ ਜਾ ਕੇ ਵੀ ਇੱਦਾਂ ਆ ਜਾ ਕੇ। ਜੇ ਗੁੰਝਲਦਾਰ ਤੁਸੀਂ ਫਿਰ ਅਗਲੇ ਨੂੰ ਕਨਫਿਊਜ਼ ਕਰਨ ਵਾਲੀ ਗੱਲ ਆ, ਜਦ ਤੁਸੀਂ ਗੁੰਝਲਦਾਰ ਬਣਾ ਦਿੰਦੇ ਆ ਉਹਨੂੰ, ਮੇਕ ਇਟ ਐਜ਼ ਸਿੰਪਲ ਐਜ਼ ਯੂ ਕੈਨ। ਤਾਂ ਇਹ ਜ਼ਰੂਰੀ ਆ। ਬਾਕੀ ਪਰਿਵਾਰਾਂ ਦੇ ਵਿੱਚ ਜਿਹੜੀ ਆਪਣੇ ਸਲਾਹ ਗੱਲ ਹੈ, ਇਹ ਬੜਾ ਆਪਣੇ ਤੌਰ 'ਤੇ ਇੱਕ ਬੜਾ ਮਸਲਾ ਆ ਇਹ, ਵੀ ਪਰਿਵਾਰਾਂ ਦੇ ਆਪਾਂ ਜਨਰਲ ਸਲਾਹ ਦੀ ਗੱਲ ਕੀਤੀ ਆ, ਸਟੇਟਾਂ ਦੀ ਸਲਾਹ ਦੀ ਗੱਲ ਕੀਤੀ ਆ। ਜਦੋਂ ਨਾ ਐਕਚੁਅਲ ਪ੍ਰੋਬਲਮ ਨੂੰ ਡੀਲ ਕਰਦੇ ਆ ਫਿਰ ਕਈ ਮੈਂਬਰ ਉਹ ਉਸ ਬੰਦੇ ਨੂੰ ਜਿਹੜਾ ਫਸਟ ਪਰਸਨ ਆ ਉਹਨੂੰ ਬਲੇਮ ਨਹੀਂ ਕਰਦੇ, ਉਹ ਕਹਿੰਦੇ ਆ ਫਲਾਨੇ ਦੀ ਚੱਕ ਆ, ਇਹਨੂੰ ਜਿਹੜਾ ਉਹਦਾ ਐਡਵਾਈਜ਼ਰ ਹੁੰਦਾ ਉਹਦੇ ਮਗਰ ਪੈ ਜਾਂਦੇ ਆ। ਹਾਂ ਥਿੰਨ ਸਾਹਿਬ, ਤੁਸੀਂ ਇੱਕ ਵਾਰ ਤੁਹਾਨੂੰ ਯਾਦ ਹੋਣਾ, ਤੁਸੀਂ ਮੈਨੂੰ ਇੱਕ ਵਾਰ ਇਹ ਵੀ ਗੱਲ ਕੀਤੀ ਸੀ ਵੀ ਕਈ ਬੰਦੇ ਤਾਂ ਜਿਹੜੇ ਹੈਗੇ ਆ ਉਹ ਜੋਤਸ਼ੀਆਂ ਦੀ ਸਲਾਹ ਲੈਂਦੇ ਆ। ਹਾਂ ਜੀ, ਤੁਸੀਂ ਕਿਹਾ ਸੀ ਨਾ ਮੈਨੂੰ। ਆਹੋ, ਉਹ ਕਿਸੇ ਦੀ ਸਲਾਹ ਹੀ ਨਹੀਂ ਲੈਂਦੇ, ਉਹ ਜੋਤਸ਼ੀਆਂ ਦੀ ਸਲਾਹ ਲੈਂਦੇ। ਅੱਛਾ, ਉਹਦੇ ਲਈ ਮੈਂ ਜਿੱਦਾਂ ਕਹਿੰਦਾ 2 ਟੁਕ ਕਹਿਣਾ ਚਾਹੁੰਦਾ ਵੀ ਉਹ ਨਾ ਲਓ ਤੁਸੀਂ, ਉਹ ਜੋਤਸ਼ੀਆਂ ਵਾਲੀ ਸਲਾਹ 'ਤੇ ਰਹਿੰਦੇ, ਉਹ ਸਮੇਂ ਲੰਘ ਗਏ ਆ। ਆਪਣੇ ਆਪ ਨੂੰ ਇੰਨਾ ਇੰਟੈਲੀਜੈਂਟ ਬਣਾ ਲਓ ਵੀ ਜੋਤਸ਼ੀ ਜਿਹੜਾ ਹੈਗਾ ਇਹ ਮੇਰੀ ਇੱਕ ਬੇਨਤੀ ਆ ਵੀ ਉਹ ਬਿਲਕੁਲ ਸਲਾਹ ਨਾ ਲਓ। ਪੈਸੇ ਖਰਾਬ ਕਰਨ ਵਾਲੀ ਗੱਲ ਆ, ਆਪਣੀ ਅਕਲ ਖਰਾਬ ਕਰਨ ਵਾਲੀ ਗੱਲ ਹੈ ਜਾ ਕੇ, ਔਰ ਆਪਣੇ ਨੂੰ ਕੰਮ ਖਰਾਬ ਕਰਨ ਵਾਲੀ ਗੱਲ ਹੈ। ਉਹਨੂੰ ਕੁਝ ਨਹੀਂ ਪਤਾ, ਉਹਨੂੰ ਕੁਝ ਨਹੀਂ ਪਤਾ, ਭਵਿੱਖ ਦਾ ਕਿਸੇ ਨੂੰ ਕੁਝ ਨਹੀਂ ਪਤਾ। ਜਿਹੜੇ ਕਿਸੇ ਕੋਸ਼ਿਸ਼ ਕਰੋ ਵੀ ਸਲਾਹ ਤੁਸੀਂ ਉਸ ਬੰਦੇ ਤੋਂ ਲਓ ਜੇ ਟੈਕਨੀਕਲ ਗੱਲ ਆ, ਜਿਹੜਾ ਉਸ ਫੀਲਡ ਦਾ ਮਾਹਰ ਹੈ, ਜਿੱਦਾਂ ਤੁਸੀਂ ਕਹੀ ਸੀ ਵੀ ਕਈ ਪ੍ਰੋਫੈਸ਼ਨਲ ਹੈਗੇ ਨਾ ਜੀ। ਇੱਕ ਪਰਿਵਾਰ ਕਿਸੇ ਜੋਸ਼ੀ ਕੋਲ ਚਲੇ ਗਿਆ ਜੀ, ਟਰੈਕਟਰ ਲੈ ਲਈਏ। ਹਾਂ, ਉਹਨੇ ਹਿਸਾਬ ਕਿਤਾਬ ਲਿੱਕਾਂ ਲੁਕਾਂ ਜਿਹੀਆਂ ਮਾਰ ਕੇ ਕਹਿੰਦਾ ਬਈ ਲੋਹਾ ਨਹੀਂ ਘਰੇ ਲਿਆਉਣਾ ਇੰਨੇ ਮਹੀਨੇ। ਜਦ ਨੂੰ ਜੀ ਉਹ ਸੀਜ਼ਨ ਲੰਘ ਗਿਆ ਸਾਰਾ ਫਸਲ ਦਾ, ਤੇ ਉਸ ਤੋਂ ਬਾਅਦ ਉਹਨੇ ਤਾਂ ਫਸਲ ਨਾਲੇ ਸਾਹਿਬ ਇਹ ਸਮੇਂ ਇਨਸਾਨ ਦਾ ਹੁਣ ਦਿਮਾਗ ਇੰਨਾ ਕੁ ਉੱਪਰ ਜਾ ਚੁੱਕਾ, ਮੇਰਾ ਖਿਆਲ ਇਹ ਜੋਤਸ਼ੀਆਂ ਦੇ ਟਾਈਮ ਦੇ ਵਿੱਚੋਂ ਆਪਾਂ ਨਿਕਲ ਚੁੱਕੇ ਹਾਂ। ਸੋ ਇਹ ਤੋਂ ਤਾਂ ਛੁੱਟੀ ਲਓ, ਪਰ ਸਲਾਹ ਲਓ ਜ਼ਰੂਰ, ਕਿਉਂਕਿ ਤੁਸੀਂ ਜ਼ਰੂਰੀ ਨਹੀਂ ਹੈ ਵੀ ਜਿੰਨੀ ਵੀ ਤੁਸੀਂ ਸਲਾਹ ਲੈਂਦੇ ਆ ਉਹਨਾਂ ਕਨਫਿਊਜ਼ ਨਹੀਂ ਹੁੰਦੇ। ਆਪਣੇ ਆਪ ਨੂੰ ਕਲੀਅਰ ਕਰਨ ਦੇ ਲਈ ਸਲਾਹ ਲਓ, ਔਰ ਸਲਾਹ ਜਿੱਦਾਂ ਤੁਸੀਂ ਕਿਹਾ ਪਹਿਲੇ ਤੇ ਵੀ ਲਓ ਉਹ ਜਿਹੜਾ ਤੁਹਾਡਾ ਖੈਰ ਖੁਆਹ ਹੋਵੇ ਤੇ ਜਿਹੜਾ ਹਮਦਰਦ ਹੋਵੇ, ਉਹਦਾ ਕਨਫਲਿਕਟ ਨਾ ਹੋਵੇ ਉਹਦਾ ਆਪਣੇ। ਤੇ ਚਲੋ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ।